ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸਹੰਸਰ ਦਾਨ ਦੀ ਇੰਦਰ ਰੂ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰਹਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਪ ਸਰਬੱਤ ਸੰਗਤਾਂ ਨਿਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹਾਂ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤ ਸੰਗਤ ਦਾ ਸਮਾਂ ਅਕਾਲ ਪੁਰਖ ਵਾਹਿਗੁਰੂ ਨੇ ਆਪਾਂ ਨੂੰ ਬਖਸ਼ਿਆ ਸਾਰਿਆਂ ਨੂੰ। ਔਰ ਸ਼ਹੀਦਾਂ ਦੇ ਪਾਵਨ ਸਥਾਨ ਦੀ ਜੋ ਇਸ ਇਤਿਹਾਸਕ ਜੋ ਇੱਕ ਵੱਡੀ ਸੰਸਾਰ ਭਰ ਦੇ ਇਤਿਹਾਸ ਵਿੱਚ ਵੱਡੀ ਕੁਰਬਾਨੀ ਵਾਲੇ ਵੱਡੀ ਸ਼ਹਾਦਤ ਦੇਣ ਵਾਲੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ, ਮਾਤਾ ਗੁਜਰ ਕੌਰ, ਉਹਨਾਂ ਦੇ ਪਵਿੱਤਰ ਸਥਾਨ ਦੇ ਨਜ਼ਦੀਕ ਗੁਰਮਤਿ ਵਿਦਿਆਲਾ ਜਥਾ ਰੰਧਾਵਾ ਦੀ ਸੰਸਥਾ ਜੋ ਹੈ, ਇਹਦੇ ਵਿੱਚ ਆਪਾਂ ਸਾਰੇ ਬੈਠੇ ਹੋਏ ਹਾਂ। ਆਓ ਪਿੱਛੇ 13 ਸ਼ਲੋਕ ਮਹੱਲੇ ਤੇ ਪੌੜੀਆਂ ਜਿਹੜੀਆਂ ਨੇ ਇਸ ਵਾਰ ਦੀਆਂ ਹੋ ਚੁੱਕੀਆਂ ਤੇ ਜਦੋਂ ਰਾਮਕਲੀ ਦੀ ਵਾਰ ਤੀਸਰੇ ਪਾਤਸ਼ਾਹ ਦੀ ਹੈ, ਇਹਦੇ ਵਿੱਚ ਹੁਣ ਗੁਰੂ ਨਾਨਕ ਸਾਹਿਬ ਦਾ ਸ਼ਬਦ ਆਇਆ ਹੈ। ਜਿਸ ਪ੍ਰਕਾਰ ਇਹ ਵਿਚਾਰ ਆ ਰਹੀ ਹੈ ਉਹ ਸਰਵਣ ਕਰੋ ਜੀ। ਇਸ ਸ਼ਬਦ ਦੇ ਇੱਕ ਇੱਕ ਤੁਕ ਦੇ ਵਿੱਚ ਇਤਿਹਾਸਕ ਘਟਨਾਵਾਂ ਗੁਰੂ ਸਾਹਿਬ ਨੇ ਵਰਣਨ ਕੀਤੀਆਂ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ। ਸ਼ਲੋਕ ਮਹੱਲਾ ਪਹਿਲਾ। ਤੇ ਸ਼ਲੋਕ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ। ਇਹ ਉਸ ਵੇਲੇ ਉਚਾਰਨ ਕੀਤਾ ਹੈ। ਇਹਦੀ ਉਥਾਨਕ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇਸ਼ ਦੇਸ਼ਾਂਤਰਾਂ ਦਾ ਰਟਨ ਕਰਦੇ ਹੋਏ, ਸੰਗਤਾਂ ਨੂੰ ਉਤਾਰਦੇ ਹੋਏ ਲਾਹੌਰ ਦੇ ਤੇ ਮਹਾਰਾਜ ਸਾਹਿਬ ਜੀ ਨਜ਼ਦੀਕ ਪਹੁੰਚੇ, ਲਾਹੌਰ ਪਹੁੰਚੇ। ਲਾਹੌਰ ਤੋਂ ਅੱਗੇ ਸਤਕਰਾ ਇੱਕ ਕਸਬਾ ਹੈ ਸਾਧ ਜੀ, ਉਸ ਦਾ ਨਗਰ ਜਿਹੜਾ ਹੈ ਇਹ ਸਤਕਰਾ ਨਾਮ ਦਾ। ਇਹ ਨਗਰ ਪਹਿਲਾਂ ਲਾਹੌਰ ਦੇ ਜ਼ਿਲ੍ਹੇ ਵਿੱਚ ਹੁੰਦਾ ਸੀ, ਪਰ ਬਾਅਦ ਦੇ ਵਿੱਚ ਜਦੋਂ ਜ਼ਿਲ੍ਹਿਆਂ ਦੀ ਵੰਡ ਹੋਈ ਹੈ ਇਹ ਨਗਰ ਮਿੰਟ ਗੁੰਬਰੀ ਜਿਹੜਾ ਜ਼ਿਲ੍ਹਾ ਹੈ ਉਹਦੇ ਅੰਦਰ ਆ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ, ਬੜਾ ਭਾਰੀ ਇੱਕ ਬਾਜ਼ਾਰ ਸੀ। ਬਾਜ਼ਾਰ ਦੇ ਸਾਹਮਣੇ ਇੱਕ ਵੱਡੇ ਜਿਵੇਂ ਪੁਰਾਣੇ ਸੇ ਬੋਹੜ ਜਾਂ ਪਿੱਪਲ ਆਦਿ ਖੜੇ ਹੁੰਦੇ, ਲੋਕੀ ਛਾਵਾਂ 'ਚ ਬਹਿ ਜਾਂਦੇ। ਮਹਾਰਾਜ ਸਾਹਿਬ ਜੀ ਉੱਥੇ ਉਹ ਬਿਰਛ ਦੇ ਹੇਠਾਂ ਬੈਠ ਗਏ। ਬਿਰਛ ਦੇ ਸਾਹਮਣੇ ਜਿਹੜਾ ਬਾਜ਼ਾਰ ਸੀ ਉਹਦੇ 'ਚ ਸਭ ਤੋਂ ਵੱਡਾ ਸ਼ਾਹੂਕਾਰ ਉਹਦੀ ਦੁਕਾਨ ਸੀ। ਤੇ ਜਦੋਂ ਭਾਈ ਮਰਦਾਨੇ ਨੇ ਦੇਖਿਆ ਤੇ ਮਹਾਰਾਜ ਸਾਹਿਬ ਨੂੰ ਬੈਠਿਆਂ ਪਹਿਰ ਲੰਘ ਗਿਆ, ਕਿਸੇ ਨੇ ਬੁਲਾਇਆ ਹੀ ਨਾ। ਉਹ ਸ਼ਾਹੂਕਾਰ ਦੇ ਹੇਠਾਂ ਮਖਮਲੀ ਗਦੈਲੇ ਵਿਛੇ ਹੋਇਆ, ਪਿੱਛੇ ਸਿਰਹਾਣਾ ਰੱਖਿਆ ਹੋਇਆ ਵੱਡਾ ਤਕੀਆ। ਨੌਕਰ ਚਾਕਰ ਗੁਮਸਤੇ ਕੰਮ ਕਰਦੇ ਫਿਰਦੇ ਆ ਤੇ ਬੜੇ ਅਦਬ ਨਾਲ ਸਤਿਕਾਰ ਦੇ ਨਾਲ ਉਹਦਾ ਹੁਕਮ ਮੰਨ ਰਹੇ ਆ। ਤੇ ਜਦੋਂ ਮਹਾਰਾਜ ਸਾਹਿਬ ਜੀ ਨੂੰ ਪਹਿਰ ਬਤੀਤ ਹੋ ਗਿਆ ਤੇ ਮਰਦਾਨਾ ਕਹਿਣ ਲੱਗਾ ਗਰੀਬ ਨਵਾਜ਼ ਵੀ ਦੇਖੋ, ਤੁਸੀਂ ਕਹਿੰਦੇ ਹੋ ਸਾਰਾ ਸੰਸਾਰ ਹੀ ਦੁਖੀ ਹੈ, ਪਰ ਉਹ ਸਾਹਮਣੇ ਜਿਹੜਾ ਸੇਠ ਹੈ ਇਹਦੇ ਵਰਗਾ ਤਾਂ ਸੁਖੀ ਕੋਈ ਵੀ ਨਹੀਂ ਹੋਣਾ। ਕਿੰਨੇ ਨੌਕਰ ਚੌਕਰਨ, ਕਿੱਡਾ ਵੱਡਾ ਮਹਿਲ ਹੈ, ਕਿੰਨਾ ਸੋਹਣਾ ਇਸ ਦਾ ਰਹਿਣ ਸਹਿਣ ਹੈ। ਹੁਕਮ ਮੰਨਣ ਵਾਲੇ ਨੇ ਦੇਖੋ ਸਭ ਤੋਂ ਸੁਖੀ ਹੈ, ਧਨ ਵਾਲਾ ਲੱਗਦਾ ਹੈ। ਪਰ ਦੇਖੋ ਵੀ ਆਏ ਗਏ ਕਿਸੇ ਸੰਤ ਵੱਲ ਵੀ ਨਹੀਂ ਦੇਖਦਾ, ਕਾਰੋਬਾਰ 'ਚ ਇੰਨਾ ਫਸਿਆ ਹੋਇਆ। ਸੁਖੀ ਤਾਂ ਹੈਗਾ ਪਰ ਇਹ ਸੁਖ ਨੇ ਇਹਦੀ ਮੱਤ ਮਾਰ ਦਿੱਤੀ ਲੱਗਦੀ ਹੈ ਵੀ ਤੁਸੀਂ ਇੰਨੇ ਚਿਰ ਦੇ ਬੈਠੇ ਹੋ, ਦੇਖੋ ਕੋਈ ਬਾਤ ਨਹੀਂ ਪੁੱਛੀ ਇਸ ਨੇ। ਮਾਰੇ ਕਹਿੰਦੇ ਮਰਦਾਨੇ ਇਹੋ ਜਿਹੀਆਂ ਗੱਲਾਂ ਨਹੀਂ ਸੋਚਦੀਆਂ, ਕੋਈ ਬਾਤ ਪੁੱਛਦਾ ਨਹੀਂ ਪੁੱਛਦਾ, ਨਿਰੰਕਾਰ ਦੀ ਖੁਸ਼ੀ ਲੈ। ਪਰ ਰਹੀ ਗੱਲ ਮਰਦਾਨਿਆਂ, ਜਿਹੜਾ ਤੂੰ ਕਹਿੰਦਾ ਵੀ ਇਹ ਸੁਖੀ ਹੈ, ਸੁਖੀ ਨਹੀਂ ਹੈ। ਸੰਸਾਰ ਦੇ ਸੁਖੀ ਤਾਂ ਕੇਵਲ ਨਾਮ ਜਪਣ ਵਾਲਾ ਹੀ ਹੋ ਸਕਦਾ ਹੈ, ਜਾਂ ਬ੍ਰਹਮ ਗਿਆਨ ਪ੍ਰਾਪਤ ਹੋ ਜਾਵੇ ਉਹ ਹੋ ਸਕਦਾ ਹੈ। ਨਾਮ ਜਪਣ ਤੋਂ ਬਗੈਰ ਨਹੀਂ ਕੋਈ ਸੁਖੀ ਹੋ ਸਕਦਾ। ਜਿਵੇਂ ਸੂਰਜ ਤੋਂ ਬਗੈਰ ਦਿਨ ਨਹੀਂ ਹੁੰਦਾ, ਅਗਿਆਨ ਦਾ ਅੰਧੇਰਾ ਗਿਆਨ ਤੋਂ ਬਗੈਰ ਪ੍ਰਾਪਤ ਨਹੀਂ ਹੁੰਦਾ। ਜਦੋਂ
ਗਿਆਨ ਦਾ ਚਾਨਣਾ ਪ੍ਰਾਪਤ ਹੋ ਗਿਆ ਉਦੋਂ ਸੁਖ ਪ੍ਰਾਪਤ ਹੁੰਦਾ ਹੈ। ਸੁਖ ਤਾਂ ਇੱਕ ਚਾਨਣਾ ਹੈ। ਕਹਿੰਦੇ ਮਰਦਾਨਾ ਜੀ, ਜੇ ਤੁਹਾਡੇ ਮਨ 'ਚ ਕੋਈ ਸ਼ੰਕਾ ਹੈ ਫਿਰ ਤੁਸੀਂ ਸ਼ਾਹੂਕਾਰ ਨੂੰ ਜਾ ਕੇ ਆਪ ਪੁੱਛ ਲਓ। ਕਹਿੰਦਾ ਮਹਾਰਾਜ ਮੈਨੂੰ ਭਰੋਸਾ ਹੈ ਤੁਹਾਡੇ ਤੇ, ਪਰ ਫਿਰ ਵੀ ਮੈਂ ਜਾ ਕੇ ਪੁੱਛਾਂ ਤਾਂ ਸਹੀ। ਕਹਿੰਦੇ ਹਾਂ ਪੁੱਛ ਲੈ। ਉਹ ਸਾਧ ਸੰਗਤ ਜੀ ਜਾ ਕੇ ਸ਼ਾਹੂਕਾਰ ਨੂੰ ਪੁੱਛਣ ਵਾਸਤੇ ਮਰਦਾਨਾ ਉਹਦੇ ਕੋਲ ਚਲਿਆ ਗਿਆ। ਜਾ ਕੇ ਕਹਿਣ ਲੱਗਾ, ਸੇਠ ਜੀ ਤੁਹਾਡੇ ਵਰਗਾ ਤਾਂ ਦੁਨੀਆ 'ਚ ਕੋਈ ਸੁਖੀ ਨਹੀਂ ਹੋਣਾ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ ਸ਼ਾਹੂਕਾਰ ਉਸੇ ਵੇਲੇ ਰੋਣ ਲੱਗ ਪਿਆ। ਕਹਿਣ ਲੱਗਾ, ਫਕੀਰਾ ਤੂੰ ਕਹਿੰਦਾ ਮੇਰੇ ਵਰਗਾ ਸੁਖੀ ਨਹੀਂ ਹੋਣਾ, ਮੇਰੇ ਵਰਗਾ ਤਾਂ ਦੁਖੀ ਕੋਈ ਨਹੀਂ ਹੋਣਾ ਸੰਸਾਰ 'ਚ। ਬਚਨ ਆਉਂਦੇ ਐ, ਸਰਬ ਜਗਤ ਮਹਿ ਮੋਹਿ ਸਮਾਨਾ ਔਰ ਨਾ ਕੋ ਦੁਖੀ ਮਹਾਨਾ। ਮੇਰੇ ਵਰਗਾ ਨਹੀਂ ਦੁਖੀ ਹੈ ਕੋਈ। ਮਹਾਰਾਜ ਮਰਦਾਨਾ ਜੀ ਕਹਿਣਗੇ, ਅੱਛਾ ਤੂੰ, ਮੈਂ ਤਾਂ ਸਮਝਿਆ ਸੀ ਬੜਾ ਸੁਖੀ ਹੈ। ਕਹਿੰਦਾ ਨਹੀਂ, ਤੈਨੂੰ ਭੁਲੇਖਾ ਹੈ, ਸਭ ਤੋਂ ਦੁਖੀ ਮੈਂ। ਕੋਈ ਮਾਇਆ ਦੇ ਨਾਲ ਸੁਖੀ ਨਹੀਂ ਹੋ ਜਾਂਦਾ, ਨੌਕਰ ਚੌਕਰਾਂ ਨਾਲ ਸੁਖੀ ਨਹੀਂ ਹੋ ਜਾਂਦਾ, ਲੋਕਾਂ ਦੀ ਵਡਿਆਈ ਨਾਲ ਸੁਖੀ ਨਹੀਂ ਹੋ ਜਾਂਦਾ। ਕਹਿੰਦੇ ਕਾਰਨ ਕੀ ਹੈ? ਫਿਰ ਜੇ ਤੈਨੂੰ ਕੋਈ ਐਸਾ ਦੁੱਖ ਹੈ ਤੂੰ ਮੈਨੂੰ ਨਹੀਂ ਦੱਸਣਾ ਚਾਹੁੰਦਾ, ਮੈਨੂੰ ਨਾ ਦੱਸ। ਪਰ ਉਹ ਦੇਖ ਸਾਹਮਣੇ ਬਿਰਸ਼ ਦੇਖਣਾ ਕੌਣ ਬੈਠੇ। ਕਹਿੰਦਾ ਕੌਣ ਹੈ? ਕਹਿੰਦੇ ਦੁਨੀਆ ਦੇ ਦੁੱਖ ਕੱਟਣ ਵਾਸਤੇ ਆਇਆ ਹੋਇਆ, ਇਹ ਸੁੱਖ ਵੰਡਦਾ ਫਿਰਦਾ ਹੈ। ਮੇਰਾ ਗੁਰੂ ਹੈ, ਗੁਰੂ ਨਾਨਕ ਇਹਨਾਂ ਦਾ ਨਾਮ ਹੈ। ਤੂੰ ਜੇ ਕਿਤੇ ਇਹਨਾਂ ਦੇ ਚਰਨ ਫੜ ਲਵੇਂ ਸੁਖੀ ਹੋ ਜਾਏਗਾ। ਦੁਖੀ ਬੰਦੇ ਨੂੰ ਸ਼ਰਧਾ ਹੁੰਦੀ ਹੈ, ਉਹ ਦੁੱਖਾਂ ਦੀ ਨਿਮਰਤੀ ਦੇ ਲਾਲਚ ਵਿੱਚ। ਉਹ ਤਾਂ ਨਹੀਂ ਪੁੱਛਿਆ ਮਹਾਰਾਜ ਦੀ ਬਾਤ, ਪਹਿਰ ਹੋ ਗਿਆ ਬੈਠਿਆਂ ਨੂੰ। ਜਦੋਂ ਪਤਾ ਲੱਗਿਆ ਵੀ ਮੇਰਾ ਦੁੱਖ ਕੱਟ ਸਕਦਾ ਹੈ, ਉਸੇ ਵੇਲੇ ਫੌਰੀ ਤੌਰ ਤੇ ਮਰਦਾਨੇ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆ ਗਏ। ਆ ਕੇ ਨਮਸਕਾਰ ਕੀਤੀ, ਸ਼ਰਧਾ ਦੇ ਨਾਲ ਮੱਥਾ ਟੇਕਿਆ ਤੇ ਫਿਰ ਆਪਣੇ ਦੁੱਖ ਦਾ ਰਾਗ ਅਲਾਪਣ ਲੱਗ ਪਿਆ। ਮਹਾਰਾਜ ਕਹਿੰਦੇ ਕੀ ਦੁੱਖ ਹੈ? ਇਹ ਸਾਡੇ ਸੇਵਕ ਨੂੰ ਥੋੜਾ ਜਿਹਾ ਖਿਆਲ ਸੀ ਵੀ ਤੂੰ ਸੁਖੀ ਹੈ। ਕਹਿਣ ਲੱਗਾ, ਮਹਾਰਾਜ ਮੇਰੀ ਇੱਕ ਦੁੱਖ ਦੀ ਲੰਮੀ ਕਹਾਣੀ ਹੈ, ਜੇ ਹੁਕਮ ਕਰੋ ਮੈਂ ਸੁਣਾ ਦਿਆਂ। ਕਹਿੰਦੇ ਸੁਣਾ ਦੇ। ਕਹਿੰਦਾ ਜੀ ਮੇਰੀ ਨਵ ਵਿਆਹੀ ਇਸਤਰੀ ਜਿਹਦੇ ਨਾਲ ਮੇਰਾ ਬਹੁਤ ਜ਼ਿਆਦਾ ਪ੍ਰੇਮ ਸੀ, ਉਹ ਇੱਕ ਵਾਰੀ ਬਿਮਾਰ ਹੋ ਗਈ। ਬਚਣ ਦੀ ਉਮੀਦ ਕੋਈ ਨਾ ਰਹੀ। ਮੈਂ ਉਹਦੀ ਤੰਦਰੁਸਤੀ ਦੇ ਲਈ ਬਸੇ ਹਕੀਮ ਲਿਆਂਦੇ, ਵੈਦ ਲਿਆਂਦੇ, ਸੁੱਖਾਂ ਸੁਖਣੀਆਂ, ਦਾਨ ਪੁੰਨ ਕੀਤਾ, ਪਰ ਉਹ ਠੀਕ ਨਾ ਹੋਈ। ਤੇ ਜਦੋਂ ਕੁਛ ਵੀ ਨਾ ਪੱਲੇ ਪਿਆ, ਮੈਂ ਇੱਕ ਦਿਨ ਉਹਦੇ ਕੋਲ ਬੈਠ ਕੇ ਮੇਰਾ ਰੋਣਾ ਨਿਕਲ ਗਿਆ ਤੇ ਮੈਂ ਕਿਹਾ ਵੀ ਤੇਰੇ ਬਿਨਾ ਮੇਰੀ ਜ਼ਿੰਦਗੀ ਜਿਹੜੀ ਨਰਕ ਬਣ ਜਾਏਗੀ, ਤੂੰ ਵਧੀਆ ਮੇਰਾ ਸਾਥ ਦਿੱਤਾ। ਮੇਰਾ ਮੋਹ ਬੜਾ ਸੀ, ਕਹਿੰਦਾ ਮਹਾਰਾਜ ਮੇਰੀ ਇਸਤਰੀ ਨਾਲ। ਫਿਰ ਮੇਰੀ ਇਸਤਰੀ ਕਹਿਣ ਲੱਗੀ ਕਿ ਮੇਰੇ ਵਾਸਤੇ ਤੂੰ ਕਿਉਂ ਰੋਣਾ ਹੈ? ਤੂੰ ਐਡਾ ਵੱਡਾ ਸ਼ਾਹੂਕਾਰ ਹੈ, ਧਨਵਾਨ ਹੈ, ਤੈਨੂੰ ਕਿਹੜਾ ਔਰਤਾਂ ਦਾ ਘਾਟਾ ਹੈ? ਮੇਰੇ ਮਰੇ ਤੋਂ ਬਾਅਦ ਹੋਰ ਵਿਆਹ ਕਰਾ ਲਈ। ਤਾਂ ਉਸ ਵੇਲੇ ਉਹ ਇਹ ਬਚਨ ਆਉਂਦੇ ਨੇ ਸਾਰੇ ਇਤਿਹਾਸ ਵਿੱਚ। ਕਹਿੰਦੇ ਹਿਤ ਮੇਰੇ ਕਿਉਂ ਰੋਦਨ ਠਾਨੋ, ਨਿਜ ਕੋ ਬੜਤਨ ਬਾਨ ਪਛਾਨੋ, ਮੈਂ ਮਰ ਹੋਂ ਕਰ ਵਿਆਹ ਬਹੋਰੀ, ਭੋਗੋ ਆਨ ਅੰਗ ਨਾ ਔਰੇ। ਤੈਨੂੰ ਇਸਤਰੀ ਦਾ ਘੱਟ ਹੈ, ਤੂੰ ਵਿਆਹ ਕਰਾ ਲਈ, ਆਪਣੇ ਸੁਖ ਭੋਗ। ਕਹਿੰਦਾ ਗਰੀਬ ਨਵਾਜ਼, ਇਹ ਗੁਰੂ ਨਾਨਕ ਸਾਹਿਬ ਨੂੰ ਸੁਣਾ ਰਿਹਾ ਹੈ। ਸ੍ਰੀ ਨਾਨਕ ਪ੍ਰਕਾਸ਼ ਸਾਰਾ ਪ੍ਰਸੰਗ ਆਉਂਦਾ ਹੈ। ਤੂੰ ਉਹਦੇ ਨਾਲ ਆਪਣਾ ਸੁਖ ਆਨੰਦ ਭੋਗੇਗਾ, ਫਿਰ ਮੈਨੂੰ ਤਾਂ ਕਦੇ ਯਾਦ ਵੀ ਨਹੀਂ ਕਰੇਗਾ। ਕਹਿੰਦਾ ਮੈਂ ਕਿਹਾ ਤੇਰੇ ਬਗੈਰ ਮੈਂ ਸ਼ਾਦੀ ਨਹੀਂ ਕਰਾਉਣੀ ਹੋਰ। ਤੂੰ ਜਿਉਂਦੀ ਰਹੇਗੀ ਸੁਖ ਭੋਗਾਂਗਾ, ਨਹੀਂ ਤਾਂ ਫਿਰ ਮੈਂ ਮਰਨ ਤੱਕ ਵੀ ਮੈਂ ਆਪਣਾ ਮਨ ਬਣਾਇਆ ਵੀ ਮੈਂ ਜਿਉਂਦਾ ਨਹੀਂ ਰਹਿਣਾ ਤੇ ਤੋਂ ਬਿਨਾਂ। ਇੰਨਾ ਮੋਹ ਸੀ ਇਸਤਰੀ ਦੇ ਨਾਲੋਂ। ਤੇ ਬਚਨ ਆਉਂਦੇ ਨੇ, ਬਿਲਸ ਬਿਲਾਸਨ ਹੈ ਅਹਲਾਦੂ, ਮੁਝੇ ਵਿਸਾਰੈ ਕਰੇ ਨਾ ਜਾਦੂ। ਇਸਤਰੀ ਨੇ ਕਿਹਾ ਸੀ ਤੂੰ ਮੈਨੂੰ ਤਾਂ ਕਦੇ ਯਾਦ ਵੀ ਨਹੀਂ ਕਰੇਗਾ। ਮਾਂ ਭਾਖੋ ਸੁਣੀਐ ਪ੍ਰੈ ਮੋਰੀ, ਤੁਝ ਬਿਨ ਮੋਹੇ ਨਾ ਭਾਵੈ ਔਰੀ, ਤੁਝ ਬਿਨ ਮੋਹੇ ਨਾ ਭਾਵੈ ਔਰੀ। ਤੂੰ ਜੀਵ ਹੈ ਤੇ ਕਰੋ ਬਿਲਾਸਾ, ਨਤ ਮੈਂ ਤਜੋ ਜੀਵਨ ਕੀ ਆਸਾ। ਪ੍ਰਾਨ ਸਮਾਨ ਮੋਹੇ ਕੋ ਪਿਆਰੀ, ਤੁਝ ਬਿਨ ਕਸ ਬਿਲਸੋ ਬਿਬਨਾਰੀ। ਕਹਿੰਦਾ ਮੈਂ ਉਹਨੂੰ ਕਿਹਾ ਵੀ ਐਸਾ ਨਹੀਂ ਹੋ ਸਕਦਾ,
ਇਹ ਸੁਣ ਕੇ ਮੇਰੇ ਘਰ ਵਾਲੀ ਨੇ ਤਰਕ ਮਾਰੀ, ਕਹਿੰਦੇ ਜਿਉਂਦਿਆਂ ਦੀਆਂ ਗੱਲਾਂ ਹੁੰਦੀਆਂ ਨੇ, ਮਰਨ ਤੋਂ ਬਾਅਦ ਕਿਹੜਾ ਪੁੱਛਦਾ ਹੈ, ਮੈਂ ਕਿਹੜਾ ਤੈਨੂੰ ਦੇਖਣ ਆਉਣਾ ਹੈ ਵੀ ਤੂੰ ਵਿਆਹ ਹੋਰ ਕਰਾ ਲਿਆ ਜਾਂ ਨਹੀਂ ਕਰਾ ਲਿਆ। ਇਹ ਐਵੇਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਮਰਦਾਂ ਦੀਆਂ। ਕਹਿੰਦਾ ਮਹਾਰਾਜ ਮੈਂ ਉਹਨੂੰ ਯਕੀਨ ਦਿਵਾਉਣ ਵਾਸਤੇ ਮੈਂ ਉਹਦੇ ਮੋਹ ਦੇ ਭਾਵਨਾ ਦੇ ਵੇਗ ਵਿੱਚ ਐਸਾ ਮੇਰਾ ਮਨ ਰੁੜਿਆ, ਕਹਿੰਦਾ ਮੈਂ ਛੁਰੀ ਚੱਕੀ ਤੇ ਮੈਂ ਆਪਣਾ ਗੁਪਤ ਇੰਦਰਾ ਕੱਟ ਕੇ ਭਗਾ ਕੇ ਮਾਰਿਆ ਵੀ ਹੁਣ ਤਾਂ ਯਕੀਨ ਹੈ ਤੈਨੂੰ। ਕਹਿੰਦਾ ਜੀ ਮੇਰਾ ਖੂਨ ਬਹਿ ਤੁਰਿਆ, ਵੈਦਾਂ ਹਕੀਮਾਂ ਨੂੰ ਬੁਲਾਇਆ, ਕਮਜ਼ੋਰੀ ਆ ਗਈ ਸਰੀਰ ਵਿੱਚ, ਹੌਲੀ ਹੌਲੀ ਮੇਰਾ ਜ਼ਖਮ ਠੀਕ ਹੋ ਗਿਆ ਤੇ ਉਧਰ ਦੇਵਨੇਤ ਕਹਿੰਦਾ ਮੇਰੇ ਘਰ ਵਾਲੀ ਵੀ ਠੀਕ ਹੋ ਗਈ। ਜਦੋਂ ਠੀਕ ਹੋ ਗਈ, ਕਿਉਂਕਿ ਵੈਦਾਂ ਹਕੀਮਾਂ ਦੇ ਜੜੀਆਂ ਬੂਟੀਆਂ 'ਚ ਬੜੀਆਂ ਤਾਕਤਾਂ ਹੁੰਦੀਆਂ ਸੀ, ਕਹਿੰਦੇ ਜਦੋਂ ਤੰਦਰੁਸਤ ਹੋ ਗਈ ਉਹਨੇ ਆਪਣੀ ਵਾਸ਼ਨਾ ਜ਼ਾਹਰ ਕਰੀ। ਮੈਂ ਉਹਨੂੰ ਕਿਹਾ ਭਲੀਏ ਤੇਰੇ ਵਾਸਤੇ ਤਾਂ ਮੈਂ ਆਪਣਾ ਅੰਗ ਪ੍ਰਤੰਗ ਗਵਾ ਚੁੱਕਾ ਵੀ ਹੁਣ ਤੂੰ ਵਾਸ਼ਨਾ ਤੋਂ ਰਹਿਤ ਹੋ ਜਾ। ਉਹਨੇ ਕਿਹਾ ਵੀ ਮੇਰਾ ਨਹੀਂ ਸਰਦਾ। ਉਹਨੇ ਮਹਾਰਾਜ ਮੇਰੇ ਦੇਖਦੇ ਦੇਖਦੇ ਦੂਸਰੇ ਮਰਦਾਂ ਨਾਲ ਸੰਬੰਧ ਬਣਾ ਲਿਆ। ਉਹ ਮਹਾਰਾਜ ਪਰਾਏ ਪੁਰਖਾਂ ਨੂੰ ਮੇਰੇ ਘਰ ਬੁਲਾ ਕੇ ਵਿਚਾਰ ਕਰਦੀ, ਮੈਂ ਬੋਲਣ ਜੋਗਾ ਨਾ ਰਿਹਾ। ਇਹ ਦੁੱਖ ਨੂੰ ਦੇਖ ਦੇਖ ਕੇ ਰੋਜ਼ ਮਰਦਾ, ਇੱਕੋ ਵਾਰੀ ਮਰ ਜਾਂਦਾ ਚੰਗਾ ਹੁੰਦਾ ਵੀ ਮੈਂ ਜਿਹਦੇ ਵਾਸਤੇ ਤੇ ਮੈਂ ਆਪਣਾ ਅੰਗ ਪ੍ਰਤੰਗ ਕੱਟ ਲਿਆ, ਅੱਜ ਉਹ ਮੇਰੀ ਇਸਤਰੀ ਮੇਰੀ ਨਾ ਰਹੀ। ਇਹ ਸੰਸਾਰ ਕੈਸਾ ਹੈ। ਇੱਥੋਂ ਸਿੱਖਿਆ ਮਿਲਦੀ ਹੈ, ਪੁਰਾਣਾ ਪਰਾਇਆ ਮਰਦ ਜਾਂ ਪਰਾਈ ਔਰਤ ਤਾਂ ਤੇਰੀ ਕੀ ਬਣ ਜੂਗੀ ਐ ਜੀਵ। ਇਹ ਤਾਂ ਕਈ ਵਾਰ ਆਪਣੀਆਂ ਵਿਆਹੁਤਾ ਇਸਤਰੀਆਂ ਵੀ ਐਸੇ ਹੋ ਜਾਂਦੇ ਨੇ, ਐਸੇ ਮਰਦ ਹੋ ਜਾਂਦੇ। ਉਹ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਇਹ ਸਾਰਾ ਪ੍ਰਸੰਗ ਹੈ। ਚਿੰਤਾ ਤੁਰ ਦੁਖ ਮਹਿ ਦਿਨ ਰਹਿਣਾ, ਮੋਹ ਸੋ ਦੁਖੀ ਅਵਰ ਕੋ ਹੈ ਨਾ। ਮਹਾਰਾਜ ਮੇਰੇ ਵਰਗਾ ਦੁਖੀ ਕੋਈ ਨਹੀਂ ਹੈ। ਸਾਹੂਕਾਰ ਦੀ ਸਾਰੀ ਵਾਰਤਾ ਸੁਣੀ। ਦਰਖਤ ਦੇ ਹੇਠ ਬੈਠੇ ਨੇ, ਦੁਕਾਨ ਦੇ ਸਾਹਮਣੇ ਬੈਠੇ ਨੇ, ਨੌਕਰ ਚਾਕਰ ਦੇਖ ਰਹੇ ਨੇ ਵੀ ਸਾਡਾ ਸੇਠ ਜਿਹੜਾ ਹੈ ਅੱਜ ਪਹਿਲੀ ਵਾਰ ਕਿਸੇ ਸੰਤ ਦੇ ਕੋਲ ਗਿਆ। ਤੇ ਮਹਾਰਾਜ ਸਾਹਿਬ ਜੀ ਨੂੰ ਫਿਰ ਉਪਦੇਸ਼ ਦੇਣ ਲੱਗੇ, ਕਹਿੰਦੇ ਸੇਠ ਇਹ ਸਾਰੇ ਦੁੱਖਾਂ ਦੀ ਜੜ ਜਿਹੜੀ ਹੈ ਨਾ ਅਗਿਆਨ ਹੈ। ਨਾਮ ਤੋਂ ਟੁੱਟ ਕੇ ਕੋਈ ਵੀ ਸੁਖੀ ਨਹੀਂ ਹੋ ਸਕਦਾ। ਇਸ ਕਰਕੇ ਨਾਮ ਤੋਂ ਬਿਨਾਂ ਸਾਰਾ ਸੰਸਾਰ ਦੁਖੀ ਹੈ। ਇਹ ਦਸਾਉਂਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਇਹਦੇ 'ਚ ਟੇਕ ਰੱਖੀ, ਨਾਨਕ ਦੁਖੀਆ ਸਭ ਸੰਸਾਰ, ਸੰਸਾਰ ਸਾਰਾ ਦੁਖੀ ਹੈ। ਉਹਦੇ 'ਚ ਮਹਾਰਾਜ ਫਿਰ ਦੁੱਖਾਂ ਦੀ ਕਹਾਣੀ ਉਹਨੂੰ ਸੁਣਾਉਣ ਲੱਗੇ। ਹੁਣ ਜਿਹੜੇ ਲੋਕ ਇਹ ਕਹਿੰਦੇ ਆ ਜੀ ਗੁਰਬਾਣੀ ਦੀ ਕਥਾ ਵਿੱਚ ਕਹਾਣੀਆਂ ਨਹੀਂ ਸੁਣਾਉਣੀਆਂ ਚਾਹੀਦੀਆਂ, ਸਾਖੀਆਂ ਸੁਣਾਈ ਜਾਂਦੇ ਆ ਜੀ, ਨਿਰੋਲ ਗੁਰਬਾਣੀ ਦੇ ਅਰਥ ਹੀ ਹੋਣੇ ਚਾਹੀਦੇ ਨੇ, ਗੁਰਬਾਣੀ ਦੇ ਅਰਥ ਹੋਣੇ ਚਾਹੀਦੇ ਨੇ, ਤਾਂ ਅਸੀਂ ਵੀ ਸਹਿਮਤ ਹਾਂ। ਪਰ ਜਿਹੜੇ ਅਰਥ ਦੇ ਨਾਲ ਆ ਹੁਣ ਇਸ਼ਾਰਾ ਹੈ ਗਾਹਾਂ ਤੋਂ ਆ ਰਹੀ ਹੈ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਹੈ ਵੀ ਇੰਨਾ ਕੁ ਅਰਥ ਦੇ ਨਾਲ ਕੀ ਪੱਲੇ ਪੈ ਜਾਊਗਾ, ਪਹਿਲਾਂ ਆਪਾਂ ਅਰਥ ਕਰ ਲਾਂਗੇ ਇਹਦਾ, ਦੇਖ ਲਿਓ ਵੀ ਕਿੰਨਾ ਕੁ ਪੱਲੇ ਪੈਂਦਾ। ਇਹ ਖੁੱਲ੍ਹਣਾ ਪੈਂਦਾ। ਇਸੇ ਲਈ ਖਾਲਸੇ ਨੂੰ 4 ਯੁੱਗਾਂ ਦਾ ਇਤਿਹਾਸ ਰੂਪ ਤੇ ਸ਼੍ਰੀ ਮੁਖਬਾਕ ਬਾਣੀ, ਅਕਾਲ ਗੋ ਬਾਣੀ ਵੀ ਜਿਹਦੇ ਵਿੱਚ ਹੈ, ਤੇ ਉਹ ਸ੍ਰੀ ਦਸਮ ਗ੍ਰੰਥ ਦੀ ਵਿਦਿਆ ਦਿੱਤੀ ਮਹਾਰਾਜ ਨੇ, ਉਹਦੇ 'ਚ ਸਾਰੇ ਪ੍ਰਸੰਗ ਨੇ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਹੈ ਸੇਠ ਸੁਣਨਾ ਕਰ ਤੋਂ। ਸ਼ਲੋਕ ਮਹੱਲਾ ਪਹਿਲਾ। ਕਿਉਂ ਮਹਾਰਾਜ ਸਾਹਿਬ ਜੀ ਸ਼ਲੋਕ ਸੋਹੇ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਸ਼ਬਦ ਗੁਰੂ ਨਾਨਕ ਸਾਹਿਬ ਨੇ ਬੋਲਿਆ। ਸਹੰਸਰ ਦਾਨ ਦੀ ਇੰਦਰ ਰੂ ਆਇਆ। ਹੇ ਭਾਈ ਦੇਖ, ਗੌਤਮ ਰਿਸ਼ੀ ਦੀ ਇਸਤਰੀ ਅਹਲਿਆ ਸੀ, ਉਹਦੇ ਨਾਲ ਇੰਦਰ ਮੰਦੀ ਵਾਸ਼ਨਾ ਪੂਰੀ ਕਰਨ ਵਾਸਤੇ ਆਇਆ, ਤਾਂ ਗੌਤਮ ਰਿਸ਼ੀ ਨੇ ਸਹੰਸਰ 1000 ਭਗਾਂ ਦਾ ਦਾਨ ਡੰਨ ਦਿੱਤਾ ਉਸ ਨੂੰ। ਸਹੰਸਰ ਦਾਨ, ਦਾਨ ਦੇਣ ਤੋਂ ਭਾਵ ਹੁੰਦਾ ਹੈ, ਦਾਨ ਦਾ ਅਰਥ ਡੰਨ ਸੰਪਰਦਾਇ ਕੀਤਾ ਜਾਂਦਾ ਹੈ, ਦਾਨ ਦਾ ਅਰਥ ਦੇਣਾ। ਕੀ ਦਿੱਤਾ? ਸਰਾਫ ਦਾ ਦਾਨ ਦੇ ਦਿੱਤਾ, ਕਿਉਂਕਿ ਇਹ ਵੀ ਦਾਨ ਹੈ। ਇੱਕ ਨਾ ਦੁੱਖ ਭੂਖ ਸਦਮਾਰ ਇਹ ਪੇਦਾ ਤੇਰੀ ਦਾਤਾਰ, ਜਿਵੇਂ ਦਾਤੇ ਦੀਆਂ ਦਾਤਾਂ ਵਿੱਚ ਕਿਹਾ ਦਾਨ ਦੇਣ ਤੋਂ ਭਾਵ ਹੈ ਡੰਨ ਦੇ ਦਿੱਤਾ। ਤੇ ਫਿਰ ਇੰਦਰ ਰਾਜਾ ਤੇ ਉਸ ਨੂੰ ਸਰਾਪ ਦੇ ਕੇ ਰਵਾਇਆ, ਰਵਾਉਣਾ ਕੀਤਾ ਕਿ ਤੂੰ ਮੇਰੇ ਘਰ ਵਿੱਚ ਆ ਕੇ ਵਿਵਚਾਰ ਕੀਤਾ, ਡੰਨ ਦੇਣਾ ਕੀਤਾ। ਇੰਦਰ ਫਿਰ ਰੋ ਆਇਆ, ਰੋਣੇ ਵਿੱਚ ਆ ਗਿਆ ਸੀ। ਤੇ ਹੁਣ ਦੱਸੋ ਵੀ ਇੰਨੀ ਕੁ ਗੱਲ ਸੁਣਨ ਦੇ ਨਾਲ ਕੀ ਪੱਲੇ ਪਿਆ ਵੀ ਇੰਦਰ ਕਿਵੇਂ ਰੋਇਆ, ਗੌਤਮ ਨੇ ਕਿਉਂ ਐਸਾ ਕਿਹਾ? ਸਵਾਲ ਤਾਂ ਪੈਦਾ ਹੋਏਗਾ। ਫਿਰ
ਫਿਰ ਇਹ ਬੁਝਾਰਤਾ ਉਸੇ ਤਰ੍ਹਾਂ ਰਹੇਗੀ ਨਾ। ਜੇ ਹੁਣ ਇਹਨੂੰ ਨਹੀਂ ਸਮਝਣਾ, ਅਰਥ ਹੋ ਗਿਆ, ਇਹ ਨਹੀਂ ਹੈ ਇਹਦਾ ਅਰਥ। ਇਹਦਾ ਭਾਵ ਹੈ ਸਾਧ ਸੰਗਤ ਜੀ, ਇਹਦੇ ਪਿਛੋਕੜ ਲੈਣੇ ਪੈਂਦੇ ਆ। ਅੱਜ ਇਹ ਵੀ ਧਿਆਨ ਰੱਖਣਾ, ਚਲੋ ਮੌਸਮ ਖਰਾਬ ਹੈ ਤੇ ਤਬਦੀਲ ਹੋਈ ਵੀ ਆ ਮੌਸਮ, ਤੇ ਗਰਮੀ ਜਿਹੜੀ ਆ ਉਹ ਹੈ ਨਹੀਂ, ਉਹਦੇ ਵੱਲੋਂ ਰਾਹਤ ਮਿਲੀ ਵੀ ਹੈ ਕਿਉਂਕਿ ਬਾਰਿਸ਼ ਹੋ ਰਹੀ ਹੈ। ਤੇ ਸ਼ਬਦ ਆਪਾਂ ਨੂੰ ਪੂਰਾ ਕਰਨਾ ਪੈਣਾ, ਇੱਕ ਦਿਨ 'ਚ ਕਰਨਾ ਪੈਣਾ। ਜਿੱਥੇ ਅੱਗੇ 3-3 ਅੰਗ ਹੋ ਜਾਂਦੇ ਨੇ ਤਾਂ ਸ਼ੁਕਰ ਹੋਏਗਾ ਦਾਤੇ ਦਾ ਵੀ ਇੱਕ ਸ਼ਬਦ ਜਿਹੜਾ ਸ਼ਲੋਕ ਮਹੱਲਾ ਤੇ ਪੌੜੀ ਪੂਰੀ ਹੋ ਜਾਏ, ਉਹਦੇ ਸਮਾਂ ਉੱਤੇ ਲੱਗੇਗਾ ਹੀ ਲੱਗੇਗਾ। ਮੈਨੂੰ ਐਸਾ ਜਾਪਦਾ ਹੈ ਕਿਉਂਕਿ ਕਾਹਲ ਮੈਂ ਕਰਨੀ ਨਹੀਂ ਇਹਦੇ ਵਿੱਚ, ਨਾ ਕਾਹਲ ਕਰਨ ਵਾਲਾ ਸ਼ਬਦ ਹੈ ਇਹ। ਸਮਾਂ ਉੱਤੇ ਲੱਗ ਜਾਵੇ ਕੋਈ ਬਾਤ ਨਹੀਂ ਹੋਏਗਾ। ਉਹਦੇ 'ਚ ਐਸਾ ਹੈ ਕਿ 100 ਅਸ਼ਮੇਧ ਜਗ ਕਰਕੇ ਇੰਦਰ ਪਦਵੀ ਪ੍ਰਾਪਤ ਹੁੰਦੀ ਹੈ। ਅਸ਼ਮੇਧ ਜਗ ਦੁਆਪਰ ਦੇ ਵਿੱਚ ਤੇ ਤ੍ਰੇਤੇ ਵਿੱਚ ਇੱਕ ਅਸ਼ਮੇਧ ਜਗ, ਰਾਮਾ ਅਸ਼ਮੇਧ ਜਗ ਪਹਿਲਾਂ ਕਰਨ ਵਾਸਤੇ ਰਾਮ ਜੀ ਨੇ ਘੋੜਾ ਛੱਡਿਆ ਸੀ ਅਯੁੱਧਿਆ ਤੋਂ। ਉਹ ਲਹੂ ਕਸੂ ਨੇ ਫੜ ਲਿਆ। ਮੈਂ ਕਹਾਣੀ ਲੰਮੀ ਨਹੀਂ ਕਰਨੀ ਇਹ ਕਿਉਂਕਿ ਹੋਰ ਬਹੁਤ ਕੁਝ ਪਿਆ ਕਹਿਣ ਨੂੰ। ਤਾਂ ਉਹਦਾ ਇਹ ਸੀ ਵੀ ਜਿਹੜਾ ਰਾਜਾ ਘੋੜੇ ਨੂੰ ਪਕੜ ਲਵੇ ਤਾਂ ਉਹਨੂੰ ਜਾਂ ਤਾਂ ਫਿਰ ਜੰਗ ਕਰਕੇ ਹਰਾਉਣਾ ਪੈਂਦਾ ਸੀ, ਜੇ ਈਨ ਮੰਨ ਲਵੇ ਤਾਂ ਉਹਨੂੰ ਸ਼ੈਨੀ ਭਰਨੀ ਪੈਂਦੀ। ਲਘੂ ਕੁਸ਼ ਨੇ ਘੋੜਾ ਫੜ ਲਿਆ, ਜੰਗ ਹੋਇਆ, ਸੈਨਾ ਮਾਰੀ ਗਈ, ਭਗਵਾਨ ਰਾਮ ਚੰਦਰ ਦੇ ਸਮੇਤ ਮੁਰਸ਼ਦ ਕਰ ਦਿੱਤੇ ਸਾਰੇ। ਐਡੇ ਬੜੇ ਯੋਧੇ ਸੀ ਲਹੂ ਤੇ ਕਸ਼ੂ। ਤੇ ਹਨੂਮਾਨ ਨੂੰ ਫੜ ਲਿਆਂਦਾ, ਰੱਸਿਆਂ ਦੇ ਨਾਲ ਬੰਨ੍ਹ ਲਿਆਂਦਾ। ਤੇ ਜਦ ਦੇਖਿਆ ਹਨੂਮਾਨ, ਸੀਤਾ ਰੋ ਪਈ, ਕਹਿੰਦੀ ਹਨੂਮਾਨ ਪੁੱਤਰ ਤੂੰ? ਕਹਿੰਦੇ ਮਾਤਾ ਬੰਨ੍ਹ ਲਿਆ ਮੈਨੂੰ, ਤੇਰੇ ਪੁੱਤਰ ਸੀ। ਉਹ ਕਹਿੰਦੀ ਪੁੱਤਰੋ ਤੁਸੀਂ ਮੈਨੂੰ ਵਿਧਵਾ ਬਣਾ ਦਿੱਤਾ, ਤੁਹਾਡਾ ਪਿਤਾ ਸੀ ਇਹ। ਕਹਿੰਦੇ ਮਾਤਾ ਸਾਨੂੰ ਤਾਂ ਪਤਾ ਨਹੀਂ ਸੀ। ਉਸ ਵੇਲੇ ਸੀਤਾ ਨੇ ਆਪਣੇ ਸ਼ਕਤੀ ਦੇ ਨਾਲ ਉਹ ਸਾਰੀ ਮੁਰਸ਼ਦ ਸੈਨਾ ਨੂੰ ਜਿਉਂਦਾ ਕੀਤਾ। ਇੱਕ ਜੱਗ ਕਰਨ ਦੇ ਚ ਐਡਾ ਬੜਾ ਪੌੜਾ ਖੜਾ ਹੋ ਗਿਆ ਸੀ। ਫਿਰ ਦੁਆਪਰ ਦੇ ਵਿੱਚ ਧਰਮ ਪੁੱਤਰ ਯੁਧਿਸ਼ਠਰ ਨੇ ਇਹ ਜੱਗ ਜਿਹੜਾ ਕਰਨ ਦਾ ਹੀਆਂ ਕੀਤਾ, ਉਹ ਜੱਗ ਸੰਪੂਰਨ ਹੋਣ ਚ ਨਹੀਂ ਸੌਂਦਾ, ਬਾਲਮੀਕ ਦੇ ਆਉਣ ਦੇ ਨਾਲ ਸੰਪੂਰਨ ਹੁੰਦਾ ਹੈ। ਇੱਕ ਜਗ ਦੀ ਗੱਲ ਹੈ। 100 ਜਗ ਕਰਕੇ ਇੰਦਰਪੁਰੀ ਦੀ ਪ੍ਰਾਪਤੀ ਹੁੰਦੀ ਹੈ। ਇਹ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਇਹ ਮੰਦੀ ਬਾਸ਼ਨਾ ਨੇ ਕਿੰਨੇ ਕਿੰਨੇ ਲੋਕਾਂ ਨੂੰ ਕਿੱਥੇ ਕਿੱਥੇ ਪਹੁੰਚਾ ਦਿੱਤਾ। ਮੈਂ ਆਪਣੇ ਆਪ ਨੂੰ ਵੀ ਸਮਝਾਉਣਾ ਤੇ ਤੁਹਾਨੂੰ ਵੀ ਜਿੰਨੇ ਸੁਣਦੇ, ਇਹ ਗੁਰੂ ਸਾਹਿਬ ਵੱਲੋਂ ਸਿੱਖਿਆ, ਮੇਰੇ ਵਾਸਤੇ ਵੀ ਤੁਹਾਡੇ ਵਾਸਤੇ ਵੀ। ਇਹ ਵਿਵਿਚਾਰ ਤੋਂ ਬਚਣ ਵਾਸਤੇ ਹੈ। ਅਸ਼ਮੇਧ ਜਗ 100 ਕਰਨ ਦੇ ਨੇ ਇੱਦ ਪਦਵੀ ਮਿਲਦੀ ਹੈ। ਰਾਜਾ ਨੌਖ ਹੋਇਆ ਹੈ, ਉਹਨੇ ਨੌਖ ਰਾਜੇ ਨੇ ਤੇ ਜਗ ਕੀਤਾ। ਅਸ਼ਮੇਧ ਜਗ ਜਦੋਂ 100 ਪੂਰੇ ਹੋ ਗਏ ਤਾਂ ਉਸ ਵੇਲੇ ਇੰਦਰ ਪਦਵੀ ਉਹਨੂੰ ਪ੍ਰਾਪਤ ਹੋਈ। ਇੰਦਰ ਪਦਵੀ ਤਾਂ ਪ੍ਰਾਪਤੀ ਹੋਈ ਕਿ ਆ ਇੰਦਰ ਕਰਤੂਤ ਕਰ ਬੈਠਾ ਸੀ ਤੇ ਇੰਦਰ ਉਸ ਵੇਲੇ ਸਿੰਘਾਸਨ ਸੁਣਨਾ ਪਿਆ ਸੀ। ਉਹਦੇ ਉੱਤੇ ਨੌਖ ਰਾਜਾ ਬਿਠਾ ਦਿੱਤਾ ਗਿਆ। ਤੇ ਹੁਣ ਇਹ ਨੌਖ ਰਾਜਾ ਕਹਿੰਦਾ ਵੀ ਹੋਰ ਤਾਂ ਸਭ ਠੀਕ ਹੈ, ਵੀ ਜਿਹੜੀ ਉਹਦੀ ਪਟਰਾਣੀ ਹੈ ਉਹ ਮੈਨੂੰ ਚਾਹੀਦੀ ਹੈ। ਪਟਰਾਣੀ ਨੂੰ ਸੁਨੇਹਾ ਭੇਜਿਆ ਵੀ ਹੁਣ ਰਾਜਾ ਮੈਂ, ਤੂੰ ਸਿੰਘਾਸਣ ਦੇ ਨਾਲ ਬੰਨੀ ਹੋਈ ਹੈ। ਸੱਚੀ ਸੀ ਉਹਦਾ ਨਾਮ। ਉਹਨੇ ਜਾ ਕੇ ਬ੍ਰਿਹਸਪਤ ਗੁਰੂ ਦੇ ਪੈਰ ਫੜੇ ਵੀ ਮੇਰਾ ਧਰਮ ਬਚਣਾ ਚਾਹੀਦਾ, ਮੇਰਾ ਪਤੀ ਜਿਉਂਦਾ, ਮੈਂ ਉਹਨਾਂ ਚਿਰ ਪਤੀ ਕਿਸੇ ਨੂੰ ਹੋਰ ਸਵੀਕਾਰ ਨਹੀਂ ਕਰ ਸਕਦੀ। ਉਹ ਕਹਿਣ ਲੱਗੇ ਬੇਟਾ ਇੱਕ ਕੰਮ ਕਰ, ਵੀ ਇਹ ਕਾਮੀ ਪੁਰਸ਼ ਹੈ, ਇਹਦੀ ਮੱਤ ਮਾਰੀ ਗਈ। ਕਾਮੀ ਪੁਰਸ਼ ਕਾਮ ਨਹੀਂ ਪਿਆਰੀ, ਤੂੰ ਉਹਨੂੰ ਕਹਿ ਦੇ ਵੀ ਮੈਂ ਤੇਰੇ ਨਾਲ ਸੰਬੰਧ ਕਰਨ ਨੂੰ ਤਿਆਰ ਹਾਂ, ਪਰ ਇੱਕ ਸ਼ਰਤ ਹੈ ਮੇਰੀ। ਆਖੇ ਕੀ? ਵੀ ਤੂੰ ਮੇਰੇ ਮਹਿਲਾਂ ਵਿੱਚ ਆ, 7 ਰਿਸ਼ੀ ਤੇਰੀ ਪਾਲਕੀ ਚੁੱਕ ਕੇ ਲੈ ਕੇ ਆਉਣ। ਉਹ ਕਹਿੰਦੇ ਸਾਧੂਆਂ ਦੇ ਆਦਰ ਦੇ ਨਾਲ ਰਾਜ ਸਿੰਘਾਸਨ ਮਿਲਦੇ ਨੇ, ਸਾਧੂਆਂ ਦੇ ਨਿਰਾਦਰ ਨਾਲ ਸਿੰਘਾਸਨ ਖਤਮ ਹੋ ਜਾਂਦੇ ਨੇ। ਇਹ ਜੁਗਤੀ ਉਹਨੇ ਕਹਿ ਦਿੱਤਾ। ਉਹ ਕਹਿੰਦਾ ਗੱਲੇ ਕੋਈ ਨਹੀਂ। ਉਹਨੇ 7 ਰਿਸ਼ੀ ਸੱਦ ਲਏ ਤੇ ਕਈ ਜਗ੍ਹਾ ਤਾਂ ਜੜ ਭਰਤ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਦਿਆਰਕ ਰਿਖੀ ਕਿਹਾ ਕਿ ਜਦੋਂ ਪਾਲਕੀ ਚੁੱਕੇ ਹੁਣ ਸੰਤ ਨਾਮ ਜਪਦੇ ਜਾਂਦੇ ਆ, ਹੌਲੀ ਹੌਲੀ ਤੁਰਦੇ ਆ, ਕਹਿੰਦਾ ਸਰਬ ਸਰਬ ਸੰਸਕ੍ਰਿਤ ਦੇ ਛੇਤੀ ਚਲੋ ਛੇਤੀ ਚਲੋ। ਉਹ ਰਿਸ਼ੀ ਉਸੇ ਵੇਲੇ ਛੱਡ ਕੇ ਪਾਲਕੀ ਕਹਿੰਦਾ ਕਾਮੀਆਂ ਤੂੰ ਹੀ ਸੱਪ ਬਣ ਜਾ ਕੇ। ਉਹ ਇੰਦਰਪੁਰੀ ਦਾ ਰਾਜ 100 ਸਮੇਧਿਆ ਕਰਕੇ ਪ੍ਰਾਪਤ ਹੋਇਆ ਤੇ ਸੱਪ ਬਣ ਕੇ
ਉਹਨੂੰ ਸਾਹ ਸੀ, ਇਹ ਧਰਤੀ ਦੇ ਉੱਤੇ ਡਿੱਗਣਾ ਪਿਆ, ਸੱਪ ਬਣਿਆ ਫਿਰਿਆ ਫਿਰ ਉਹ। ਇਸੇ ਦੇ ਕਾਰਨ ਹੋਇਆ ਨਾ, ਪਰਾਈ ਇਸਤਰੀ ਦੇ ਸੰਬੰਧ ਕਰਨ ਵਾਸਤੇ ਚੱਲਿਆ ਸੀ, ਸੱਪ ਦੀ ਸਾਹ ਜੀ ਉਸ ਨੂੰ ਸਰਾਪ ਹੋਇਆ ਤੇ ਧਰਤੀ ਤੇ ਡਿੱਗਿਆ। ਤੇ ਇਸ ਕਰਕੇ ਫਿਰ ਕਟਾਕਸ਼ ਤੀਰਥ ਦੇ ਉੱਤੇ ਦੱਸਦੇ ਆ ਵੀ ਇਹ ਡਿੱਗਿਆ ਤੇ ਮੁੜ ਕੇ ਫਿਰ ਪਛਤਾਉਂਦਾ ਰਿਹਾ। ਤੇ ਜਿਹੜਾ ਕਹਿਣ ਤੋਂ ਭਾਵ 100 ਸਮੇਤ ਜਗ ਕਰਨ ਤੋਂ ਇੰਦਰਪੁਰੀ ਮਿਲਦੀ ਹੈ। ਹੁਣ ਰਾਜੇ ਇੰਦਰ ਦੇ ਕੋਲ ਐਡਾ ਬੜਾ ਪੁੰਨਾਂ ਦਾ ਫਲ ਹੈ, ਤੇ ਫਿਰ ਭੈੜੀ ਦ੍ਰਿਸ਼ਟੀ ਉਸ ਦੀ ਕਿਉਂ ਹੋਈ? ਉਹ ਅਹਲਿਆ ਦੇ ਸੋਹਣੇ ਸਰੂਪ ਤੇ ਵੇਖ ਕੇ ਲਲਚਾਉਂਦਾ ਸੀ, ਕਿਉਂਕਿ ਅਹਲਿਆ ਦੇ ਅੰਦਰ ਵੀ ਇਹ ਰੁਚੀ ਸੀ ਕਿ ਮੈਂ ਇੰਦਰ ਦੇ ਨਾਲ ਮੇਰੀ ਸ਼ਾਦੀ ਹੁੰਦੀ ਸੀ। ਰਿਸ਼ੀ ਦੇ ਘਰ ਰਹਿੰਦੀ, ਪਰ ਉਹਦੀ ਅੰਦਰੋਂ ਵਾਸ਼ਨਾ, ਇਹ ਗੁਰੂ ਗੋਬਿੰਦ ਸਿੰਘ ਨੇ ਲਿਖੀ ਸਾਰੀ ਗੱਲ। ਕਹਿੰਦੇ ਵੀ ਲੋਕ ਕਹੀ ਜਾਂਦੇ ਆ ਨਾ ਵੀ ਉਹਦਾ ਬੀਬੀ ਦਾ ਕੀ ਕਸੂਰ ਸੀ। ਮਹਾਰਾਜ ਨੇ ਤਾਂ ਇੱਥੇ ਤੱਕ ਨੰਗਾ ਕੀਤਾ ਵੀ ਉਹਨੇ ਆਪਣੀ ਦਾਸੀ ਇੰਦਰ ਦੇ ਕੋਲ ਭੇਜੀ ਸੀ ਕਿ ਮੈਂ ਤੇਰੇ ਨਾਲ ਸੰਬੰਧ ਕਰਨਾ ਚਾਹੁੰਦੀ ਹਾਂ। ਮਹਾਰਾਜ ਨੇ ਪਰਦਾ ਜ਼ਾਹਰ ਕੀਤਾ ਇਹਨਾਂ ਲੋਕਾਂ ਦਾ। ਇਹ ਲੋਕ ਪ੍ਰਚਾਰਕ ਜਿਹੜੇ ਇਹ ਪਰਦਾ ਪਾਉਂਦੇ ਉਹਦੇ ਤੇ ਦੇਖੋ ਜੀ ਉਹਦਾ ਬੀਬੀ ਦਾ ਕੋਈ ਕਸੂਰ ਨਹੀਂ। ਮਹਾਰਾਜ ਕਹਿੰਦੇ ਦੋਨਾਂ ਦਾ ਕਸੂਰ ਸੀ। ਤੇ ਨਹੀਂ, ਇਹ ਕਾਰਜ ਇਹ ਹੋ ਹੀ ਨਹੀਂ ਸਕਦਾ ਵੇ ਵਿਚਾਰ, ਦੋਨਾਂ ਦੀ ਸਹਿਮਤੀ ਨਾਲ ਹੁੰਦਾ ਹੈ। ਇਹ ਐਵੇਂ ਪਖੰਡ ਹੁੰਦਾ ਬਾਅਦ ਚ ਜੀ ਮੇਰੇ ਨਾਲ ਧੱਕਾ ਹੋ ਗਿਆ ਤੇ ਮੈਨੂੰ ਪਤਾ ਹੀ ਨਹੀਂ ਸੀ, ਐ ਨਹੀਂ ਹੁੰਦਾ ਹੈ। ਤੇ ਇੰਦਰ ਰਾਜੇ ਦੇ ਉੱਤੇ ਉਹਦਾ ਵੀ ਮਨ ਸੀ। ਇੱਕ ਦਿਨ ਦੇਵਤਿਆਂ ਦੀ ਸਭਾ ਵਿੱਚ ਪੁੱਛਿਆ, ਕਹਿੰਦਾ ਵੀ ਇਹ ਦੱਸੋ ਵੀ ਸਵਰਗ ਦੀਆਂ ਪਛਰਾਂ ਦੇ ਮੇਰੇ ਕੋਲ 60 ਨੇ, ਉਹਦੇ ਵਿੱਚ ਰੰਭਾ ਇਸਤਰੀ ਹੈ, ਸੱਚੀ ਹੈ, ਕਰਤਾਚੀ ਹੈ ਤੇ ਉਰਵਸੀ ਹੈ, ਇਸ ਤਰ੍ਹਾਂ ਦੀਆਂ 60 ਨੇ। ਪਰ ਮਾਤ ਲੋਕ ਦੀ ਕੋਈ ਇਸਤਰੀ ਦੇਵਤਿਆਂ ਦੀਆਂ ਇਸਤਰੀਆਂ ਨਾਲੋਂ ਸੁੰਦਰ ਹੋਣ। ਸੂਰਜ ਦਾ ਭਵਾਨੀ ਦੇਵਤਾ ਕਹਿੰਦਾ ਵੀ ਮੇਰੇ ਤਾਂ ਸਾਹਮਣੇ ਕੋਈ ਅੱਖਾਂ ਨਹੀਂ, ਸਭ ਵਿੱਚ ਚੱਕੜਾ, ਮੈਨੂੰ ਤਾਂ ਪਤਾ ਨਹੀਂ। ਚੰਦਰਮਾ ਦਾ ਭਵਾਨੀ ਦੇਵਤਾ ਸੀ ਜਿਹੜਾ, ਉਹ ਕਹਿੰਦਾ ਹਾਂ ਵੀ ਅੱਜ ਦੁਨੀਆ ਦੇ ਚ ਗੌਤਮ ਦੇ ਘਰ ਵਾਲੀ ਸਭ ਤੋਂ ਸੁੰਦਰ ਹੈ, ਰੂਪੇ ਕਾਮੇ ਦੋਸਤੀ ਹੁੰਦੀ ਹੈ। ਉਹ ਕਹਿੰਦਾ ਤੂੰ ਮੇਰੀ ਸਹਾਇਤਾ ਕਰ। ਸੁਨੇਹਾ ਆਇਆ ਵਾ ਸੀ ਗੌਤਮ ਦੇ ਘਰ ਵਾਲੀ ਦਾ, ਉਹਦਾ ਫਿਰ ਮਨ ਲਭਾਇਮਾਨ ਹੋਇਆ, ਦੋਨਾਂ ਦੇ ਅੰਦਰ ਤੋਂ ਵਾਸ਼ਨਾ ਜਾਗੀ। ਤੇ ਫਿਰ ਇੰਦਰ ਸਾਸ ਜੀ ਚੰਦਰ ਦੇਵ ਨੂੰ ਨਾਲ ਲੈ ਕੇ ਉਹਦੀ ਮਦਦ ਵਾਸਤੇ ਅਹਲਿਆ ਨੂੰ ਮਿਲਣ ਵਾਸਤੇ ਚੱਲਿਆ। ਇਹ ਬਿਉਂਤਾਂ ਦਾ ਰਲ ਕੇ ਹੁੰਦੀਆਂ ਨੇ। ਉਹਨੇ ਦੱਸਤਾ ਵੀ ਮੇਰੇ ਘਰ ਵਾਲਾ ਇਹ ਇਸ਼ਨਾਨ ਕਰਨ ਜਾਂਦਾ, ਉਸ ਵੇਲੇ ਤੂੰ ਆ ਸਕਦਾ, ਬਾਕੀ ਦੇ ਸਮੇਂ ਦੇ ਵਿੱਚ ਤੇਰਾ ਇਹ ਸੰਬੰਧ ਨਹੀਂ ਹੋ ਸਕਦਾ। ਉਹ ਸਾਸ ਜੀ ਜਾ ਕੇ ਪਤਾ ਕੀਤਾ ਵੀ ਕੁੱਕੜ ਵਾਂਗ ਦਿੰਦਾ ਪਹਿਰ ਦੇ ਤੜਕੇ, ਉਦੋਂ ਰਿਸ਼ੀ ਨਹਾਉਣ ਜਾਂਦਾ ਹੈ। ਗੋਦਾਵਰੀ ਦੇ ਕਿਨਾਰੇ ਤੇ ਰਹਿੰਦਾ ਸੀ। ਅੱਜ ਵੀ ਉਹ ਰਿਸ਼ੀ ਦਾ ਉਸੇ ਤਰ੍ਹਾਂ ਸਥਾਨ ਸਾਸ ਸੀ ਬਣਿਆ, ਮਠ ਬਣਿਆ ਹੋਇਆ ਹੈ ਗੌਤਮ ਦਾ। ਉਹਨੂੰ ਕਹਿੰਦਾ ਮਾਇਆਵੀ ਸ਼ਕਤੀ ਨਾਲ ਕੁੱਕੜ ਬਣ ਕੇ ਉਹਨੇ ਬਾਂਗ ਦੇ ਦਿੱਤੀ। ਉਹਨੇ ਬਾਂਗ ਦਿੱਤੀ, ਰਿਸ਼ੀ ਉੱਠਿਆ, ਪਰਨਾ ਚੱਕ ਕੇ ਨਹਾਉਣ ਚਲਿਆ ਗਿਆ। ਜਦੋਂ ਜਾ ਕੇ ਗੋਦਾਵਰੀ ਦੇ ਵਿੱਚ ਨਹਾਉਣ ਦੇ ਵਾਸਤੇ ਵੜਿਆ, ਪਰਮਾਤਮਾ ਨੇ ਭਾਈ ਸੰਤਾਂ ਭਗਤਾਂ ਦੀ ਮਦਦ ਕਰਦਾ। ਆਕਾਸ਼ਬਾਣੀ ਦੁਆਰਾ ਕਹਿ ਦਿੱਤਾ, ਰਿਸ਼ੀ ਤੇਰੇ ਘਰ ਚੋਰ ਲੱਗੇ ਹੋਏ ਨੇ, ਅਜੇ ਨਹਾਉਣ ਦਾ ਵੇਲਾ ਨਹੀਂ ਹੈ, ਅੱਧੀ ਰਾਤ ਹੈ। ਉਹ ਜਦੋਂ ਆਇਆ ਤਾਂ ਅੰਜਨੀ ਉਹਦੀ ਕੁੜੀ ਸੀ, ਉਹ ਪਹਿਰੇ ਤੇ ਖੜਾਈ ਹੋਈ, ਕਿਉਂਕਿ ਮਾਵਾਂ ਧੀਆਂ ਰਲੀਆਂ ਹੋਈਆਂ ਸੀ। ਤੇ ਜਿਸ ਵੇਲੇ ਉਹ ਆਇਆ, ਹੁਣ ਸਾਰ ਪੁੱਛਿਆ, ਕਹਿੰਦਾ ਬੇਟੀ ਅੰਦਰ ਕੌਣ ਹੈ? ਕਹਿੰਦੀ ਮਾਂ-ਜ਼ਾਰ। ਮਾਂ-ਜ਼ਾਰ ਦੇ ਅਰਥ ਇੱਕ ਤਾਂ ਮਾਂ ਦਾ ਮਿੱਤਰ ਹੋ ਗਿਆ, ਮਾਂ ਦਾ ਯਾਰ, ਮਾਂ-ਜ਼ਾਰ। ਇੱਕ ਮਾਂ-ਜ਼ਾਰ ਦਾ ਅਰਥ ਹੈ ਬਿੱਲਾ। ਅੰਦਰ ਫਿਰ ਜਦੋਂ ਉਹਨੇ ਖੜਕਾਰ ਸੁਣਿਆ, ਉਹ ਵਿਵਿਚਾਰ ਕਰਕੇ ਬਿੱਲਾ ਬਣ ਕੇ ਬਾਹਰ ਨਿਕਲਣ ਲੱਗਿਆ ਮਾਇਆਵੀ ਸ਼ਕਤੀ ਨਾਲ। ਉਹਨੇ ਮਾਰਿਆ ਸਾਸ ਜੀ। ਉਸ ਵੇਲੇ ਪਹਿਲਾਂ ਤਾਂ ਜਿਹੜਾ ਕੁੱਕੜ ਬਣਿਆ ਸੀ ਇਹਦੇ ਪਰਨਾ ਮਾਰਿਆ, ਸਰਾਫ ਇਹਨੂੰ ਦਿੱਤਾ ਤੇ ਖਈ ਰੋਗ ਹੋਇਆ ਉਹਨੂੰ, ਤੂੰ ਵੱਧਾ ਕੱਢਦਾ ਰਹੇ। ਤੇ ਇੰਦਰ ਨੂੰ ਕਹਿਣ ਲੱਗੇ ਜਿਵੇਂ ਚਿਤਮ ਚਿਤਾ ਤੇਰੇ ਆਸਰੀਤ, ਕਹਿੰਦੇ ਤੂੰ ਬਿੱਲਾ ਬਣਿਆ, ਜਾਂ ਤੇਰੇ ਸਰੀਰ ਦੇ ਉੱਤੇ ਤੂੰ ਇੱਕ ਭਗ ਚਿੰਨ ਦੇ ਕਾਰਨ ਇੱਥੇ ਆਇਆ, ਤੇਰੇ ਸਰੀਰ ਤੇ 1000 ਹੋ ਜਾਏ, ਤੂੰ ਲੋਕਾਂ ਨੂੰ ਮੂੰਹ ਦਿਖਾਉਣਾ ਲੋਗਾ ਜਾ ਨਾ ਰਹੇ, ਗੁਪਤ ਅੰਗ ਲੁਕੋ ਕੇ ਰੱਖੀ ਦੇ, ਤੇਰੇ ਸਰੀਰ ਤੇ ਹੋ ਜਾਏ। ਬਸ ਫਿਰ ਐਸਾ ਹੋਇਆ। ਇਹ ਸਰਾਪ ਲੈ ਕੇ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਹਦੇ ਬਾਰੇ ਲਿਖਿਆ। ਭਾਈ ਸੰਤੋਖ ਸਿੰਘ ਲਿਖਦੇ ਨੇ, ਰਿਸ਼ੀ ਨੇ ਸਰਾਪ ਕੀ ਦਿੱਤਾ, ਇੱਕ ਪਗ ਕਾਰਨ ਏਠਾਂ ਆਇਓ, ਨਹੀਂ ਰਿਖਨ ਤੇ ਨੈਕ ਡਰਾਇਓ। ਤੂੰ ਰਿਸ਼ੀਆਂ ਤੋਂ ਨਾ ਡਰਿਆ। ਭਾਗ ਸਹਾਂਸਰ ਹੋਵਹਿ ਤਨ ਤੇਰੇ, ਭਇਓ ਸਰਾਪ ਨਹਿ ਜਾਵਹਿ ਡੇਰੇ। ਇਹੋ ਜਿਹਾ ਸਰਾਪ ਤੂੰ ਇੰਦਰਪੁਰੀ ਚ ਵੜਨ ਜੋਗਾ ਨਹੀਂ ਰਹੇਗਾ।
ਇੰਦਰਪੁਰੀ ਤਾਂ ਇੱਕ ਪਾਸੇ ਰਹੀ, ਤੂੰ ਲੋਕਾਂ 'ਚ ਨਹੀਂ ਵਿਚਰ ਸਕੇਗਾ ਅੱਜ ਤੋਂ ਬਾਅਦ। ਅਤ ਕਰੂਪ ਤੇ ਬਨਾ ਸਰੀਰਾ, ਜਸ ਅਗ ਤਸ ਫਲ ਪਾਏ ਅਧੀਰਾ। ਜਿਹਾ ਜਿਹਾ ਪਾਪ ਕੀਤਾ ਕਰੂਪ ਹੋ ਗਿਆ ਤੇ ਫਿਰ ਉਹਦਾ ਫਲ ਪਾ ਲਿਆ। ਇਉਂ ਇੰਦਰ 1000 ਭਗਾਂ ਦਾ ਦਾਨ ਲੈ ਕੇ ਸਹੰਸਰ ਦਾਨ ਦੇ ਇੰਦਰ ਰੋਇਆ। ਐ ਰੋਇਆ ਸੀ ਭਾਈ, ਡਰਦਾ ਮਾਰਿਆ ਹੋਇਆ। ਸਰੋਵਰ ਦੇ ਕਮਲਾਂ ਦੀ ਬਗੀਚੀ ਲੋਕੇ ਬੈਠਿਆ। ਉਸ ਵੇਲੇ ਇੰਦਰਪੁਰੀ ਸੁਣਨੀ ਹੋਈ ਤਾਂ ਉਸ ਵੇਲੇ ਨੌਖ ਰਾਜੇ ਨੂੰ ਰਾਜ ਦਿੱਤਾ, ਜਿਹੜੀ ਪਹਿਲਾਂ ਕਹਾਣੀ ਸੁਣੀ ਹੈ। ਤੇ ਜਿਸ ਵੇਲੇ ਨੌਖ ਰਾਜਾ ਰਿਸ਼ੀਆਂ ਦੇ ਸਰਾਪ ਕਰਕੇ ਧਰਤੀ ਤੇ ਡਿੱਗਾ, ਦੇਵਤੇ ਕਹਿਣ ਲੱਗੇ ਜੀ ਸਿੰਘਾਸਨ ਸੁੰਨਾ ਹੋ ਗਿਆ। ਫਿਰ ਉਸ ਵੇਲੇ ਬ੍ਰਿਹਸਪਤ ਕਮਲਾਂ ਦੀ ਬਗੀਚੀ, ਮਾਨ ਸਰੋਵਰ ਕਮਲਾਂ ਦੀ ਬਗੀਚੀ 'ਚ ਲੁਕਿਆ ਬੈਠਾ ਸੀ। ਇਹ ਸ਼ਿਵ ਜੀ ਨੂੰ ਪਤਾ ਲੱਗ ਗਿਆ। ਉਹਦੇ ਸਰਾਣੇ ਖੜ ਕੇ ਡੋਰੂ ਵਜਾ ਕੇ ਉਹਦਾ ਮਜ਼ਾਕ ਉਡਾਇਆ। ਕਹਿੰਦਾ, ਓਏ ਇੰਦਰ, ਜਿੱਦਣ ਮੋਹਣੀ ਅਵਤਾਰ ਕਰਕੇ ਮੈਂ ਬੇਪਤ ਹੋਇਆ ਸੀ, ਤੂੰ ਮੇਰਾ ਮਖੌਲ ਉਡਾਇਆ ਸੀ। ਹੁਣ ਦੱਸ ਤੇਰਾ ਕੀ ਹਾਲ ਹੈ, ਨਿਕਲ ਬਾਹਰ। ਮੈਂ ਤਾਂ ਬਾਹਰ ਫਿਰਦਾ ਸੀ, ਤੂੰ ਤਾਂ ਬਾਹਰ ਨਿਕਲ ਜੋਗਾ ਨਾ ਰਿਹਾ। ਫਿਰ ਇੰਦਰ ਰੋਇਆ, ਇੰਦਰ ਰੁਆਇਆ, ਰੁਆ ਦਿੱਤਾ ਸ਼ਿਵ ਜੀ ਨੇ ਆ ਕੇ। ਤੇ ਉਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਗੌਤਮ ਨਾਰ ਅਹਲਿਆ ਤਿਸ ਨੂੰ ਦੇਖ ਇੰਦਰ ਲੋਭਾਣਾ, ਪਰ ਕਰ ਜਾਏ ਸਰਾਫ ਲੈ ਹੋਏ ਸਹਿਸ ਪਗ ਪਛੋਤਾਣਾ। ਸੁਣਿਆ ਹੋਆ ਇੰਦਰ ਲੋਕ ਲੁਕਿਆ ਸਰਵਰ ਮਨ ਸਰਮਾਣਾ। ਸਹਿਸ ਪਗੋਂ ਲੋਇਣ ਸਹਿਸ ਲੈਂਦੋ ਹੀ ਇੰਦਰਪੁਰੀ ਸਿਧਾਣਾ। ਸਤੀ ਸਤੋਂ ਟਲ ਸਿਲਾ ਹੋਏ ਨਦੀ ਕਿਨਾਰੇ ਬਾਜ ਪੁਰਾਣਾ। ਰਗਵਤ ਚਰਨ ਸੁਹੰਦਿਆਂ ਚਲੀ ਸੁਰਗਪੁਰ ਸਣੇ ਬਿਬਾਣਾ। ਭਗਤ ਵਚਲ ਪਲੇ ਆਈ ਹੋਂ ਪਤਦ ਉਦਾਰਨ ਪਾਪ ਕਮਾਣਾ। ਗੁਣ ਨੂੰ ਗੁਣ ਸਭ ਕੋ ਕਰੈ ਔਗੁਣ ਕੀਤੇ ਗੁਣ ਤਿਸ ਜਾਣਾ। ਅਵਗਤ ਗਤ ਕਿਆ ਆਖ ਵਖਾਣਾ। ਉਹਨੇ ਫਿਰ ਸਾਧ ਸੰਜੀ ਜਦੋਂ ਸਰਾਫ ਦੇ ਦਿੱਤਾ ਇੰਦਰ ਦਾ ਤਾਂ ਇਹ ਹਾਲ ਹੋ ਗਿਆ। ਫਿਰ ਅੰਜਨੀ ਨੂੰ ਵੀ ਸਰਾਫ ਦਿੱਤਾ, ਉਹ ਵੀ ਪੂਰਾ ਹੋਇਆ। ਹਨੂਮਾਨ ਦਾ ਜਨਮ ਵੀ ਇਸੇ ਤਰ੍ਹਾਂ। ਸਾਧ ਸੰਜੀ ਬੜੇ ਅਟਪਟੇ ਪ੍ਰਸੰਗ ਨੇ, ਇਹ ਕਹਿਣ ਸੁਣਨ ਨੂੰ ਵੀ ਕੋਈ ਜੀ ਨਹੀਂ ਕਰਦਾ ਹੈ। ਤੇ ਉਹਦੇ ਵੀ ਕੁਆਰੀ ਦੇ ਪੇਟੋਂ ਸਾਧ ਸੰਜੀ ਹਨੂਮਾਨ ਦਾ ਜਨਮ ਹੋਇਆ। ਤੇ ਜਤ ਸਤ ਵੀ ਭਾਵੇਂ ਉਹਦਾ ਕਾਇਮ ਰਿਹਾ, ਕਿਸ ਢੰਗ ਦੇ ਨਾਲ ਹੋਇਆ, ਜਿਵੇਂ ਨਾਸਕੇਤ ਦਾ ਨਾਸਾਂ ਤੋਂ ਹੋਇਆ, ਇਤਿਆਦ ਹੋਇਆ। ਫਿਰ ਇਹਨੇ ਚਰਨ ਫੜ ਲਏ, ਕਹਿਣ ਲੱਗੇ, ਹੇ ਪਤੀ, ਗਲਤੀ ਮੇਰੇ ਤੋਂ ਗਈ ਹੋ। ਸਰਾਪ ਤਾਂ ਬਿਨਾਂ ਗਲਤੀ ਤੋਂ ਦੇਣਾ ਹੀ ਨਹੀਂ ਸੀ ਉਹਨੇ। ਠੀਕ ਹੈ, ਮੇਰਾ ਵੀ ਮਨ ਉਹਦੇ ਤੇ ਆਇਆ, ਪਰ ਮੈਂ ਤੇਰੀ ਪਤਨੀ ਆ, ਮੇਰੇ ਤੋਂ ਗਲਤੀ ਹੋ ਗਈ। ਹੁਣ ਮੈਂ, ਉਹਨੇ ਕਹਿਤਾ ਤੂੰ ਪੱਥਰ ਬਣ, ਰਿਸ਼ੀਆਂ ਦੇ ਘਰ ਰਹਿ ਕੇ ਤੇਰੀ ਮਾਸ਼ਨਾ ਨਾ ਮਰੀ। ਕਹਿੰਦੀ ਜੀ ਫਿਰ ਹੁਣ ਇੰਨਾ ਕੁ ਤਾਂ ਕਿਰਪਾ ਕਰ ਦਿਓ ਵੀ ਸਰਾਪ ਸੀਮਤ ਤਾਂ ਕਰ ਦੋ, ਰਹਿੰਦੀ ਦੁਨੀਆ ਤੱਕ ਮੈਂ ਪੱਥਰ ਬਣ ਕੇ ਰਹੂੰ, ਚਰਨ ਨਾ ਛੱਡੇ। ਕਹਿੰਦੇ ਚੰਗਾ, ਹੁਣ ਤੂੰ ਸ਼ਰਨਾਗਤ ਹੋ ਗਈ ਹੈ, ਜਾਂ ਫਿਰ ਰਾਮਚੰਦਰ ਜੀ ਆਉਣਗੇ ਤ੍ਰੇਤੇ ਵਿੱਚ, ਉਹਨਾਂ ਦੇ ਚਰਨ ਲੱਗ ਕੇ ਤੇਰਾ ਭਲਾ ਹੋ ਜਾਊਗਾ, ਮੁਕਤ ਹੋ ਜਾਏਗੀ। ਕਹਿੰਦੇ ਜੀ ਹੁਣ ਸਤਯੁਗ ਚੱਲਦਾ ਹੈ, ਫਿਰ ਦੁਆਪਰ ਆਊਗਾ, ਫਿਰ ਤ੍ਰੇਤਾ ਤੀਸਰੇ ਨੰਬਰ ਤੇ ਹੁੰਦਾ, ਤ੍ਰੇਤਾ ਤੀਸਰੇ ਨੰਬਰ ਤੇ, ਕਲਯੁਗ ਚੌਥੇ ਨੰਬਰ ਤੇ। ਕਹਿੰਦਾ ਚੱਲ ਤੇਰੇ ਵਾਸਤੇ ਇੰਨਾ ਕਰਦੇ ਨੇ। ਯੁੱਗ ਬਦਲਿਆ, ਫਿਰ ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨੇ ਛੂਟੇ ਮੋਹੇ, ਯੁੱਗ ਬਦਲ ਦਿੱਤਾ। ਕਹਿੰਦੇ ਹੁਣ ਤ੍ਰੇਤੇ ਹੀ ਆਊਗਾ। ਪਹਿਲਾਂ ਰਾਮਚੰਦਰ ਜੀ ਆਏ, ਤੇ ਜਿਸ ਵੇਲੇ ਰਾਮਚੰਦਰ ਜੀ ਦੇ ਚਰਨ ਲੱਗੇ ਤੇ ਉਸੇ ਵੇਲੇ ਫਿਰ ਸ਼ਿਲਾ ਨਿਸਤਰੀ, ਉਹਦੇ ਵਿੱਚੋਂ ਇਹ ਅਹਲਿਆ ਦਾ ਉਧਾਰ ਹੋਇਆ। ਸਵਰਗ ਦੇ ਵਿੱਚ ਜਾ ਕੇ ਫਿਰ ਇਹ ਮਿਲ ਗਈ ਸੀ। ਅਸਲ ਦੇ ਵਿੱਚ ਇਹਦੀ ਕਹਾਣੀ ਇੱਕ ਹੋਰ ਵੀ ਸੀ। ਉਹ ਕਹਾਣੀ ਇਹ ਹੈ ਕਿ ਜਿਹੜੀ ਉਰਵਸੀ ਸੀ, ਇਹਨੂੰ ਕੋਈ ਸਰਾਪ ਹੋਇਆ, ਰਿਸ਼ੀਆਂ ਦਾ ਸਤ ਭੰਗ ਕਰਨ ਲਈ ਆਈ ਸੀ, ਰਿਸ਼ੀ ਨਾਲ ਸੰਬੰਧ ਹੋਇਆ, ਇਹਦੀ ਕੁੱਖ ਤੋਂ ਬੇਟੀ ਜੰਮੀ। ਪੂਰੇ ਸੰਸਾਰ ਦੀ ਸੁੰਦਰਤਾ ਉਹਦੇ ਕੋਲ ਸੀ। ਉਹਦਾ ਨਾਮ ਰੱਖਿਆ ਗਿਆ ਸੀ ਅਹਲਿਆ। ਉਹ ਅਹਲਿਆ ਜੀ ਹੁਣ ਤੇ ਮਾਂਵਾਰੀ ਹੋਣ ਕਰਕੇ ਪਿਤਾ ਉਹਦਾ ਨਾਂ ਰਿਹਾ। ਉਹ ਨਿੱਕੀ ਬੱਚੀ ਜਿਹੜੀ ਸੀ ਰਿਸ਼ੀਆਂ ਨੇ ਗੌਤਮ ਨੂੰ ਦਿੱਤੀ ਵੀ ਤੂੰ ਪਾਲ। ਇਹ ਗੌਤਮ ਨੇ ਪਾਲੀ ਸੀ। ਜਦੋਂ ਜਵਾਨ ਹੋ ਗਈ ਨੇ ਰਿਸ਼ੀਆਂ ਦੀ ਸਭਾ ਬੁਲਾਈ ਕਿ ਰਿਸ਼ੀਓ ਮੈਂ ਇਹਨੂੰ ਪਾਲ ਦਿੱਤਾ, ਜਵਾਨ ਹੋ ਗਈ, ਵੀ ਹੁਣ ਇਹਦਾ ਮੇਰੇ ਕੋਲ ਰਹਿਣਾ ਠੀਕ ਨਹੀਂ ਹੈ, ਤੁਸੀਂ ਦੱਸੋ ਹੁਣ ਕੀ ਕਰਨਾ। ਰਿਸ਼ੀ ਕਹਿੰਦੇ ਤੈਂ ਪਾਲੀਆ, ਤੇਰਾ ਹੀ ਵਿਆਹ ਕਰਦੇ ਆ ਇਹਦੇ ਨਾਲ। ਐ ਰਿਸ਼ੀਆਂ ਨੇ ਗੌਤਮ ਰਿਸ਼ੀ ਦਾ ਅਹਲਿਆ ਦੇ ਨਾਲ ਐ ਵਿਆਹ ਕੀਤਾ ਸੀ ਭਾਈ। ਤੇ ਉਹਦੇ ਮਨ ਦੇ ਵਿੱਚ ਸੀ ਵੀ ਮੈਂ ਇੰਦਰ ਨਾਲ ਵਿਆਹ ਕਰਾਵਾਂ। ਉਹ ਬਾਸ਼ਨਾ ਸੀ ਜਿਹੜੀ, ਕਿਉਂਕਿ ਉਹਦੀ ਮਾਂ ਸਵਰਗ ਤੋਂ ਹੀ ਸੀ, ਉਰਵਸੀ ਉੱਥੇ ਦੀ ਹੈ।
ਤੇ ਮਾਂ ਸੋਹਣੀ ਸੀ, ਧੀ ਵੀ ਸੋਹਣੀ, ਇਸ ਕਰਕੇ ਇਹਦੇ ਮਨ ਦੇ ਵਿੱਚ ਉਹ ਵਾਸ਼ਨਾ ਲੁਕੀ ਰਹੀ। ਉਹਦੇ ਕਾਰਨ ਇੰਦਰ ਨਾਲ ਇਹਦਾ ਐਸਾ ਸੰਬੰਧ ਹੋਇਆ ਤੇ ਫਿਰ ਇੰਦਰ ਨੂੰ ਇਹ ਰੋਣਾ ਪਿਆ ਹੋਇਆ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਹੇ ਸੇਠ, ਇੰਦਰ ਵਰਗੇ ਰੋਏ ਤੇ ਰਾਜਾ ਨੌਖ ਵਰਗੇ ਸੱਪ ਬਣ ਕੇ ਸੁਹਾਸਨ ਤੋਂ ਡਿਗੇ, ਤੇ ਤੂੰ ਕਿਹਦਾ ਵਿਚਾਰ ਹੈ? ਦੇ ਤੈਨੂੰ ਦੁੱਖ ਮਿਲ ਗਿਆ, ਭਾਣਾ ਮਨ ਤੂੰ। ਐ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਅੱਗੇ ਫਿਰ ਹੁਣ ਹੋਰ ਪ੍ਰਸੰਗ ਦੱਸਦੇ ਹਨ। ਪਰਸਰਾਮ ਰੂਐ ਘਰ ਆਇਆ। ਹੁਣ ਪਰਸਰਾਮ ਦੋ ਕਲਾ ਅਵਤਾਰ ਹੈ, ਬੜੀ ਭਾਰੀ ਸ਼ਕਤੀ ਵਾਲਾ ਸੀ ਇਹ। ਪਰਸਰਾਮ ਜਿਹੜਾ ਸੀ ਇਹ ਜਮਦਗਨ ਰਿਸ਼ੀ ਦਾ ਪੁੱਤਰ ਸੀ, ਸਾਧ ਸੰਗਤ ਜੀ, ਰੇਣਕਾ ਦੀ ਮਾਤਾ ਸੀ। ਜਮਦਗਨ ਰਿਸ਼ੀ ਬਹੁਤ ਵੱਡਾ ਰਿਸ਼ੀ ਹੋਇਆ, ਤਪੱਸਿਆ ਕਰਦਾ ਹੈ। ਇਹਦੀ ਜਿਹੜੇ ਸਾਧ ਸੰਗਤ ਜੀ ਘਰ ਵਾਲੀ ਸੀ ਉਹ ਵੀ ਬੜੀ ਪਤੀਵਰਤਾ ਔਰਤ ਸੀ। ਰੇਣਕਾ ਜਿਹੜੀ ਸੀ ਉਹ ਇੱਕ ਦਿਨ ਕਹਿਣ ਲੱਗੀ, ਮਹਾਰਾਜ ਦੇਖੋ ਵੀ ਆਪਾਂ ਜੰਗਲਾਂ 'ਚ ਰਹਿਣ ਵਾਲੇ ਆ, ਵੀ ਮੇਰੀ ਭੈਣ ਮਹਿਲਾਂ 'ਚ ਰਹਿੰਦੀ ਆ, ਉਹਨੂੰ ਤਾਂ ਟਾਈਮ ਨਹੀਂ ਆਉਣ ਦਾ, ਜੇ ਮੈਨੂੰ ਆਗਿਆ ਦਿਓ ਵੀ ਮੈਂ ਮਿਲਾਵਾਂ। ਉਹ ਕਹਿੰਦੇ, ਭਲੀਏ ਭਾਵੇਂ ਭੈਣ ਭਰਾਈ ਹੋਣ, ਜਦੋਂ ਉਹ ਰਾਜ ਭਾਗ ਦੇ ਮਾਲਕ ਹੋਣ ਨਾ, ਉਦੋਂ ਗਰੀਬਾਂ ਦੀ ਨਹੀਂ ਕੋਈ ਪੁੱਛਦਾ ਹੁੰਦਾ। ਜਾ ਨਾ ਤੂੰ, ਆਪਾਂ ਰਿਸ਼ੀ ਐ, ਨਰਾਦਰ ਹੋਊਗਾ। ਕਹਿੰਦੀ ਨਹੀਂ ਜੀ, ਮੈਨੂੰ ਤੁਸੀਂ ਰੋਕੋ ਨਾ। ਉਹ ਗਈ, ਭੈਣ ਨੂੰ ਮਿਲੀ। ਚਲੋ, ਤੇ ਪ੍ਰਸੰਗਾਂ ਵਾਲਿਆਂ ਨੇ ਤਾਂ ਹੋਰ ਢੰਗ ਨਾਲ ਵੀ ਰੱਖਿਆ, ਪਰ ਮਹਾਂਪੁਰਖਾਂ ਨੇ ਇਸ ਤਰ੍ਹਾਂ ਹੀ ਸੁਣਾਇਆ ਸੀ, ਕਿਉਂਕਿ ਇਹ ਸਾਰੇ ਪ੍ਰਸੰਗ ਦਸਮ ਵਿੱਚ ਆਉਂਦੇ। ਤੇ ਉਹ ਜਦੋਂ ਬੈਠੇ ਸੀ ਤੇ ਗੱਲਾਂ ਬਾਤਾਂ ਕਰਦੇ ਆ, ਤੇ ਕਹਿਣ ਲੱਗੀ, ਭੈਣ ਕਿਤੇ ਤੁਸੀਂ ਵੀ ਮਿਲਣ ਆਇਓ। ਦੇਖੋ ਹੁੰਦਾ ਹੀ ਆ ਆਮ, ਜਦੋਂ ਦੋ ਭੈਣਾਂ ਇਕੱਠੀਆਂ ਹੋਈਆਂ ਵੀ ਮੈਂ ਆ ਗਈ, ਹੁਣ ਤੂੰ ਆਈ ਮਿਲਣ। ਉਹ ਕੋਲ ਬੈਠਾ ਸੀ ਉਹਦਾ ਭਣੂਜਾ ਸਹੰਸਰ ਬਾਹੂ, ਕਹਿੰਦਾ ਉੱਥੇ ਆ ਕੇ ਕੀ ਕਰਨਾ ਹੈ, ਇਹਨਾਂ ਦੇ ਕਿਹੜਾ ਉੱਥੇ ਕਿਹੜਾ ਨਿਊਦਾ ਖਿਲਾ ਦੇਣਾ ਆਪਾਂ ਨੂੰ। ਉਹਨੇ ਪਿਹਣਾ ਮਾਰਿਆ ਆ ਕੇ ਰਿਸ਼ੀ ਨੂੰ, ਕਹਿੰਦੀ ਮੈਂ ਤਾਂ ਬਚਦੀ ਹਾਂ ਜੇ ਮੇਰੇ ਭਣੂਜੇ ਨੂੰ ਨਿਊਦਾ ਆਖੇ ਦਵੇਂ। ਉਹ ਕਹਿੰਦਾ ਕਲੇਸ਼ ਛੇੜਤਾ ਮੇਰੀ ਜਾਨ ਨੂੰ ਵੀ। ਕਹਿੰਦੇ ਚੰਗਾ ਜਾ ਦਿਆ ਨਿਉਂਦਾ, ਫਿਰ ਨਿਉਂਦਾ ਦੇ ਦਿੱਤਾ। ਉਹ ਕਹਿੰਦਾ ਵੀ ਇਹਨਾਂ ਨੰਗਾ ਨੇ ਕੀ ਖਿਲਾਉਣਾ ਉੱਥੇ। ਸਹੰਸਰ ਬਾਹੂ ਹੰਕਾਰੀ ਸੀ, ਛਤਰੀ ਰਾਜਾ। ਤੇ ਜਿਸ ਵੇਲੇ ਉਹ ਆ ਗਏ ਤਾਂ ਰਿਸ਼ੀ ਨੇ ਆਪਣੀ ਤਪੱਸਿਆ ਦੇ ਬਲ ਨਾਲ ਕਾਮਤਿਨ ਗਊ ਸਵਰਗ ਚ ਮੰਗਾ ਲਈ। ਉਹਦੇ ਬਲ ਦੇ ਨਾਲ ਹੁਣ ਦੇਵਤੇ ਵੀ ਸਹਾਇਤਾ ਕਰਨ ਤੇ ਆ ਗਏ। ਭਾਈ ਦੇਵੀ ਸ਼ਕਤੀਆਂ ਨਾਮ ਜਪਣ ਵਾਲੀ ਦੀ ਸਹਾਇਤਾ ਕਰਦੀਆਂ। ਕੋਈ ਜੰਗਲ ਮੈਦਾਨ ਵਿੱਚ ਬਹਿ ਕੇ, ਜੰਗਲਾਂ ਦੇ ਵਿੱਚ ਬਹਿ ਕੇ, ਪਹਾੜਾਂ 'ਚ ਬਹਿ ਕੇ ਤਪੱਸਿਆ ਕਰਨ ਲੱਗ ਜਾਵੇ, ਦੇਵੀ ਸ਼ਕਤੀਆਂ ਉਹਦੇ ਆਲੇ ਦੁਆਲੇ ਹੋ ਜਾਣਗੀਆਂ। ਉਹਨੂੰ ਨਹੀਂ ਪਤਾ ਹੋਊਗਾ ਵੀ ਕੌਣ ਮੇਰੀ ਰੱਖਿਆ ਕਰਦਾ। ਆਸਰੀ ਸ਼ਕਤੀਆਂ ਜਿਹੜੀਆਂ ਉਹਦਾ ਵਿਘਨ ਪਾਉਣ ਵਾਸਤੇ ਆਉਣਗੀਆਂ। ਇਹਨਾਂ ਦਾ ਆਪਸ ਵਿੱਚ ਹੀ ਇਸ ਤਰ੍ਹਾਂ ਦਾ ਹੈ। ਤੇ ਜਿਉਂ ਲੱਗਾ ਪਦਾਰਥ 36 ਪ੍ਰਕਾਰ ਦੇ, ਤਾਂ ਫਿਰ ਉਹ ਸਹੰਸਰ ਬਾਹੂ ਨੂੰ ਉਹਦੇ ਘਰ ਵਾਲੀ ਕਹਿੰਦੀ, ਦੇਖਿਆ ਮੇਰੇ ਭੈਣ ਦਾ ਨਹੀਂ ਹੁੰਦਾ, ਤੇਰੇ ਮਹਿਲਾਂ 'ਚ ਵੀ ਨਹੀਂ ਇਹੋ ਜਿਹਾ। ਉਹਨੇ ਉਧਰ ਮਿਹਣਾ ਮਾਰਤਾ ਆਪਣੇ ਪਤੀ ਨੂੰ। ਉਹ ਕਹਿੰਦਾ ਵੀ ਗੱਲ ਤਾਂ ਤੇਰੀ ਠੀਕ ਹੈ, ਪਰ ਜੰਗਲ 'ਚ ਰਹਿੰਦੇ ਨੇ, ਕੋਈ ਲੰਗਰ ਨਹੀਂ, ਚੁੱਲ੍ਹਾ ਨਹੀਂ ਤਪਦਾ, ਪ੍ਰਸ਼ਾਦਾ ਪੁੱਜਿਆ ਛਕ ਕੇ ਸਾਰਾ। ਉਹਨੂੰ ਕਹਿੰਦਾ ਵੀ ਸਾਧੂ ਸਾਹਿਬ ਬਈ ਇਹ ਮੈਂ ਤੇਰੀ ਕੁਟੀਆ ਦੇਖਣੀ ਚਾਹ। ਕਹਿੰਦਾ ਵੀ ਪਰਦਾ ਨਹੀਂ, ਪਰਦਾ ਪਾਇਆ ਹੋਇਆ ਚਾਦਰ ਤਾਣੀ। ਕਹਿੰਦਾ ਵੀ ਮੈਂ ਤਾਂ ਅੰਦਰ ਜਾਣਾ। ਉਹ ਕਹਿੰਦਾ ਨਾ, ਪਰਦੇ ਨਹੀਂ ਯਾਰ ਕਰੀਦੇ ਹੁੰਦੇ। ਪਰਦਾ ਚੱਕਿਆ, ਅੰਦਰ ਕਾਮਤਿਨ ਗਊ ਖੜੀ। ਕਹਿੰਦਾ ਅੱਛਾ ਇਹਦੀ ਕਰਾਮਾਤ ਹੈ। ਬਾ ਉਸੇ ਵੇਲੇ ਆਪਣੇ ਨੌਕਰ ਨੂੰ ਕਹਿੰਦਾ ਫੜ ਲਓ ਇਹ ਗਈ। ਉਹਨੇ ਰਿਸ਼ੀ ਨੇ ਇਸ਼ਾਰਾ ਕੀਤਾ, ਕਾਮਤਿਨ ਨੂੰ, ਜਾ ਤੂੰ ਜਿੱਥੋਂ ਸਵਰਗ ਚੋਂ ਆਈ ਹੈ। ਜਦੋਂ ਸਵਰਗ ਨੂੰ ਉੱਡਣ ਲਈ ਤੀਰ ਮਾਰਿਆ, ਉਹਦੇ ਕੰਨ 'ਚ ਲੱਗਾ, ਉਹ ਫੇਰ ਉੱਡਦੀ ਗਈ। ਦੂਸਰਾ ਤੀਰ ਮਾਰਿਆ, ਉਹਦੇ ਖੁਰ 'ਚ ਲੱਗਾ। ਕਾਮਤਿਨ ਗਊ ਤਾਂ ਸਾਸ ਜੀ ਜ਼ਖਮੀ ਹੋ ਕੇ ਚਲੀ ਗਈ ਸਵਰਗ ਵਿੱਚ। ਸਵਰਗ ਦੀ ਚੀਜ਼ ਹੈ, ਰਿਸ਼ੀਆਂ ਵਾਸਤੇ ਹੈ। ਇਹ ਇੱਕ ਸ਼ਕਤੀ ਹੈ। ਕਾਮਤਿਨ ਦੇ ਬਾਰ-ਬਾਰ ਗੁਰਬਾਣੀ 'ਚ ਸ਼ਬਦ ਆਏਗਾ, ਕਾਮਤਿਨ ਹਰ ਹਰ ਰੁਖ। ਉਹਦੇ ਕੰਨ 'ਚੋਂ ਜਿੱਥੇ ਖੂਨ ਡਿੱਗਿਆ ਉੱਥੇ ਤਮਾਕੂ ਪੈਦਾ ਹੋਇਆ। ਤਮਾਕੂ ਦੇ ਪੱਤੇ ਗਾਂ ਦੇ ਕੰਨ ਵਰਗੇ ਹੁੰਦੇ ਨੇ। ਜਿਹੜਾ ਖੁਰ ਦੇ ਵਿੱਚ ਉੱਡ ਗਿਆ ਉੱਥੇ ਲਸਣ ਪੈਦਾ ਹੋਇਆ। ਇਹ ਮਹਾਂਪੁਰਖਾਂ ਨੇ ਦੱਸਿਆ ਸੀ ਪ੍ਰਸੰਗ। ਇਸ ਕਰਕੇ ਸਾਧ ਸੰਗਤ ਜੀ ਫਿਰ ਉਹ ਸਹੰਸਰ ਬਾਹੂ ਨੇ ਕਹਿੰਦਾ ਵੀ ਤੇਰੀ ਕਾਰਸਤਾਨੀ ਹੈ ਸਾਰੀ, ਤੈਂ ਮੈਨੂੰ ਗਾਂ ਨਹੀਂ ਲੈਣ ਦਿੱਤੀ। ਉਹਨੇ ਮਾਰਿਆ, ਤੇਗ ਦਾ ਇੱਕੋ ਹੀ ਵਾਰ ਕੀਤਾ, ਸਿਰ ਵੱਢ ਕੇ ਉਹ ਮਾਰਿਆ ਕੱਦੂ ਵਾਂਗ। ਰੇਣਕਾ ਵਿਚਾਰੀ ਹੋ ਗਈ ਵਿਧਵਾ। ਹੁਣ ਭੈਣ ਵੀ ਕੀ ਕਰ ਸਕਦੀ ਸੀ ਉਹਦੀ, ਜਿਹੜੀ ਸਹੰਸਰ ਬਾਹੂ ਦੇ ਘਰ ਵਾਲੀ ਸੀ। ਉਸ ਵੇਲੇ ਉਹਨੇ ਪੁੱਤ ਨੂੰ ਯਾਦ ਕੀਤਾ। ਪਰਸਰਾਮ ਜਦੋਂ ਤਪੱਸਿਆ ਕਰਨ ਚੱਲਿਆ, ਉਹਦੀ ਮਾਂ ਮੋਹ ਕਰਦੀ, ਕਹਿੰਦੀ ਪੁੱਤਰ ਤੂੰ ਕੱਲਾ ਕੱਲਾ ਮੇਰੇ, ਮੈਂ ਤਾਂ ਨਹੀਂ ਜਾਣ ਦਿੰਦੀ, ਇੱਥੇ ਤਪੱਸਿਆ ਕਰ ਲੈ, ਆਪਾਂ ਤਾਂ ਜੰਗਲ 'ਚ ਬਹਿਨੇ ਆ। ਕਹਿੰਦਾ ਨਹੀਂ ਮਾਂ, ਮੈਂ ਘੋਰ ਤਪੱਸਿਆ ਕਰਨੀ। ਕਹਿੰਦੀ ਮੈਂ ਤੈਨੂੰ ਜਾਣ ਨਹੀਂ ਦੇਣਾ।
ਕਹਿੰਦੇ ਮਾਂ ਦੇਖ ਤੂੰ ਇਹ ਪਾਪ ਨਾ ਕਰ, ਮੈਂ ਤਪੱਸਿਆ ਕਰਕੇ ਤਰੱਕੀ ਕਰਨੀ ਹੈ। ਵੀ ਇੱਕ ਵਚਨ ਰਿਹਾ, ਜਦੋਂ ਤੂੰ ਮੈਨੂੰ ਯਾਦ ਕਰੇਂਦੀ ਮੈਂ ਤੈਨੂੰ ਮਿਲਣ ਆ ਜੂਗੀ ਜਦੀ, ਤੇ ਪਰ ਉਸ ਵੇਲੇ ਯਾਦ ਕਰੀ ਜਦੋਂ ਅਤ ਦਰਜੇ ਦੀ ਕੋਈ ਭੀੜ ਹੋਵੇ। ਕਹਿੰਦੀ ਠੀਕ ਹੈ। ਜਦੋਂ ਵੱਢ ਦਿੱਤਾ ਫਿਰ ਉੱਚੇ ਦੇ ਕੇ ਕੂਕ ਮਾਰ ਕੇ ਕਿਹਾ, ਪਰਸਰਾਮ ਬੇਟਾ ਆ ਜਾ, ਤੇਰਾ ਪਿਓ ਮਾਰ ਦਿੱਤਾ ਹੈ, ਪਰਸਰਾਮ ਆ ਜਾ। ਉਹ ਮਾਂ ਦੀ ਆਵਾਜ਼ ਪਰਸਰਾਮ ਨੂੰ ਤਪੱਸਿਆ ਕਰਦੇ ਦੀ ਤਮਾਸ਼ੀ ਖੁੱਲ ਗਈ। ਉਸੇ ਵੇਲੇ ਸਾਧ ਸਿੰਘ ਜੀ ਨੱਠਿਆ ਆਇਆ। ਜਦੋਂ ਮਾਂ ਨੂੰ ਸਾਹਮਣੇ ਦੇਖਿਆ ਬਾਹਰ ਖਿਲਰੇ ਹੋਏ, ਉਹ ਅਜੇ ਪਿਓ ਤਾਂ ਦੇਖਿਆ ਨਹੀਂ, ਜਬਦਾਂ ਰੱਖੀ ਵੀ ਮਾਰਿਆ ਪਿਆ। ਕਹਿੰਦਾ ਮਾਂ ਕੀ ਹੋਇਆ? ਕਾਲੀ ਦੇ ਵਿੱਚ ਨਾ ਕਈ ਵਾਰੀ ਹੁੰਦਾ। ਉਸ ਵੇਲੇ ਕਹਿੰਦੀ ਪੁੱਤ ਪੱਟੇ ਗਿਆ ਆਪਾਂ। ਉਹਨੇ ਫਿਰ 73 ਹੁੰਦੇ ਨੇ, 3 ਥਾਂ ਤੇ ਹੱਥ ਜਿਹੜਾ 3 ਤਾਂ ਪਹਿਲਾਂ ਤਾਂ ਮੱਥੇ ਤੇ ਮਾਰਿਆ ਵੀ ਮੇਰੀ ਕਿਸਮਤ ਫੁੱਟ ਗਈ, ਮੈਂ ਵਿਧਵਾ ਹੋ ਗਈ। ਉੱਥੋਂ ਪਿੱਟ ਪਟੂਆ ਚੱਲਿਆ, ਜਿਹੜਾ ਸਿਆਪਾ ਕਰਦੀਆਂ ਬੀਬੀਆਂ ਨਾ, ਇਹ ਇੱਥੋਂ ਚੱਲਿਆ ਸਾਧ ਸਿੰਘ ਜੀ। ਫਿਰ ਉਹਨੇ ਛਾਤੀ ਤੇ ਮਾਰਿਆ, ਮੇਰਾ ਦਿਲ ਫਟ ਗਿਆ। ਫਿਰ ਪੱਟਾਂ ਤੇ ਹੱਥ ਮਾਰੇ, ਮੇਰਾ ਬਲ ਖਤਮ ਹੋ ਗਿਆ, ਮੇਰੀ ਜ਼ਿੰਦਗੀ ਤਬਾਹ ਹੋ ਗਈ। ਪਰਸਰਾਮ ਖੜਾ ਰਿਹਾ ਗਮਗੀਨ ਹੋ ਕੇ, ਮਾਂ ਦੇ 73 ਗਿਣਦਾ ਰਿਹਾ। ਜਦੋਂ 7 ਵਾਰੀ 3 ਥਾਂ ਤੇ ਹੱਥ ਮਾਰ ਕੇ 7 ਤੀਆ 21 ਹੋ ਗਏ। ਕਹਿੰਦੇ ਮਾਂ ਬਸ ਕਰ ਹੁਣ, ਮੈਂ ਬਚਨ ਦੇਣਾ, ਤੇਰੇ 1-1 73 ਦਾ ਮੁੱਲ ਮੈਂ ਤਾਰੂੰਗਾ। ਪਿਤਾ ਨੂੰ ਤਾਂ ਨਹੀਂ ਜਿਉਂਦਾ ਕਰ ਸਕਦਾ, ਪਰ ਮੈਂ ਆਪਣੇ ਬਾਪ ਦਾ ਬਦਲਾ ਲਊਂਗਾ, ਔਰ ਮੈਂ ਛਤਰੀਆਂ ਤੋਂ ਧਰਤੀ ਆਜ਼ਾਦ ਕਰਾਉਂਗਾ, ਬਾਹਮਣਾਂ ਨੂੰ ਰਾਜ ਦਊਂਗਾ ਮੈਂ। ਉਹਨੇ ਚੱਕਿਆ ਕੁਹਾੜਾ, ਸ਼ਸਤਰ ਲਏ, ਜਿਵੇਂ ਤੂਤ ਦੀਆਂ ਛਟੀਆਂ ਛਾਂਗੀ ਦੀਆਂ। ਪਹਿਲਾਂ ਤਾਂ ਸਾਂਸਰੂ ਬਹਾਊ ਦੀਆਂ ਉਹ ਬਾਹਾਂ ਵੱਡੀਆਂ 1000 ਜਿਹੜੀਆਂ ਸੀ, ਉਹਦੇ ਪੁੱਤ ਮਾਰੇ, ਨਸ਼ਟ ਕਰ ਦਿੱਤਾ, ਛਤਰੀਆਂ ਨੂੰ ਮਾਰ ਦਿੱਤਾ। ਤੇ ਛਤਰੀ ਮਾਰ ਤੇ ਫੇਰ ਤਪੱਸਿਆ। ਉਹਨਾਂ ਦੇ ਕੁੰਡ ਦੇ ਵਿੱਚ ਕੁੰਡ ਬਣਾ ਕੇ ਉਹਦਾ ਖੂਨ ਭਰ ਕੇ ਉਹਦੇ 'ਚ ਨਹਾਇਆ ਕਰੇ, ਛਾਤੀ ਠੰਡੀ ਕਰਿਆ ਕਰੇ। ਮੇਰਾ ਪਿਓ ਮਾਰਤਾ ਛਤਰੀਆਂ ਨੇ ਕਿ ਇਹ ਬ੍ਰਾਹਮਣ ਸੀ ਨਾ। ਇਹਨੇ ਨੂੰ ਛਤਰੀਆਂ ਦੇ ਬੱਚੇ ਜਵਾਨ ਹੋਏ, ਉਹ ਫੇਰ ਰਾਜ ਤੇ ਬਹਿ ਕੇ ਬਾਹਮਣਾਂ ਤੋਂ ਫੇਰ ਰਾਜ ਖੋਲਿਆ ਉਹਨਾਂ ਨੇ। ਇਸ ਤਰ੍ਹਾਂ 21 ਵਾਰ ਹੋਇਆ। ਉਸ ਸਮੇਂ ਦੀ ਗੱਲ ਹੈ, ਜਿਹੜੀਆਂ ਬਹੁਤ ਸਾਰੀਆਂ ਜਾਤਾਂ ਨਾ, ਆ ਮੈਨੂੰ ਇੱਕ ਵਾਰੀ ਭਗਤ ਨਾਮਦੇਵ ਜੀ ਵਾਲਿਆਂ ਨੇ ਸੱਦਿਆ ਸੀ, ਉੱਥੇ ਬੇਨਤੀ ਕੀਤੀ, ਭਾਈ ਤੁਸੀਂ ਛੀਂਬੇ ਨੀਵੀਂ ਜਾਤ ਨਹੀਂ, ਤੁਸੀਂ ਛਤਰੀ ਹੋ। ਕਹਿੰਦੇ ਜੀ ਉਹ ਕਿਸ ਤਰ੍ਹਾਂ? ਮੈਂ ਕਿਹਾ ਇਹ ਤਾਂ ਗੱਲ ਇਸ ਤਰ੍ਹਾਂ ਹੀ, ਤੁਹਾਡੇ ਬਜ਼ੁਰਗ ਨਾ ਮੰਦਿਰ ਦੇ ਵਿੱਚ ਛੁਪ ਗਏ ਸੀ, ਪਿੱਛੇ ਆ ਗਿਆ ਪਰਸਰਾਮ ਤੋਂ ਡਰਦੇ ਮਾਰੇ। ਕਹਿੰਦੇ ਬ੍ਰਾਹਮਣ ਨੂੰ ਕਹਿੰਦੇ ਲੁਕੋ ਲੈ ਸਾਨੂੰ। ਉਹ ਧਰਮੀ ਸੀ, ਲੁਕੋਲੇ। ਉਹਨੇ ਪੁੱਛਿਆ ਕੌਣ ਹੈ? ਕਹਿੰਦੇ ਛੀਪੇ, ਮਤਲਬ ਛਿਪੇ ਹੋਏ। ਇਹ ਨਹੀਂ ਦੱਸਿਆ ਵੀ ਕੌਣ ਹੈ। ਉਹਨੇ ਕਿਹਾ ਵੀ ਕੋਈ ਜਾਤ ਹੋਊਗੀ। ਉਦੋਂ ਤੋਂ ਛੀਪੇ, ਪਹਿਲਾਂ ਛੀਪੇ ਕੇ ਜਨਮ ਕਾਹੇ ਕੋ ਆਇਆ, ਗੁਰਬਾਣੀ 'ਚ ਛੀਪੇ ਲਿਖਿਆ ਹੋਇਆ, ਵਿਗੜ ਕੇ ਸ਼ਬਦ ਛੀਂਬੇ ਹੋ ਗਿਆ। ਤੇ ਇਸ ਕਰਕੇ ਫਿਰ 21 ਵਾਰ ਛਤਰੀ ਜਿਹੜੇ ਸੀ ਉਹਨਾਂ ਨੂੰ ਮਾਰ ਕੇ ਨਾ ਧਰਤੀ ਛਤਰੀਆਂ ਤੋਂ ਰਹਿਤ ਕਰ ਦਿੱਤੀ। ਪਰ ਜਿਸ ਵੇਲੇ ਪਰਸਰਾਮ, ਇੱਕ ਤਾਂ ਉਦੋਂ ਰੋਇਆ ਜਦੋਂ ਘਰ ਆਇਆ, ਪਿਓ ਮਾਰਿਆ ਗਿਆ। ਪਰਸਰਾਮ ਰੋਵੇ, ਘਰ ਆਇਆ, ਪਿਤਾ ਮਾਰਿਆ ਗਿਆ, ਉਦੋਂ ਰੋਇਆ। ਤੇ ਜਿਸ ਵੇਲੇ ਦੂਸਰੀ ਵਾਰ ਇਹ ਰੋਇਆ ਕਿ ਜਦੋਂ ਰਾਮਚੰਦਰ ਜੀ ਤ੍ਰੇਤੇ ਯੁੱਗ ਦੇ ਅੰਦਰ ਉਹ ਸਾਧ ਸਿੰਘ ਜੀ ਸੀਤਾ ਨੂੰ ਵਿਆਹੁਣ ਗਏ ਸੀ, ਸ਼ਿਵ ਜੀ ਦਾ ਧਨੁਸ਼ ਜਿਹੜਾ ਸੀ ਤੇ ਪਰਸ਼ਰਾਮ ਦਾ ਉਹ ਸ਼ੇਸ਼ ਸੀ ਜਿਹੜਾ ਮਹਾਰਾਜ ਜਨਕ ਸੀ ਉੱਥੇ ਰੱਖਿਆ ਹੋਇਆ ਸੀ। ਤੇ ਉਹਨੇ ਕਿਹਾ ਵੀ ਜਿਹੜਾ ਧਨੁਸ਼ ਦਾ ਚਿੱਲਾ ਚਾੜ ਦੇਵੇ ਮੈਂ ਮੰਨੂ ਇਹ ਭਗਵਾਨ ਰਾਮਚੰਦਰ ਦਾ, ਔਰ ਉਹਨੇ ਇਹ ਰੱਖਿਆ ਸੀ ਮੈਂ ਆਪਣੀ ਸੀਤਾ ਉਹਦੇ ਨਾਲ ਵਿਆਹੂੰ। ਉਹ ਚੜਾਉਣ ਲੱਗੇ, ਉਹਦੇ ਟੋਟੇ 2 ਹੋ ਗਏ। ਪਰਸ਼ਰਾਮ ਕਹਿੰਦਾ ਕੌਣ ਹੈ ਮੇਰੇ ਗੁਰੂ ਦਾ? ਕਹਿੰਦਾ ਧਨੁਸ਼ ਤੋੜਨ ਵਾਲਾ। ਉਹ ਕੁਹਾੜਾ ਲੈ ਕੇ ਪਤਾ ਲੱਗਿਆ ਵੀ ਰਾਮਚੰਦਰ ਛਤਰੀ ਨਾ। ਕਹਿੰਦਾ ਛਤਰੀ ਤਾਂ ਮੈਂ ਛੱਡਣਾ ਕੋਈ ਨਹੀਂ। ਜਦੋਂ ਭਗਵਾਨ ਜੀ ਦੇ ਸਾਹਮਣੇ ਆਇਆ, ਭਗਵਾਨ ਰਾਮਚੰਦਰ ਨੇ ਪੈਰੀਂ ਹੱਥ ਲਾ ਕੇ ਸਾਰੀ ਸ਼ਕਤੀ ਖਿੱਚ ਲਈ ਉਹਦੀ। ਇਸ ਕਰਕੇ ਜਿਹੜੇ ਸਤਪੁਰਸ਼ ਨੇ ਪੈਰੀਂ ਹੱਥ ਲਾਉਣ ਤੋਂ ਸੰਕੋਚ ਕਰਦੇ ਨੇ। ਹਰ ਇੱਕ ਸ਼ਕਤੀ ਵਾਲਾ ਵੀ ਨਹੀਂ ਹੁੰਦਾ, ਐਵੇਂ ਪੈਰੀਂ ਹੱਥ ਲਾਉਣ ਦਾ ਚਸਕਾ ਹੁੰਦਾ, ਤੇ ਹਰ ਇੱਕ ਖਿੱਚ ਵੀ ਨਹੀਂ ਸਕਦਾ ਸ਼ਕਤੀ। ਉਹ ਸਾਰੀ ਸ਼ਕਤੀ ਖਿੱਚ ਲਈ ਸਾਰੀ। ਕਹਿੰਦੇ ਲੈ ਹੁਣ ਦੇ, ਫਿਰ ਕੀ ਜਵਾਬ ਦੇਂਗਾ? ਦੇ ਲੈ ਸ਼ਰਾਬ, ਕੀ ਕਰਨੇਗਾ ਤੂੰ? ਉਹ ਕਹਿੰਦਾ ਉਹ ਤੁਸੀਂ ਤਾਂ ਭਗਵਾਨ ਦਾ ਰੂਪ ਹੋ। ਫਿਰ ਹੱਥ ਜੋੜ ਗਿਆ ਸੀ ਇਹ। ਫਿਰ ਜਦੋਂ ਸ਼ਕਤੀ ਗਵਾ ਬੈਠਿਆ, ਪਰਸ਼ੁਰਾਮ ਰੋਵੈ, ਘਰ ਆ ਕੇ ਰੋਇਆ। ਕਹਿੰਦਾ ਓਹੋ ਸਾਰੀਆਂ ਸ਼ਕਤੀਆਂ ਖਤਮ ਹੋ ਗਈਆਂ। ਦੂਈ ਵਾਰ ਇਉਂ ਰੋਇਆ। ਤੀਸਰੀ ਵਾਰ ਆਪਣੀ ਮਾਂ ਨੂੰ ਕਹਿੰਦਾ ਮਾਂ ਮੈਂ 21 ਵਾਰ ਛਤਰੀਆਂ ਨੂੰ ਮਾਰ ਮਾਰ ਕੇ ਰਾਜ ਨਾ ਬਾਹਮਣਾਂ ਨੂੰ ਦਿੱਤਾ, ਤੇ ਹੁਣ ਵੀ ਠੂਠੇ ਫੜੀ ਮੰਗਦੇ ਫਿਰਦੇ ਨੇ ਇਹ ਬਾਹਮਣ ਮੇਰੀ ਜਾਤ ਦੇ। ਉਹਨਾਂ ਨੂੰ ਦੇਖ ਕੇ ਪਰਸ਼ੁਰਾਮ ਰੋਵੈ ਘਰ ਆਇਆ। ਉਹਨਾਂ ਨੂੰ ਦੇਖ ਕੇ ਸਾਧ ਸੰਜੀ ਰੋਇਆ। ਤੇ ਇਸ ਪ੍ਰਕਾਰ ਦੀਆਂ ਇਹ ਸਾਰੀਆਂ ਕਹਾਣੀਆਂ ਹਨ। ਕਿਉਂਕਿ ਉਸ ਵੇਲੇ ਜਦੋਂ ਰੇਣਕਾ ਰੋਈ ਸੀ ਉਹਦੀਆਂ ਥੋੜੇ ਜਿਹੇ ਇਤਿਹਾਸਕ ਵੀ ਆਪਾਂ ਲੈ ਲਈਏ। ਇਹ ਤਾਂ ਵਾਰਤਕ ਸੁਣਾਇਆ ਹੈ। ਪਤ ਕੋ ਦੇਖ ਰੇਣਕਾ ਨਾਰੀ ਬਹੁਤ ਬਿਰਲਾਪਤ ਊਚ ਪੁਕਾਰੀ,
ਸਬਤ ਤਿਹੱਥੜ ਹਨ ਕਰ ਦੇਹੀ। ਇਹ ਲਿਖਤ ਪ੍ਰੂਫ ਹੈ ਜੋ ਕਵੀ ਕਿਤੇ ਕਲਪਨਾ ਕਰ ਲਈ ਹੈ। ਸੁਤ ਕੋ ਸਿਮਰ ਬੁਲਾਇਓ ਤੇਹੀ ਤਪ ਹਿਤ ਅਪਰ ਜੋ ਥਾਨ ਸਿਧਾਵਾ ਤਤ ਛਿਨ ਮਾਤ ਨਿਗਟ ਚਲ ਆਵਾ। ਕਹਿੰਦੇ ਸਤ ਪਛਾਨ ਅਭੈ ਪ੍ਰਣ ਮੋਰਾ ਮਾਤਾ ਮੇਰਾ ਪ੍ਰਣ ਹੈ। ਛਤਰੀ ਛੋਡੋ ਨਾ ਹੈ ਕਿਤ ਠੌਰਾ ਛੱਡੂ ਨਹੀਂ ਕਿਤੇ ਵੀ ਛਤਰੀਆਂ ਨੂੰ। 21 ਸਵਾਰ ਨਿਖਤਰੀ ਧਰਨੀ ਅਤ ਸੰਗਰਾਮ ਕਰੋ ਬਲ ਕਰਨੀ। ਸੇ ਇਸ ਕਰਕੇ ਭਾਈ ਸਾਹਿਬ ਨੇ ਵੀ ਲਿਖਿਆ ਹੈ, ਕਹਿੰਦੇ ਸਹੰਸਰ ਬਾਹੂ ਜਮਦੰਗਨ ਕਰ ਹੋਏ ਪਰਹੁਣਚਾਰੀ ਆਇਆ। ਉਹ ਤਾਂ ਹੈ ਵੀ ਜੇ ਕੋਈ ਕਹੇ ਖਨੀ ਇਹ ਐਵੇਂ ਜੀ ਕਲਪਤਨ, ਫਿਰ ਆ ਭਾਈ ਗੁਰਦਾਸ ਨੇ ਕੋਈ ਲਿਖ ਦਿੱਤਾ। ਇਹ ਕਲਪਨਾ ਕਰਨ ਵਾਲਿਆਂ ਵਾਸਤੇ ਜਵਾਬ ਹੈ ਵੀ ਭਾਈ ਗੁਰਦਾਸ ਦੀ ਰਚਨਾ ਤੋਂ ਬਾਹਰ ਕਿਵੇਂ ਜਾਓਗੇ। ਭਾਈ ਗੁਰਦਾਸ ਇਤਿਹਾਸ ਤੇ ਗੁਰਬਾਣੀ ਮਿਲ ਕੇ ਚੱਲਦੇ ਆ। ਕਾਮ ਤੇ ਲੁਭਾਇ ਕੇ ਜਮਦਗਨੇ ਦਾ ਸਿਰ ਵਢਵਾਇਆ। ਕਹਿੰਦੇ ਪਿੱਟਦੀ ਸੁਣ ਕੇ ਰੇਣਕਾ ਪਰਸਰਾਮ ਧਾਈ ਕਰਤਾ ਆਇਆ। 21 ਵਾਰ ਕ੍ਰੋਧ ਕਰ ਛਤਰੀ ਮਾਰ ਨਿਖਤਰ ਗਵਾਇਆ। ਉਸ ਵੇਲੇ ਫਿਰ ਬਾਹਮਣਾਂ ਨੂੰ ਮੰਗਦਾ ਦੇਖ ਕੇ ਜਾਚਤ ਦਿਜ ਦੇਖਤ ਜਗ ਮਾਹੀ ਰੋਏ ਬਿਸੂਰਤ ਸੁਖ ਤੇ ਨਾਹੀ। ਕਹਿੰਦਾ ਉਹ ਤੁਹਾਡੇ ਵਾਸਤੇ ਮੈਂ ਇੰਨਾ ਖੂਨ ਕੁਹਾੜਾ ਕੀਤਾ, ਉਹ ਤੁਸੀਂ ਫੇਰ ਵੀ ਮੰਗਦੇ ਫਿਰਦੇ ਹੋ ਬਾਹਮਣੋ। ਇਹਨਾਂ ਨੂੰ ਦੇਖ ਕੇ ਰੋਇਆ ਸੀ। ਇਸੇ ਤਰ੍ਹਾਂ ਇਹ ਸੇਠ ਐਡੇ ਐਡੇ ਰੋਂਦੇ ਆ। ਇਹ ਦੁੱਖ ਕਿਤੇ ਤੈਨੂੰ ਇਕੱਲੇ ਨੂੰ ਹੈ, ਕਿਸੇ ਨੂੰ ਕਿਸੇ ਪ੍ਰਕਾਰ ਦਾ, ਕਿਸੇ ਨੂੰ ਕਿਸੇ ਪ੍ਰਕਾਰ ਦਾ। ਇਹ ਗੁਰੂ ਨਾਨਕ ਸਾਹਿਬ ਉਪਦੇਸ਼ ਦਿੰਦੇ। ਅੱਗੇ ਕਹਿੰਦੇ ਮਹਾਰਾਜ ਤੁਹਾਡੀਆਂ ਕਥਾ ਮੈਨੂੰ ਬੜੀਆਂ ਚੰਗੀਆਂ ਲੱਗਦੀਆਂ, ਕੋਈ ਹੋਰ ਮਹਾਰਾਜ ਮੈਨੂੰ ਤਰਵਾਸ ਦੇਣ ਵਾਸਤੇ ਹੋਰ ਕੋਈ ਸਾਖੀ ਸੁਣਾਓ। ਤਾਂ ਗੁਰੂ ਨਾਨਕ ਸਾਹਿਬ ਨੇ ਅੱਗੇ ਪ੍ਰਮਾਣ ਦਿੱਤਾ, ਅਜੈ ਸੋ ਰੋਵੈ ਭੀਖਿਆ ਖਾਏ। ਤੇ ਇਹਨੂੰ ਪਾਈ ਕਿਤੇ ਅਜੈ ਨਾ ਬਣ ਜਾਵੇ। ਅਜੈ ਅੱਖਰ ਇਕੱਠੀ ਰੱਖਣੇ ਤੋਂ ਨੇ, ਅਜੈ ਸੋ ਰੋਵੈ ਭੀਖਿਆ ਖਾਏ। ਇਹ ਰਾਜਾ ਸੀ, ਅੱਜ ਰਾਜਾ ਸੀ ਜਿਹੜਾ ਬਹੁਤ ਰੋਵੇ ਰੋਇਆ ਜਦੋਂ ਭਿੱਖਿਆ ਵਿੱਚ ਦਿੱਤੀ ਲਿੱਦੇ ਨੂੰ ਆਪ ਖਾਣੀ ਪਈ, ਜਾਂ ਇੰਦਮਤੀ ਰਾਣੀ ਦੇ ਵਿਯੋਗ ਵਿੱਚ ਰਾਜ ਤਿਆਗਣ ਤੋਂ ਬਾਅਦ ਭਿੱਖਿਆ ਮੰਗਦਾ ਫਿਰਦਾ ਹੀ ਠੂਠਾ ਫੜ ਕੇ ਉਹ ਅਨਾਜ ਖਾ ਕੇ ਅਜਾ ਬਹੁਤ ਰੋਂਦਾ ਰਿਹਾ। ਹੁਣ ਇਹ ਤਾਂ ਅਰਥ ਹੋ ਗਏ ਨੇ, ਅਜਾ ਸਰੋਵਰ ਭਿੱਖਿਆ ਖਾਏ। ਪੱਲੇ ਕੀ ਪਿਆ ਵੀ ਕਦੋਂ ਭਿੱਖਿਆ ਖਾਧੀ, ਕੀ ਹੋਇਆ। ਇਹਦੇ ਵਾਸਤੇ ਇਤਿਹਾਸ ਦਾ ਸਹਾਰਾ ਲੈਣਾ ਪੈਂਦਾ। ਅੱਜ ਰਾਜਾ ਸੂਰਜਵੰਸ਼ੀ ਦਸ਼ਰਥ ਦਾ ਪਿਤਾ ਸੀ। ਇਹ ਦਸ਼ਰਥ ਦੇ ਘਰ ਰਾਮਚੰਦਰ ਜੀ ਪੈਦਾ ਹੋਏ। ਰਾਮਚੰਦਰ ਜੀ ਦਾ ਦਾਦਾ ਸੀ, ਬੜਾ ਧਰਮੀ ਸੀ। ਹਰ ਰੋਜ਼ ਬ੍ਰਹਮ ਮੁਹੂਰਤ ਵਿੱਚ ਉੱਠ ਕੇ ਇਸ਼ਨਾਨ ਕਰਦਾ, ਫਿਰ ਸੂਰਜ ਦੀ ਪੂਜਾ ਕਰਦਾ, ਕਿਉਂਕਿ ਕਿਰਤਮ ਪੂਜਾ ਹਿੰਦੂ ਮਤ ਵਿੱਚ ਆਮ ਹੈ। ਸੂਰਜ ਦੇ ਦਰਸ਼ਨ ਕਰ ਫਿਰ ਦਾਨ ਕਰਦਾ। ਸਵਾ ਪਹਿਰ ਸੂਰਜ ਦੇ ਦਰਸ਼ਨ ਤੋਂ ਬਾਅਦ ਫਿਰ ਆਪਣੇ ਘੋੜਿਆਂ ਦੇ ਤਵੇਲਿਆਂ ਦੀ ਖਬਰ ਲੈਣ ਜਾਂਦਾ ਵੀ ਕੋਈ ਘੋੜਾ ਲਿੱਸਾ ਨਾ ਹੋਵੇ। ਜੰਗ ਦੇ ਵਿੱਚ ਘੋੜਿਆਂ ਦੀ ਲੋੜ ਪੈਂਦੀ ਸੀ ਤੇ ਇਸ ਕਰਕੇ ਫਿਰ ਬਾਅਦ ਦੇ ਵਿੱਚ ਮਹਿਲਾਂ ਦੇ ਵਿੱਚ ਆ ਕੇ ਅੰਨ ਪਾਣੀ ਫੇਰ ਗ੍ਰਹਿਣ ਕਰਦਾ ਸੀ। ਇੱਕ ਦਿਨ ਰਾਜਾ ਇਉਂ ਸਾਸ ਜੀ ਕੰਮਕਾਰ ਸੰਭਾਲਦਾ, ਰੱਬੀ ਨੇਤ ਇੱਕ ਮਹਾਤਮਾ ਆ ਗਿਆ, ਫਕੀਰ ਸੀ, ਉਹ ਪੁੱਜਿਆ ਹੋਇਆ, ਜਿਹਦੇ ਤਨ ਤੇ ਵਸਤਰ ਮਸਤਾਨੇ ਹੋਏ ਸੀ। ਸੰਦ ਕੁਝ ਦੇਰੀ ਨਾਲ ਪੁੱਜਾ, ਦਾਨਸ਼ੀਲਾ ਦੇ ਵਿੱਚੋਂ ਉੱਠ ਚੁੱਕਾ ਸੀ। ਰਾਜਾ ਦਾਨ ਤੋਂ ਵਿਹਲਾ ਹੋ ਕੇ ਘੋੜਿਆਂ ਦੇ ਤਵੇਲੇ 'ਚ ਆ ਚੁੱਕਾ ਸੀ। ਸੰਤ ਜੀ ਨੇ ਪੁੱਛਿਆ ਕਿੱਥੇ ਆ ਰਾਜਾ? ਕਹਿੰਦੇ ਘੋੜਿਆਂ ਦੇ ਤਵੇਲੇ 'ਚ, ਉੱਥੇ ਚਲਿਆ ਗਿਆ। ਅੱਜ ਰਾਜਾ ਕਹਿਣ ਲੱਗਾ ਆਓ ਜੀ ਸੰਤ ਜੀ। ਉਹਨੇ ਕਿਹਾ ਰਾਜਨ ਵੀ ਤੂੰ ਐਡਾ ਵੱਡਾ ਦਾਨ ਲੋਕਾਂ ਨੂੰ ਕਰਦਾ, ਫਕੀਰਾਂ ਨੂੰ ਵੀ ਦੇ ਕੁਛ। ਉਹ ਕਹਿੰਦਾ ਵੀ ਤੂੰ ਲੇਟ ਹੋ ਗਿਆ। ਉਹ ਕਹਿੰਦੇ ਭੁੱਖ ਕੋਈ ਟਾਈਮ ਨਹੀਂ ਦੇਖਦੀ ਹੁੰਦੀ, ਮੈਨੂੰ ਲੋੜ ਹੈ। ਤੇ ਉਹਨੇ ਕਿਹਾ ਦਾਨ ਦਾ ਸਮਾਂ ਗਿਆ ਲੰਘ, ਕੱਲ ਨੂੰ ਆ ਜੀ। ਉਹ ਕਹਿੰਦਾ ਰਾਜਨ ਕੱਲ ਕਿਹਨੇ ਦੇਖੀ ਹੈ? ਅਸੀਂ ਤਾਂ ਇੱਕੋ ਮਾਰ ਮੰਗਦੇ ਆਂ, ਇਹ ਵੀ ਤੇਰੇ ਕੋਲ ਤਾਂ ਆਇਆ ਵੀ ਤੂੰ ਦਾਨੀ ਕਹੋਣਾ ਆਪਣੇ ਆਪ ਨੂੰ, ਤੇ ਜੋ ਕੁਛ ਦੇਣਾ ਅੱਜੇ ਦੇ ਤੇ ਹੁਣੇ ਦੇ। ਉਹ ਕਹਿੰਦਾ ਹੁਣ ਮੇਰੇ ਕੋਲ ਕੁਛ ਨਹੀਂ। ਕਹਿੰਦਾ ਕੁਛ ਤਾਂ ਹੋਊਗਾ। ਰਾਜਾ ਗਿਆ ਖਿਝ, ਕਹਿੰਦਾ ਹਾਂ। ਹਾਲਾਂਕਿ ਮੋਤੀਆਂ ਦੀਆਂ ਮਾਲਾ ਉਹਦੇ ਗਲ 'ਚ ਪਾਈਆਂ ਹੋਈਆਂ ਸੀ, ਉਹ ਬਸਤਰ ਦੇ ਸਕਦਾ ਹੈ। ਉਹ ਘਰੋਂ ਮੰਗਾ ਕੇ ਦੇ, ਨੌਕਰ ਨੂੰ ਹੁਕਮ ਹੀ ਕਰਨਾ ਸੀ ਵੀ ਆ ਲਿਆ ਕੇ ਦੇ ਭਾਈ ਇਹਨੂੰ। ਉਹਨੂੰ ਕੀ ਮੰਗਣਾ ਸੀ ਵਿਚਾਰੇ ਦੇ ਤਨ ਦੇ ਬਸਤਰ? ਕਿਉਂਕਿ ਇਹ ਲਿਖਿਆ ਹੈ ਬਸਤਰ ਫਟ ਜਾਣ ਫਕੀਰ ਗ੍ਰਸਤੀ ਦੇ ਜਾ ਕੇ ਮੰਗਣ ਦਾ ਹੱਕ ਰੱਖਦਾ, ਕਿਉਂਕਿ ਭਜਨ ਕਰਦਾ, ਉਹਦਾ ਹਿੱਸਾ ਗ੍ਰਸਤੀਆਂ ਨੂੰ ਵੀ ਮਿਲਣਾ ਹੈ। ਭੁੱਖ ਲੱਗੀ ਤੇ ਗ੍ਰਸਤੀ ਦੇ ਦੁਆਰੇ ਜਾ ਕੇ ਰੋਟੀ ਮੰਗ ਸਕਦਾ ਹੈ। ਉਹਨੇ ਆਪਣਾ ਹੱਕ ਮੰਗਿਆ ਸੀ। ਉਹ ਕਹਿੰਦਾ ਅੱਛਾ, ਕਹਿੰਦਾ ਮੇਰੇ ਕੋਲ ਤਾਂ ਹੁਣ ਇਸ ਵੇਲੇ ਨਾ, ਕਹਿੰਦਾ ਘੋੜਿਆਂ ਦੀ ਲਿੱਦ ਹਾਜ਼ਰ ਹੈ। ਕਹਿੰਦਾ ਕੋਈ ਨਹੀਂ ਰਾਜਨ, ਜੇ ਤੇਰੀ ਸ਼ਰਧਾ ਲਿੱਦ ਦੇ ਦੇ। ਉਹਨੇ ਝੋਲੀ ਅੜ ਲਈ, ਉਹਨੇ ਬੁੱਕ ਭਰਿਆ, ਉਹਦੇ 'ਚ ਪਾ ਦਿੱਤੀ। ਕਹਿੰਦਾ ਰਾਜਨ ਤੇਰਾ ਦਿੱਤਾ ਹੋਇਆ ਦਾਨ 10 ਗੁਣਾ ਰੋਜ਼ ਵਧੇ, ਮੈਂ ਭਰ ਦੇਣਾ। ਹੁਣ ਲਿੱਦ ਦਿੱਤੀ, ਲਿਆ ਕੇ ਲਿਗ ਢੇਰੀ ਕਰ ਦਿੱਤੀ ਖੁੱਟੀਆਂ ਤੋਂ ਬਾਹਰ। ਆਪ ਸਮਾਧੀ ਵਿੱਚ ਬਹਿ ਗਿਆ। ਲਿੱਦ ਵੱਧਦੀ ਗਈ, 10 ਗੁਣਾ ਰੋਜ਼ ਵਧਣੀ ਹੈ, ਢੇਰ ਲੱਗ ਗਿਆ। ਇੱਕ ਦਿਨ ਰਾਜਾ ਅੱਜ ਜਾਂਦਾ ਹੈ
ਤੇ ਨਾਲ ਵਜ਼ੀਰ ਹੈ, ਕਹਿੰਦੇ ਵਜ਼ੀਰ ਜੀ ਹਜ਼ੂਰ, ਐਂ ਕਹਿਣਾ ਪੈਂਦਾ ਸੀ। ਕਹਿੰਦੇ ਸੰਤ ਦੇ ਕੋਲ ਨਾ ਘੋੜਾ ਨਾ ਘੋੜੀ, ਕਹਿੰਦੇ ਲਿੱਦ ਦਾ ਢੇਰ ਲੱਗਿਆ ਪਿਆ ਹੈ। ਜਾਂ ਪੁੱਛ ਗਿਆ ਸੰਤਾਂ ਨੂੰ ਵੀ ਇਹ ਲਿੱਦ ਕਿੱਥੋਂ ਆ ਗਈ, ਤੈਂ ਕੀ ਕਰਨੀ ਹੈ, ਖੇਤੀ ਤੇਰੀ ਨਹੀਂ ਕਰੀ ਵੀ ਤੈਂ ਰਿਓ ਪਾਉਣਾ। ਉਹ ਜਾ ਕੇ ਕਹਿਣ ਲੱਗਾ ਮਹਾਰਾਜ ਵੀ ਇਹ ਘੋੜਾ ਘੋੜੀ ਕੋਈ ਨਹੀਂ ਹੈ। ਰਾਜਾ ਪੁੱਛਦਾ ਹੈ ਵੀ ਇਹ ਲਿੱਦ ਦਾ ਢੇਰ। ਉਹ ਕਹਿੰਦਾ ਭਾਈ ਇਹ ਲਿੱਦ ਦਾ ਢੇਰ ਤਾਂ ਇਸ ਤਰ੍ਹਾਂ ਹੈ ਵੀ ਇਹ ਰਾਜੇ ਦਾ ਦਾਨ ਕੀਤਾ। ਕਹੇ ਕਿਹੜੇ ਰਾਜੇ, ਕਹਿੰਦੇ ਅੱਜ ਰਾਜੇ ਦਾ। ਤੇ ਇਹ ਰੋਜ਼ 10 ਗੁਣਾ ਵੱਧਦੀ ਹੈ। ਹੁਣ ਜਿੰਨੀ ਤੂੰ ਅੱਜ ਦੇਖਦਾ ਕੱਲ ਨੂੰ ਇਹਦੇ ਵਿੱਚ 10 ਗੁਣਾ ਵਾਧਾ ਹੋ ਰਿਹਾ ਵਾ। ਹੁਣ ਜਿੰਨੀ ਉਹਨੇ ਦਿੱਤੀ ਸੀ ਉਨੀ ਦਾ 10 ਗੁਣਾ, ਇਸ ਕਰਕੇ ਤਾਂ ਵੱਧ ਹੀ ਜਾਂਦੀ ਹੈ। ਉਹ ਕਹਿੰਦੇ ਮਹਾਰਾਜ ਵੀ ਤੁਸੀਂ ਕਦੇ ਲਿੱਦ ਦਾ ਦਾਨ ਵੀ ਕਰਿਆ ਸੀ? ਉਹ ਕਹਿੰਦਾ ਉਹ ਕਹਿੰਦਾ ਹਾਂ ਇੱਕ ਫਕੀਰ ਹੈ। ਕਹਿੰਦਾ ਉਹੀ ਹੈ ਇਹ, ਤੈਨੂੰ ਕੁਛ ਵਰ ਵੀ ਦਿੱਤਾ ਸੀ ਦਾਨ ਲੈ ਕੇ? ਕਹਿੰਦਾ ਕਿਹਾ ਸੀ ਵੀ 10 ਗੁਣਾ ਵਧੇ। ਕਹਿੰਦਾ ਫਿਰ ਉਹੀ ਵੱਧ ਰਹੀ ਹੈ ਹੁਣ। ਕਹਿਣ ਲੱਗਾ ਵੀ ਲਿੱਦ ਤਾਂ 10 ਗੁਣਾ ਵੱਧਦੀ ਹੈ, ਪਰ ਇਹ ਕੰਮ ਕੀ ਆਊਗੀ? ਉਹ ਜਾ ਕੇ ਕਹਿੰਦਾ ਵੀ ਦੱਸੀ ਨਾ ਹਾਲੇ ਵੀ ਅੱਜ ਰਾਜਾ ਮੈਂ। ਜਾ ਕੇ ਫਕੀਰ ਦੇ ਚਰਨਾਂ 'ਚ ਮੱਥਾ ਟੇਕਿਆ। ਕਹਿੰਦੇ ਆਓ ਰਾਜਨ। ਉਹਨੇ ਵੀ ਨਹੀਂ ਸਿਆਣਿਆ, ਦੇਰ ਬਹੁਤ ਹੋ ਗਈ। ਕਿਵੇਂ ਆਏ? ਕਹਿੰਦੇ ਜੀ ਮੈਂ ਪੁੱਛਦਾ ਵੀ ਆਹ ਜਿਹੜਾ ਲਿੱਦ ਹੈ ਇਹ ਤਾਂ ਮੇਰੇ ਵਜ਼ੀਰ ਨੇ ਦੱਸ ਦਿੱਤਾ ਵੀ 10 ਗੁਣਾ ਵੱਧਦੀ ਹੈ, ਕੰਮ ਕੀ ਆਊਗੀ ਰਾਜੇ ਦੇ? ਉਹ ਕਹਿੰਦਾ ਖਾਣ ਦੇ। ਮੈਨੂੰ ਖਾਣ ਵਾਸਤੇ ਭਿੱਖਿਆ ਦਿੱਤੀ ਸੀ, ਖਾਣੀ ਪਊਗੀ ਉਹਨੂੰ। ਉਹਨੇ ਕਹਿਣ ਲੱਗੇ ਜੀ ਲਿੱਦ ਖਾਣੀ ਪਊ? ਕਹਿੰਦੇ ਹਾਂ ਰੱਬੀ ਕਾਨੂੰਨ ਹੈ, ਇਹ ਤਾਂ ਨਹੀਂ ਚੰਦ ਸੂਰਜ ਨਾਸ ਹੋ ਸਕਦੇ ਨੇ, ਸਾਧੂ ਦਾ ਬਚਨ ਨਹੀਂ ਨਾਸ ਹੋ ਸਕਦਾ। ਮੈਂ ਕੋਈ ਮੰਗਖਾਣਾ ਬਾਬਾ ਸੀ, ਇਲਾਜ ਰੱਖੀ ਹੈ ਪਰਮਾਤਮਾ ਨੇ। ਉਹਨੇ ਚਰਨ ਫੜ ਲਏ। ਕਹਿੰਦਾ ਮਹਾਰਾਜ ਅੱਜ ਰਾਜਾ ਤਾਂ ਮੈਂ ਹੀ ਹਾਂ। ਕਹਿੰਦਾ ਫਿਰ ਤੂੰ ਹੀ ਆ, ਤੂੰ ਖਾ ਲਈ, ਤੇਰੇ ਵਾਸਤੇ ਹੈ। ਫਿਰ ਪੈਰ ਫੜ ਕੇ ਰੋਣ ਲੱਗ ਗਿਆ। ਕਹਿੰਦਾ ਰਿਸ਼ੀਵਰ ਮੇਰੇ ਕੋਲ ਹੋ ਗਈ ਗਲਤੀ। ਦੇਖੋ ਅਸੀਂ ਰਾਜਨੀਤਿਕ ਲੋਕ ਹਾਂ, ਵੀ ਸਾਡੀ ਮੱਤ ਮਾਰੀ ਗਈ, ਵੀ ਤੂੰ ਕਿਰਪਾ ਕਰਕੇ ਵੀ ਹੁਣ ਤੂੰ ਢੰਗ ਤਾਂ ਦੱਸ ਦੇ, ਇਹ ਤਾਂ ਖਾ ਨਹੀਂ ਹੋਣੇ ਮੇਰੇ ਕੋਲ ਤਾਂ ਹੀ ਨਹੀਂ। ਕਹਿੰਦਾ ਨਹੀਂ ਖਾ ਹੋਣੀ, ਲੋਕਾਂ ਨੂੰ ਖਿਲਾ ਦੇ। ਕਹਿੰਦਾ ਜੀ ਲੋਕ ਲਿੱਦ ਖਾਣਗੇ? ਕਹਿੰਦਾ ਹਾਂ ਖਾ ਲੈਣਗੇ। ਜੁਗਤੀ ਮੈਂ ਦੱਸਦਾ, ਸੰਤਾਂ ਕੋਲ ਜੁਗਤੀ ਹੁੰਦੀ ਹੈ। ਅਖੇ ਕੀ? ਕਹਿੰਦੇ ਤੂੰ ਆਪਣਾ ਅਪਜਸ ਕਰਾ, ਨਿੰਦਿਆ ਕਰਾ ਆਪਣੀ, ਕੋਈ ਢੰਗ ਤਰੀਕਾ ਵਰ, ਤੇਰੀ ਸਾਰੀ ਪਬਲਿਕ ਤੇ ਤੋਂ ਉਲਟ ਹੋ ਜਾ ਨਿੰਦਿਆ ਕਰਨ ਲਵੇ, ਕਿਉਂਕਿ ਇਹ ਪ੍ਰਤਾਪ ਨਾਲ ਹੀ ਵਧੀਆ। ਇਹ ਪਾਪ ਕਰਮ ਹੀ ਵਧਿਆ ਤੇਰਾ। ਉਹ ਪਾਪ ਕਰਮ ਤੇਰਾ ਜਿਹੜਾ ਉਹ ਲੋਕਾਂ 'ਚ ਵੰਡਿਆ ਜਾਊਗਾ ਥੋੜਾ ਥੋੜਾ। ਸਾਰੇ ਵੀ ਜਿਹੜਾ ਨਿੰਦਿਆ ਕਰਨੀ ਹੈ ਇਹ ਗੰਦਗੀ ਖਾਣ ਦੇ ਉੱਤੇ ਹੁੰਦੇ। ਮਹਾਰਾਜ ਨੇ ਲਿਖਿਆ ਪਰ ਨਿੰਦਾ ਪਰਮਨ ਮੁਖ ਸੁਧੀ, ਨਰੋਲ ਗੰਦਗੀ ਹੈ ਨਿੰਦਿਆ ਜਿਹੜੀ ਹੈ। ਖਾਲਸਾ ਸੋ ਜੋ ਨਿੰਦਾ ਤੇ ਆ ਗਿਆ, ਤਾਂ ਸਾਨੂੰ ਆਗਿਆ ਕੀਤੀ ਹੈ ਵੀ ਨਿੰਦਿਆ ਨਹੀਂ ਕਰਨਗੇ। ਕਹਿਣ ਲੱਗਾ ਜੀ ਸਤ ਵਚਨ। ਇਹ ਗਿਆ ਜਾ ਕੇ ਇਸਨੇ ਜਿਹੜੀ ਸ਼ਰਾਬ ਵਾਲੀ ਸੁਰਾਹੀ ਹੁੰਦੀ ਹੈ ਗੰਗਾ ਜਲ ਦੀ ਭਰ ਲਈ, ਉਹਦੇ 'ਚ ਰੰਗ ਪਾ ਲਿਆ। ਪੂਰੀ ਸਭਾ ਪਬਲਿਕ ਵੀ ਬੁਲਾਈ ਹੈ, ਰਾਜੇ ਅਮੀਰ ਉੱਥੇ ਬੈਠੇ ਭੋਰਾ ਕੇ ਪੀ ਲਿਆ ਕਰੇ। ਫਿਰ ਲੋਕ ਦੇ ਨਾਲ ਐਂ ਕਹਿੰਦੇ ਵੀ ਰਾਜਾ ਤਾਂ ਸ਼ਰਾਬੀ ਹੋ ਗਿਆ, ਨਿੰਦਿਆ ਕਰਨ ਲੱਗੇ ਸ਼ਰਾਬੀ ਹੋ ਗਿਆ। ਇਹਨੇ ਫਿਰ ਪਰਜਾ ਦੇ ਵਿੱਚੋਂ ਇੱਕ ਕੋਈ ਚੰਗੇ ਖਾਨਦਾਨ ਸਾਊ ਕੁੜੀ ਨੂੰ, ਉਹਦੇ ਬਾਪ ਨੂੰ ਕਹਿੰਦਾ ਵੀ ਮੇਰੇ ਹੈ ਧੀਆਂ ਦੇ ਸਮਾਨ, ਮੇਰੀ ਇੱਕ ਮਜਬੂਰੀ ਹੈ, ਮੈਂ ਦਿਖਾਵਾ ਕਰਨਾ। ਉਹ ਸਬੰਧ ਧੀਆਂ ਵਾਲਾ ਰਿਹਾ, ਮੈਂ ਧਰਮ ਪਾਲੂੰਗਾ, ਛਤਰੀ ਰਾਜੇ ਹਾਂ ਅਸੀਂ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਜਿਹੀ ਜੀ ਮੇਰੀ ਧੀ ਹੋਈ। ਉਹਨੂੰ ਲੈ ਕੇ ਬਾਜ਼ਾਰ 'ਚ ਰਸਤੇ ਬਿਠਾ ਲਿਆ, ਸ਼ਰਾਬ ਦਾ ਮੁਸਕ ਮਾਰਦਾ, ਆਲੇ ਦੁਆਲੇ ਸ਼ਰਾਬ ਛਿੜਕ ਲਈ, ਥੋੜੀ ਜਿਹੀ ਪੀ ਲਿਆ ਕਰੇ। ਉਹ ਬੀਬਿਆਂ ਨੂੰ ਜਿਸ ਤਰ੍ਹਾਂ ਆਪਣੀ ਧੀਆਂ ਨੂੰ ਆਪਾਂ ਬੁੱਕਲ 'ਚ ਲੈ ਲੈਂਦੇ ਹਾਂ, ਉਹ ਤਾਂ ਅੰਦਰ ਤੋਂ ਧੀ ਭਾਵ ਦੇ 'ਚ ਲੈ ਗਏ। ਬਸ ਜੀ ਲੋਕਾਂ ਨੇ ਕਹਿੰਦੇ ਜੀ ਦੇਖੋ ਸੂਰਜ ਬੰਸੀਆਂ ਦਾ ਕਲੰਕ ਹੈ ਰਾਜਾ, ਬੇਵਿਚਾਰੀ ਹੋ ਗਿਆ, ਸ਼ਰਾਬੀ ਹੋ ਗਿਆ। ਜਿਉਂ ਲੱਗੇ ਨਿੰਦਿਆ ਕਰਨ, ਟੋਲਿਆਂ ਦੇ ਟੋਲੇ ਇੱਥੇ ਬੈਠੇ ਬੀਬੀਆਂ ਨਿੰਦਿਆ ਕਰਦੇ ਆ, ਉੱਥੇ ਦੇਖੇ ਭਾਈ ਨਿੰਦਿਆ ਕਰਦੇ ਆ। ਉੱਡ ਗਈ ਲਿੱਦ ਸਾਰੀ ਖਾਲੀ ਲੋਕਾਂ ਨੇ। ਰਾਜਾ ਜਦੋਂ ਵਿਹਲਾ ਜਿਹਾ ਹੋ ਕੇ ਗਿਆ ਨਹਾ ਧੋ ਕੇ, ਤੇ ਕਹਿੰਦੇ ਰਾਜਨ ਕੰਮ ਤਾਂ ਬੜਾ ਔਖਾ ਸੀ ਇਹ। ਕਹਿੰਦੇ ਵੀ ਹਰ ਇੱਕ ਬੰਦਾ ਆਪਣਾ ਸਤਿਕਾਰ ਚਾਹੁੰਦਾ, ਪਰ ਤੂੰ ਅੱਛਾ। ਕਹਿੰਦਾ ਜੀ ਫਿਰ ਢੇਰ, ਕਹਿੰਦੇ ਆ ਦੇਖ ਲੈ ਖਤਮ ਹੋ ਗਿਆ, ਇੰਨਾ ਕੁ ਪਿਆ ਇੱਕੋ। ਕਹਿੰਦਾ ਜੀ ਉਂਜਲਾ ਪਿਆ ਜੇ। ਕਹਿੰਦੇ ਇਹ ਤਾਂ ਮੂਲ ਹੈ, ਇਹ ਥੋੜੀ ਖਤਮ ਹੋਣਾ ਸੀ। ਕਹਿੰਦੇ ਇਹ ਖਤਮ ਕਿਵੇਂ ਹੋਊ? ਕਹਿੰਦੇ ਖਾ ਕੇ, ਇਹ ਤੈਨੂੰ ਖਾਣਾ ਪਊ। ਕਹਿੰਦਾ ਮਹਾਰਾਜ ਰਾਜਾ ਹੋ ਕੇ ਮੈਂ ਘੋੜਿਆਂ ਦੀ ਲਿੱਦ ਖਾਂਦਾ, ਕੋਈ ਹੋਰ ਕੋਈ ਉਪਾਅ ਹੈਗਾ? ਕਹਿੰਦੇ ਹੈਗਾ। ਅਖੇ ਕੀ? ਕਹਿੰਦੇ ਹੁਣ ਲੋਕਾਂ ਨੇ ਨਿੰਦਿਆ ਕੀਤੀ ਹੈ, ਜੇ ਕੋਈ ਬ੍ਰਹਮ ਗਿਆਨੀ ਨਿੰਦਿਆ ਕਰ ਦੇਵੇ। ਬ੍ਰਹਮ ਗਿਆਨੀ ਦੇ ਵਿੱਚ ਗਿਆਨ ਦੀ ਸ਼ਕਤੀ ਇੰਨੀ ਆ ਵੀ ਉਹਨੂੰ ਲਿੱਦ ਖਾਣ ਦੀ ਵੀ ਲੋੜ ਨਹੀਂ। ਨਿੰਦਿਆ ਕਰਨ ਦੇ ਨਾਲ ਭਸਮ, ਇਹ ਲਿੱਦ ਭਸਮ ਹੋ ਜੂਗੀ। ਸੰਤਾਂ ਨੂੰ ਕੋਈ ਪਾਪ ਨਹੀਂ, ਕਿਉਂਕਿ ਬ੍ਰਹਮ ਗਿਆਨੀ ਹੈ। ਕਹਿੰਦਾ ਜੀ ਇਹ ਮੈਂ ਕਰਾ ਲੂੰ। ਚਲੇ ਗਏ। ਉੱਥੇ ਜਾ ਕੇ ਸਾਧ ਸੰਜੀ ਰਿਸ਼ੀ ਬੈਠਾ ਤਪ ਕਰਦਾ ਹੈ,
ਵਸਿਸ਼ਠ ਮੁਨੀ ਉਹਦੇ ਕੋਲ ਜਾ ਕੇ ਭੇਸ ਬਦਲ ਕੇ ਗਿਆ। ਜਾ ਕੇ ਕਹਿੰਦਾ ਦੇਖੋ ਮਹਾਰਾਜ ਵੀ ਮੱਤ ਮਾਰੀ ਗਈ ਰਾਜੇ ਦੀ। ਅੱਜ ਰਾਜਾ ਦੇਖੋ ਮਹਾਰਾਜ ਕੁਲੇ ਕਲੰਕ ਕਰ ਦਿੱਤੀ ਹੈ ਵੀ ਦੇਖੋ ਕਿਸ ਤਰ੍ਹਾਂ ਦਾ ਕੀਤੀ ਹੈ, ਵਿਭਚਾਰੀ ਹੋ ਗਿਆ, ਸ਼ਰਾਬੀ। ਕਹਿੰਦੇ ਸੁਣ ਇੱਥੇ ਬੰਦ ਹੋ ਜਾ। ਕਹਿੰਦੇ ਕੀ ਗੱਲ ਜੀ? ਕਹਿੰਦੇ ਮੈਂ ਲਿੱਦ ਨਹੀਂ ਖਾਣੀ, ਤੈਨੂੰ ਖਾਣੀ ਪਊਗੀ। ਆ ਗਈ ਸਮਝ? ਜੇ ਕੋ ਉਸਕਾ ਸੰਗੀ ਹੋਵੇ ਨਾਲੇ ਲੈ ਸੁਧਾਵੇ, ਮੈਂ ਤੇਰੀ ਨਿੰਦਿਆ ਮੈਂ ਲਿੱਦ ਖਾਵਾਂ, ਜਾਂ ਚਲਿਆ ਜਾ ਇੱਥੋਂ। ਉਹ ਮੁੜ ਕੇ ਕਹਿੰਦਾ ਜੀ ਉਹਨੇ ਤਾਂ ਨਿੰਦਿਆ ਨਹੀਂ ਕਰੀ। ਕਹਿੰਦੇ ਫਿਰ ਹੁਣ? ਕਹਿੰਦਾ ਜੀ ਹੁਣ ਕੀ ਕਰਾਂ? ਕਹਿੰਦੇ ਖਾਣੀ ਪਊ। ਕਹਿੰਦਾ ਜੀ ਫਿਰ ਹੁਣ ਕਿਵੇਂ ਖਾ ਹੋਊਗੀ? ਕਹਿੰਦੇ ਐਂ ਕਰ ਵੀ ਜੇ ਤਾਂ ਮੇਰੇ ਕੋਲ ਪਈ ਰਹੀ ਫਿਰ ਤਾਂ 10 ਗੁਣਾ ਵਧੀ ਜਾਣੀ ਹੈ, ਜਦੋਂ ਤੇਰੇ ਮਹਿਲਾਂ ਚਲੀ ਗਈ 10 ਗੁਣਾ ਨਹੀਂ ਵਧੂਗੀ, ਰਹੂਗੀ ਇੰਨੀ ਓ। ਫਿਰ ਕਹਿੰਦੇ ਇਸ ਨੂੰ ਬਰੀਕ ਪੀਸ ਲੈ, ਥੋੜੀ ਜੀ ਦਾਲ ਚ ਪਾ ਲਿਆ ਕਰ, ਥੋੜੀ ਜੀ ਸਬਜ਼ੀ ਚ ਪਾ ਲਿਆ ਕਰ, ਥੋੜੀ ਜੀ ਚੂਰਨ ਦੇ ਵਿੱਚ ਪਾ ਲੈ, ਮਿੱਠੇ ਚ ਰਲਾ ਲੈ, ਖਾਣੀ ਤੈਨੂੰ ਪਊਗੀ। ਉਹ ਨਾਲੇ ਤਾਂ ਖਾਇਆ ਕਰੇ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਅਜੈ ਸਰੋਵੈ, ਬੋਲਦੇ ਜੀ ਫਿਰ ਇੱਕ ਵਾਰੀ। ਅਜੈ ਸਰੋਵੈ ਭੀਖਿਆ ਖਾਏ। ਉਹ ਭਿੱਖਿਆ ਦਾ ਅੰਨ ਜਿਹੜਾ ਸੀ, ਜਿਹੜੀ ਲਿੱਦ ਸੀ ਨਾ ਦਿੱਤੀ ਸੰਤ ਨੂੰ, ਉਹ ਨਾਲੇ ਖਾਇਆ ਕਰੇ ਨਾਲੇ ਰੋਇਆ ਕਰੇ। ਇਸ ਤਰ੍ਹਾਂ ਦਾ ਸਾਸ ਜੀ ਇਹ ਫਿਰ ਇਹਨੂੰ ਰੋਣਾ ਪਿਆ ਹੈ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਬੜੇ ਬਹੁਤ ਸਾਰੇ ਲੋਕ ਨੇ ਐਸੇ ਤੇ ਜਿਹੜੇ ਦੁਖੀ ਨੇ। ਵੈਦਰਭ ਦੇਸ਼ ਦਾ ਇੱਕ ਸੂਰਬੀਰ ਸਬਾਹੂ ਨਾਮੀ ਰਾਜਾ ਹੋਇਆ ਹੈ। ਉਹਦੇ ਘਰ ਚੰਪਾਵਤੀ ਨਾਂ ਦੀ ਇੱਕ ਇਸਤਰੀ ਸੀ। ਉਹਨੇ ਇੱਕ ਅਪਾਰ ਰੂਪ ਵਾਲੀ ਕੰਨਿਆ ਨੂੰ ਜਨਮ ਦਿੱਤਾ ਸੀ। ਉਹਦਾ ਨਾਂ ਸੀ ਇੰਦਮਤੀ, ਨਾਮ ਰੱਖਿਆ। ਤੇ ਉਹ ਸਾਧ ਸਿੰਘ ਜੀ ਜਦੋਂ ਕੁਆਰੀ ਵਰਦੇ ਪ੍ਰਾਪਤ ਹੋ ਗਈ, ਜਵਾਨ ਹੋ ਗਈ ਧੀ, ਉਸ ਵੇਲੇ ਸੰਬਰ ਰਚਿਆ। ਰਘੂ ਰਾਜਾ ਸੀ ਜਿਹੜਾ, ਉਹਦਾ ਪੁੱਤਰ ਸੀ ਅਜ ਰਾਜਾ। ਇਹ ਰਘੂ ਰਾਜੇ ਦਾ ਪੁੱਤਰ ਸੀ, ਜਿੱਥੋਂ ਕੋਲੇ ਨਾਲ ਦੀ ਉਧਰ ਵਲਿਆ। ਰਘੂ ਰਾਜੇ ਦਾ ਦਾਨ ਬੜਾ ਮਸ਼ਹੂਰ ਸੀ। ਤੇ ਅਜ ਰਾਜਾ ਆਪਣੀ ਇਸਤਰੀ ਨੂੰ ਫਿਰ ਬਹੁਤ ਪ੍ਰੇਮ ਕਰਨ ਲੱਗਾ। ਉਹਨੂੰ ਵਿਆਹੀ ਗਈ ਸੀ ਇਹ। ਉਹਦੇ ਉਧਰ ਤੋਂ ਦਸ਼ਰਥ ਨੇ ਜਨਮ ਲਿਆ, ਜਿਹੜਾ ਭਗਵਾਨ ਰਾਮਚੰਦਰ ਜੀ ਦਾ ਪਿਤਾ ਸੀ। ਉਹ ਰਾਣੀ ਸਾਸੀ ਇੰਦਮਤੀ ਜਿਹੜਾ ਸੀ, ਉਹਨੂੰ ਸ਼ਰਾਪ ਹੋਇਆ ਹੋਇਆ ਸੀ। ਇਹਨੂੰ ਸ਼ਰਾਪ ਸਰਸਵਤੀ ਨੇ ਦਿੱਤਾ ਸੀ, ਤੂੰ ਮਾਤ ਲੋਕ ਦੇ ਵਿੱਚ ਜਾਵੇਂਗੀ। ਉਹਦਾ ਸ਼ਰਾਪ ਦਾ ਸਮਾਂ ਪੂਰਾ ਹੋ ਗਿਆ। ਇੰਦਮਤੀ ਜਦੋਂ, ਕਿਉਂਕਿ ਉਹ ਤੋਂ ਗਲਤੀ ਹੋ ਗਈ ਸੀ, ਤਾਂ ਉਹ ਸਰਸਵਤੀ ਨੇ ਸ਼ਰਾਪ ਦਿੱਤਾ ਸੀ ਵੀ ਤੂੰ ਮਨੁੱਖ ਜਨਮ ਧਾਰੇਂਗੀ। ਉਹ ਸ਼ਰਾਪ ਪੂਰਾ ਹੋ ਗਿਆ। ਤੇ ਉਹ ਫਿਰ ਜਦੋਂ ਸ਼ਰਨਾਗਤ ਹੋ ਗਈ ਸੀ ਸਰਸਵਤੀ ਦੀ, ਉਹਨੇ ਕਿਹਾ ਮੇਰਾ ਸ਼ਰਾਪ, ਕਹਿੰਦੇ ਸ਼ਰਾਪ ਪੂਰਾ ਹੋਣ ਕੇ ਮੁੜ ਕੇ ਸਵਰਗ 'ਚ ਆ ਜਾਏਗੀ, ਖੇਮਾ ਕਰ ਦਿੱਤੀ। ਉਹ ਉਮਰ ਭੋਗ ਕੇ ਸਵਰਗ ਨੂੰ ਜਾਣ ਲੱਗੀ। ਇਹਦੇ ਵਿਜੋਗ 'ਚ ਅੱਜ ਰਾਜਾ ਕਹਿੰਦਾ ਵੀ ਮੈਂ ਤਾਂ ਤੇਰੇ ਤੋਂ ਬਿਨਾਂ ਬਚ ਨਹੀਂ ਸਕਦਾ। ਤੇ ਕਹਿਣ ਲੱਗਾ ਵੀ ਮੈਂ ਤਾਂ ਤੇਰੇ ਪਾਸ ਹੀ ਰਹਿਣਾ ਚਾਹੁੰਦਾ। ਉਹਨੇ ਕਿਹਾ ਨਹੀਂ, ਸ਼ਰਾਪ ਪੂਰਾ ਹੋ ਗਿਆ, ਤੂੰ ਮੇਰੇ ਪਾਸ ਰਹਿ, ਮੈਂ ਰਹਿ ਨਹੀਂ ਸਕਦੀ। ਇਹ ਕਹਿ ਕੇ ਉਹ ਤਾਂ ਸਾਧ ਜੀ ਮਾਤ ਲੋਕ ਤੋਂ ਚਲੀ ਗਈ ਵੀ ਮੈਂ ਠਹਿਰ ਨਹੀਂ ਸਕਦੀ ਇੱਥੇ, ਸਵਰਗ ਨੂੰ ਚਲੀ ਗਈ। ਉਹਦੇ ਵਿਯੋਗ ਵਿੱਚ ਇਹਨੇ ਆਪਣੇ ਪੁੱਤਰ ਦਸ਼ਰਥ ਨੂੰ ਰਾਜ ਭਾਗ ਦੇ ਦਿੱਤਾ। ਆਪ ਜੋਗੀ ਬਣ ਕੇ ਜੰਗਲਾਂ ਚਲਿਆ। ਇੰਦਮਤੀ ਇੰਦਮਤੀ ਦਾ ਭਜਨ ਕਰਿਆ ਕਰੇ, ਇਹੀ ਜਾਪ ਕਰਿਆ ਕਰੇ। ਜਦੋਂ ਭਿੱਖਿਆ ਮੰਗਣ ਜਾਇਆ ਕਰੇ ਤੇ ਨਾਲ ਇੰਦਮਤੀ ਨੂੰ ਯਾਦ ਕਰਕੇ ਰੋਇਆ ਕਰੇ। ਅਜੈ ਸਰੋਵੈ ਭਿੱਖਿਆ ਖਾਏ, ਉਹ ਮੰਗ ਕੇ ਜਦੋਂ ਖਾਇਆ ਕਰੇ ਉਦੋਂ ਰੋਇਆ। ਐਂ ਵੀ ਇਹਦੀ ਸਾਖੀ ਸਾਸ ਸੀ, ਇਹ ਵੀ ਹੈ। ਇਸ ਪ੍ਰਕਾਰ ਇਹ 2-3 ਢੰਗਾਂ ਕਰਕੇ ਰੋਇਆ। ਐਸੀ ਦਰਗਹ ਮਿਲੈ ਸਜਾਏ। ਇਹੋ ਜਿਹੇ ਕੀਤੇ ਕਰਮਾਂ ਅਨੁਸਾਰ ਪਰਮੇਸ਼ਰ ਦੀ ਦਰਗਾਹ ਵਿੱਚ, ਨਿਆਂ ਸਭਾ ਵਿੱਚ ਸਜ਼ਾ ਮਿਲਦੀ ਹੈ। ਇਸ ਤੋਂ ਜੀਵ ਨੂੰ ਰੋਣਾ ਪੈਂਦਾ ਹੈ। ਕਹਿੰਦੇ ਭਾਈ ਤੇਰੇ ਕਰਮਾਂ ਦਾ ਹੀ ਲੇਖਾ ਚੋਖਾ ਹੈ ਸੇਠ। ਮਹਾਰਾਜ ਸਾਹਿਬ ਨੂੰ ਉਹ ਫਿਰ ਸੁਣਦਾ ਗਿਆ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਲਾਹੌਰ ਸੁਣ ਲੈ, ਤੈਨੂੰ ਧੀਰਜ ਆ ਗਈ। ਹੋਰ ਸਾਖੀ ਸੁਣਾਉਣ ਲੱਗੇ ਗੁਰੂ ਨਾਨਕ ਸਾਹਿਬ। ਰੋਵੈ ਰਾਮ ਨਿਕਾਲਾ ਭਇਆ। ਕਹਿੰਦੇ ਦੇਖ ਤੂੰ ਤਾਂ ਅਵਤਾਰ ਨਹੀਂ, ਤੂੰ ਰਾਜਾ ਨਹੀਂ, ਸੇਠ ਹੀ ਹੈ ਇੱਕ, ਲੋਕਾਂ ਨਾਲੋਂ ਧਨ ਤੇਰੇ ਕੋਲ ਜ਼ਿਆਦੇ। ਕਹਿੰਦੇ ਮੈਂ ਤੈਨੂੰ ਰਾਮਚੰਦਰ ਦੀ ਗੱਲ ਸੁਣਾਉਣਾ। ਗੁਰੂ ਨਾਨਕ ਸਾਹਿਬ ਕਹਿੰਦੇ ਜੀ ਸੁਣਾਓ। ਕਹਿੰਦੇ ਅਯੁੱਧਿਆਪੁਰੀ ਤੋਂ ਰੋਵੈ ਰਾਮ ਨਿਕਾਲਾ ਭਇਆ। ਜਦੋਂ ਇਹ ਨਿਕਾਲਾ ਕਿਉਂ ਹੋਇਆ? ਸਾਧ ਸੰਗਤ ਜੀ ਕਕਈ ਨੇ ਨਿਕਾਲਾ ਦਵਾਇਆ। ਜਦੋਂ ਇਹਦਾ ਦਸ਼ਰਥ ਦਾ ਜੰਗ ਹੋਇਆ ਸੀ ਨਾ ਯਕਸ਼ਾਂ ਦੇ ਨਾਲ, ਉਸ ਵੇਲੇ ਦੇਵਾਸੁਰ ਸੰਗਰਾਮ ਦੇ ਵਿੱਚ ਇਹਦਾ ਸਾਰਥੀ ਮਾਰਿਆ ਗਿਆ, ਰਥ ਚਲਾਉਣ ਵਾਲਾ। ਇਹ ਕਕਈ ਜਿਹੜੀ ਸੀ ਆਪਣੇ ਪਿਤਾ ਦੇ ਘਰ ਬੜੀ ਵਿਦਿਆ ਸਿੱਖੀ ਹੋਈ ਸੀ। ਰਥ ਚਲਾਉਣ ਦੀ ਵਿਦਿਆ ਬੜੀ ਕਮਾਲ ਦੀ ਸੀ। ਇਹਦੇ ਕੋਲ ਸ਼ਸਤਰ ਵਿਦਿਆ ਵੀ ਜਾਣਦੀ ਸੀ, ਰਾਜੇ ਦੀ ਧੀ ਸੀ। ਇਹਨੇ ਉਸ ਵੇਲੇ ਰਾਜਾ ਜ਼ਖਮੀ ਹੋ ਗਿਆ, ਪਰ ਇਹਨੇ ਰਥ ਇਹੋ ਜਿਹੇ ਢੰਗ ਨਾਲ ਚਲਾਇਆ, ਦੁਸ਼ਮਣਾਂ ਦੇ ਘੇਰੇ ਚੋਂ ਕੱਢ ਲਿਆਂਦਾ ਤੇ ਦੁਸ਼ਮਣਾਂ ਦੇ ਉੱਤੇ ਜਿੱਤ ਹੋਈ ਰਾਜੇ ਦਸ਼ਰਥ ਦੀ। ਇਹ ਖੁਸ਼ ਹੋ ਕਹਿੰਦਾ ਮੰਗ ਲੈ ਅੱਜ ਜੋ ਕੁਝ ਮਰਜ਼ੀ ਮੰਗਣਾ, ਮੇਰਾ ਜੀਵਨ ਦਾਨ ਦਿੱਤਾ ਹੈ। ਕਹਿੰਦੀ ਅੱਜ ਨਹੀਂ ਮੰਗੂਗੀ, ਸਮਾਂ ਪੈ ਤੇ ਮੰਗੂ। ਉਧਰ ਸਾਧ ਸਿੰਘ ਜੀ ਸਰਸਵਤੀ ਨੇ ਇਹੋ ਜਿਹਾ ਮਥਰਾ ਜਿਹੜੀ ਦਾਸੀ ਨਾਲ ਆਈ ਸੀ
ਤੇ ਉਹਦੀ ਜ਼ਬਾਨ ਪਲਟ ਦਿੱਤੀ, ਉਹਨੂੰ ਵਿਰੋਧ ਕਰਨ ਵਾਸਤੇ ਲਾ ਦਿੱਤਾ। ਜਿਸ ਵੇਲੇ ਦਸ਼ਰਥ ਜਿਹੜਾ ਸੀ ਰਾਜ ਦੇਣ ਲੱਗਿਆ ਸੀ ਮਹਾਰਾਜਾ ਰਾਮਚੰਦਰ ਜੀ ਨੂੰ, ਉਸ ਵੇਲੇ ਉਹਨੇ ਕਿਹਾ ਵੀ ਤੇਰੇ ਪੁੱਤ ਨੂੰ ਰਾਜ ਹੋਣਾ ਚਾਹੀਦਾ, ਤੂੰ ਜੇ ਭਿਖਾਰਨ ਬਣੀ ਰਹੇਂਗੀ, ਰਾਜ ਤਾਂ ਲੈ ਜਾਣਾ। ਰਾਮ ਨੇ ਕਸਲਿਆ ਦੇ ਪੁੱਤਰ ਨੇ, ਤੂੰ ਵਰ ਮੰਗ। ਹੁਣ ਉਹਨੇ ਕਿਹਾ ਦਸ਼ਰਥ ਨੂੰ ਵੀ ਮੇਰੇ 2 ਵਚਨ ਜਿਹੜੇ ਨੇ ਉਹ ਪੂਰੇ ਕਰ। ਖਲਾਰ ਕੇ ਪੈ ਗਈ ਸੀ ਸਾਰਾ ਕੁਝ। ਕੀ ਹੋਇਆ? ਚਲੋ ਲੰਮੀਆਂ ਕਹਾਣੀਆਂ ਸਨ। ਕਹਿਣ ਲੱਗੀ ਮੈਂ ਤਾਂ ਬਚਦੀ ਐ। ਉਹ ਕਹਿੰਦਾ ਮੰਗ ਲੈ ਵਰ, ਕੇ ਇਹ ਕਿਹੜੀ ਗੱਲ ਹੈਗੀ? ਕਹਿੰਦੇ 1 ਵਾਰ ਤੇ ਮੇਰੇ ਪੁੱਤਰ ਭਰਤ ਨੂੰ ਰਾਜ, ਰਾਮਚੰਦਰ ਨੂੰ ਹੈ। ਕਹਿੰਦਾ ਵੀ ਚਲੋ ਯੋਗ ਤਾਂ ਹੈ ਨਹੀਂ ਇਹ ਗੱਲ, ਕੋਈ ਨਹੀਂ ਮੈਂ ਦੇ ਦੂੰਗਾ। ਦੂਸਰਾ 14 ਸਾਲ ਦਾ ਬਨਵਾਸ ਰਾਮਚੰਦਰ ਨੂੰ। ਹੱਥ ਜੋੜ ਜੋੜ ਕੇ ਬੇਨਤੀਆਂ ਕਰੀਆਂ, ਰਾਣੀ ਮੈਂ ਤਾਂ ਬੇਬਸ ਹਾਂ, ਬਚਨ ਦਿੱਤਾ ਹੈ, ਮੇਰੇ ਰਾਮ ਨੂੰ ਰਾਜ ਦਾ ਲੋਭ ਨਹੀਂ, ਉਹ ਤਾਂ ਸਹਿਮਤ ਹੋ ਜਾਊਗਾ, ਪਰ ਤੂੰ ਇੰਨਾ ਜ਼ੁਲਮ ਨਾ ਕਰ। ਉਹਨੇ ਅਪਰਾਧ ਕੋਈ ਨਹੀਂ ਕਰਿਆ। ਕਹਿੰਦੀ ਨਹੀਂ, ਕਰੂਰ ਹੋ ਗਈ। ਉਹਨੇ ਅਹਿਸਾਸ ਨਹੀਂ, ਬੇਵਸ ਹੋ ਕੇ ਦੇ ਦਿੱਤਾ, ਬਚਨ ਦੇ ਦਿੱਤਾ। ਤੇ ਆਪ ਵਿਯੋਗ ਦੇ ਵਿੱਚ ਜਿੰਨਾ ਚਿਰ ਪੁੱਤਰ ਦੇਖਦੇ ਰਹੇ, ਮਹਿਲ ਤੇ ਕੱਢ ਕੇ ਦੇਖਦਾ ਰਿਹਾ। ਜਦੋਂ ਦੇਖਣ ਤੋਂ ਹਟ ਕੇ ਸਾਸ ਨੇ ਡਿੱਗ ਕੇ ਪ੍ਰਾਣ ਤਿਆਗ ਦਿੱਤੇ ਦਸ਼ਰਥ ਨੇ। ਇਹ ਹਾਲਤ ਹੋਈ। ਤਾਂ ਜਿਸ ਵੇਲੇ ਸਾਧ ਸੰਗਤ ਜੀ, ਤੇ ਹੁਣ ਜਿੱਥੇ ਸੁਮਿਤਰਾ ਜਿਹੜੀ ਸੀ ਉਹ ਛੋਟੀ ਰਾਣੀ ਸੀ, ਉਹਦੇ 2 ਪੁੱਤਰ ਹੋਏ ਸੀ। ਭਰਤ ਸੀ, ਇਹ ਕਕਈ ਦੀ ਕੁੱਖ ਤੋਂ ਹੋਇਆ ਸੀ। ਜਿਹੜਾ ਸ਼ਤਰੂਘਨ ਤੇ ਲక్ష్మణ, ਇਹ ਦੋਨੇ ਸੀ, ਉਹ ਸਾਧ ਸੀ ਸੁਮਿਤਰਾ ਦੀ ਕੁੱਖ ਤੋਂ ਪੈਦਾ ਹੋਏ। ਭਰਤ ਸੀ, ਇਹ ਕਕਈ ਦੀ ਕੁੱਖ ਤੋਂ ਹੋਇਆ ਸੀ। ਦਸ਼ਰਥ ਦੇ 3 ਰਾਣੀਆਂ ਸੀ। ਤੇ ਜਿਸ ਵੇਲੇ ਸੁਮਿਤਰਾ ਨੇ ਦੇਖਿਆ ਵੀ ਰਾਮ ਚੱਲਿਆ ਬਨਵਾਸ ਨੂੰ, ਉਹਨੇ ਆਪਣੀ ਕੁੱਖ 2 ਹਿੱਸਿਆਂ 'ਚ ਵੰਡਤੀ। ਕਹਿੰਦੀ ਪੁੱਤਰੋ ਮੇਰੀ ਕੁੱਖ ਦੀ ਲਾਜ ਰੱਖਿਓ। ਲక్ష్మణ ਨੂੰ ਕਹਿੰਦੀ ਤੂੰ ਸਾਰੀ ਉਮਰ ਸੇਵਾ 'ਚ ਰਹੇਗਾ, ਬਣ 'ਚ ਜਾ ਤੂੰ ਆਪਣੇ ਭਰਾ ਦੇ ਨਾਲ। ਉਹ ਧਰਮ ਨਿਭਾਇਆ। ਉਹਨੂੰ ਛੋਟੇ ਪੁੱਤਰ ਨੂੰ ਕਹਿੰਦੀ ਤੂੰ ਭਰਤ ਦੀ ਸੇਵਾ 'ਚ ਜਾ, ਇਹ ਵੀ ਤਾਂ ਭਰਾ ਹੈ, ਤੂੰ ਇਹਦੀ ਸੇਵਾ ਜਾ। ਆਪਣੀ ਕੁੱਖ 2 ਥਾਂ ਤੇ ਵੰਡ ਦਿੱਤੀ। ਧਨ ਸੀ ਐਸੀਆਂ ਔਰਤਾਂ। ਲక్ష్మణ ਸਾਧ ਸਿੰਘ ਜੀ ਨਾਲ ਗਿਆ, ਸੀਤਾ ਨਾਲ ਗਈ ਹੈ। ਤਾਂ ਜਿਸ ਵੇਲੇ ਸਾਧ ਸਿੰਘ ਜੀ ਜਾਣ ਲੱਗੇ, ਸੀਤਾ ਪੁੱਛਦੀ ਹੈ ਇਹ ਆਪਣੇ ਪਤੀ ਰਾਮਚੰਦਰ ਨੂੰ ਵੀ ਆਪਾਂ ਰਹਾਂਗੇ ਕਿੱਥੇ ਜੀ? ਮਹਿਲਾਂ 'ਚ ਰਹਿਣ ਵਾਲੇ। ਕਹਿੰਦੇ ਕੁਟੀਆ ਬਣਾ ਕੇ ਰਹਾਂਗੇ। ਅਕੇ ਕਿੱਥੇ? ਕਹਿੰਦੇ ਦੂਰ ਹੈ। ਜਦੋਂ ਅਜੇ ਸਾਧ ਸਿੰਘ ਜੀ ਤੇ ਕੁਟੀਆ ਦੇ ਜਾਣ ਦੀ ਤਾਂ ਗੱਲ ਇੱਕ ਪਾਸੇ ਰਹੀ, ਅਜੇ ਤਾਂ ਥੋੜਾ ਜਿਹਾ ਹਨੂਮਾਨ ਨਾਟਕ ਦੇ ਵਿੱਚ ਪ੍ਰਸੰਗ ਆਉਂਦਾ ਹੈ। ਕਹਿੰਦੇ ਏ ਬਨਵਾਸ ਚਲੇ 2 ਸੁੰਦਰ, ਕੌਤਕ ਕੋਸੀਆ ਸੰਗ ਜੁਟੀ ਹੈ। ਨਾਲ ਸੀਤਾ ਹੈ। ਪਾਇਨ ਪਾਏ ਨਾ ਕੋਸ ਚਲੀ, ਅਜੋ ਨੇ ਗਾਉਂ ਕੀ ਸੀਬ ਛੁਟੀ ਹੈ। ਅਜੇ ਅਯੁੱਧਿਆ ਦੀ ਸੀਮਾ ਦੇ ਵਿੱਚ ਹੀ ਸੀ। ਕਹਿੰਦੇ ਉਸ ਵੇਲੇ ਲੱਕ ਤੇ ਧਰ ਲਏ ਹੱਥ ਸੀਤਾ ਨੇ, ਥੱਕ ਗਈ ਕਿਉਂਕਿ ਤੁਰੀ ਨਹੀਂ ਸੀ ਕਦੇ ਨਹੀਂ। ਹਾਥ ਤਰੇ ਕਟਬ ਬੂਝਤ ਰਾਮ ਹੈ। ਆਪਣੇ ਪਤੀ ਨੂੰ ਕਹਿੰਦੀ ਲੱਕ ਤੇ ਹੱਥ ਰੱਖ ਕੇ, ਨਾਥ ਕਹੋ ਕਹਾਂ ਕੁੰਜ ਕੁਟੀ ਹੈ। ਉਹ ਕੁਟੀਆ ਕਿੱਥੇ ਆ ਜਿੱਥੇ ਰਹਿਣੀ ਆ? ਕਹਿਣ ਲੱਗੇ ਭਲੀਏ ਲੋਕੇ ਤੂੰ ਹੁਣੇ ਪੁੱਛਣ ਲੱਗੀ। ਉਸ ਵੇਲੇ ਰਾਮਚੰਦਰ ਹੋਇਆ। ਇੱਕ ਤਾਂ ਰੋਬਤ ਰਾਗਵ ਜੋਬਤ ਸੀਆ ਮੁਖ, ਮਾਨੋ ਮੋਤਨ ਮਾਲ ਟੁੱਟੀ ਹੈ। ਅੱਖਾਂ ਤੇ ਹੰਝੂ ਐਨੇ ਗਏ ਰਾਮਚੰਦਰ ਜਿਹਨੇ ਮੋਤੀਆਂ ਦੀ ਮਾਲਾ ਟੁੱਟ ਕੇ ਮੋਤੀ ਖਿਲਰ ਗਏ। ਹਨੂਮਾਨ ਨਾਟਕ। ਜਦ ਅਯੁੱਧਿਆ ਤੋਂ ਰਾਮਚੰਦਰ ਜੀ ਦੇਸ਼ ਨਿਕਾਲਾ ਹੋਇਆ, ਰੋਵੇ ਰਾਮ ਨਿਕਾਲਾ ਪਿਆ, ਉਹਦੇ ਤੇ ਪ੍ਰਸੰਗ ਹੈ ਇਹ। ਰਾਮਚੰਦਰ ਅਗਸਤ ਮੁਨੀ ਦੇ ਕੋਲ ਗਏ। ਅਗਸਤ ਮੁਨੀ ਰਾਜਾ ਸਾਸੀ ਦਸ਼ਰਥ ਦਾ ਮਿੱਤਰ ਬਹੁਤ ਸੀ, ਭਾਵੇਂ ਉਹ ਰਿਸ਼ੀ ਸੀ। ਇਹ ਵੀ ਤਾਂ ਤਪੱਸਿਆ ਕਰਕੇ ਰਾਜ ਮਿਲਦਾ ਹੈ। ਇਹ ਲਿਬਾਸ ਜਦੋਂ ਦੇਖਿਆ ਜੋਗੀਆਂ ਵਾਲਾ ਰਾਮਚੰਦਰ ਦਾ, ਤੇ ਉਹਨੇ ਪੁੱਛਿਆ ਪੁੱਤਰ ਤੇਰਾ ਪਿਤਾ ਜੀਵਤ ਹੈ ਕਿ ਪਰਲੋਕ ਗਮਨ ਕਰ ਗਿਆ? ਉਸ ਵੇਲੇ ਸ੍ਰੀ ਰਾਮਚੰਦਰ ਜੀ ਸਾਰੀ ਗੱਲ ਸਮਝਾ ਕੇ ਦਿੱਤੀ। ਅਗਸਤ ਮੁਨੀ ਨੇ ਵੀ ਮੇਰੀ ਮਤੇਰ ਮਾਂ ਨੇ ਮੈਨੂੰ ਕੱਢ ਦਿੱਤਾ ਹੈ, ਰਾਜ ਭਰਤ ਨੂੰ ਦੇ ਦਿੱਤਾ, ਤੇ ਇਹ ਹਾਲਤ ਹੋ ਗਈ ਹੈ। ਤੇ ਇਹ ਵੀ ਹਨੂਮਾਟਕ ਦੀ ਪ੍ਰਸੰਗ ਸਾਸੀ ਹਿਰਦੇ ਰਾਮ ਨੇ ਲਿਖਿਆ ਹੋਇਆ ਸਾਰਾ। ਰਾਮ ਮਿਲੇ ਮਨਸੋਂ ਪਰ ਪਾਇਨ, ਲਾਏ ਰਹੇ ਛਤੀਆ ਦੁਖ ਖੋਇਓ। ਹੇ ਸੁਤ ਕਿਉਂ ਜੈ ਭੇਖ ਤਰਿਓ, ਨਿਰਪ ਜੀਵਤ ਹੈ ਕਿ ਬਡੋ ਮਗ ਸੋਇਓ। ਉਹ ਜਿਉਂਦਾ ਇੱਕ ਮਰ ਗਿਆ ਤੇਰਾ ਪਿਤਾ। ਬਾਤ ਕਹੀ ਸਮਝਾਏ ਸਵੈ ਰਘਬੀਰ, ਮਨੋ ਤਨ ਤੀਰ ਗਡੋਇਓ। ਪੂਤ ਰਹੋ ਇਹਾਂ ਠੌਰ ਸਵੇ ਮਿਲ, ਸਵਾਸ ਭਰੇ ਮਨ ਤੇ ਅਤ ਰੋਇਓ। ਉਸ ਵੇਲੇ ਹਉ ਕੇ ਲੈ ਕੇ ਰਾਮਚੰਦਰ ਜੀ ਰੋਏ। ਇਸ ਕਰਕੇ ਰੋਵੈ ਰਾਮ ਨਿਕਾਲਾ ਪਿਆ। ਇੱਕ ਤਾਂ ਨਿਕਾਲੇ ਬੜੇ ਰੋਇਆ, ਦੂਸਰਾ ਅੱਗੇ ਦੱਸ ਦੇਣ ਹੋਰ ਸੀਤਾ ਲਖਮਣ ਵਿਛੜ ਗਿਆ। ਦੂਸਰਾ ਫਿਰ ਜਦੋਂ ਸੀਤਾ ਵਿਛੜ ਗਈ,
ਇਹ ਤਾਂ ਸੀ ਨਾ ਇੱਥੇ ਨਾਲੇ ਸੀ, ਉਦੋਂ ਰੋਇਆ 2 ਵਾਰ। ਸੀਤਾ ਜਿਹੜੀ ਸੀ ਇਹਨੂੰ ਸਾਧ ਸੰਗੀ ਰਾਵਣ ਚੁੱਕ ਕੇ ਲੈ ਗਿਆ। ਗਲਤੀ ਸੀਤਾ ਦੀ ਵੀ ਸੀ। ਉਹ ਰਾਖਸ਼ ਆ ਗਿਆ ਸਾਧ ਸੰਗੀ ਸਵਰਨ ਹਰਨ ਬਣ ਕੇ। ਉਹ ਸੀਤਾ ਕਹਿੰਦੀ ਮੈਨੂੰ ਤਾਂ ਸੋਨੇ ਦਾ ਹਰਨ ਚਾਹੀਦਾ, ਤੇ ਲక్ష్మణ ਕਹਿੰਦਾ ਭਰਾਤਾ ਕਿਤੇ ਇਹ ਹੋਇਆ ਤਾਂ ਹੈ ਨਹੀਂ ਵੀ ਸੋਨੇ ਦਾ ਹਰਨ ਹੋਵੇ। ਉਹ ਕਹਿੰਦੇ ਪ੍ਰਕਿਰਤੀ ਸਭ ਕੁਝ ਹੋ ਸਕਦਾ, ਐਸਾ ਵੀ ਪ੍ਰਸੰਗ ਹੁੰਦਾ। ਕਹਿੰਦੇ ਹੁਣ ਇਹਨੇ ਜਿੱਦ ਫੜ ਲਈ, ਤੇਰੇ ਅਗਾਊ ਹੈ, ਕਹਿੰਦੇ ਮੈਂ ਲਿਆਉਣਾ ਫੜ ਕੇ। ਕਹਿੰਦੇ ਪਰ ਇੱਕ ਗੱਲ ਸੁਣੀ, ਇੱਥੇ ਵਸਾ ਕਿਸੇ ਦਾ ਕੋਈ ਨਹੀਂ, ਐਵੇਂ ਨਾ ਹੋਰ ਮੁਸੀਬਤ ਪੈ ਜਾਏ, ਵੀ ਤੂੰ ਕੁਝ ਵੀ ਹੋ ਜਾ ਮੇਰੇ ਆਉਣ ਤੱਕ ਇੱਥੇ ਰਹੀ, ਰਾਖੀ ਰੱਖਣੀ। ਕਹਿੰਦਾ ਜੀ ਸਤਿ। ਹੁਣ ਪਿੱਛੋਂ ਸਾਥ ਸੀ, ਉਹ ਤਾਂ ਪਖੰਡੇ ਕੀਤਾ ਸੀ, ਉਹਦਾ ਮਾਮਾ ਹੀ ਸੀ ਇਹ। ਤੇ ਜਿਸ ਵੇਲੇ ਜਿਹੜਾ ਰਾਖਸ਼ ਬਣ ਕੇ ਆਇਆ ਸੀ ਤੇ ਰਾਵਣ ਦਾ ਹੀ ਸਕਾ ਮਾਮਾ ਸੀ, ਤੇ ਉਹਨੇ ਫਿਰ ਉਹਨੇ ਕਹਿ ਰਿਹਾ ਸੀ ਮਾਮਾ ਜਾਂ ਤਾਂ ਹੁਣ ਤੈਨੂੰ ਜਾਨੋਂ ਮਾਰੂੰਗਾ, ਨਹੀਂ ਚੱਲ ਮੇਰੇ ਛਲ ਦੇ ਸਾਥ ਦੇ। ਉਹ ਕਹਿੰਦਾ ਵੀ ਮਰਨਾ ਤਾਂ ਹੁਣ ਮੈਂ, ਮੌਤ ਤਾਂ ਮੇਰੀ ਨਿਸ਼ਚਿਤ ਹੈ। ਕਹਿੰਦਾ ਰਾਮ ਦੇ ਹੱਥੋਂ ਮਰੂ ਮੁਕਤਾ ਹੋ ਜਾਊਂ, ਤੇਰੇ ਹੱਥੋਂ ਮਰ ਕੇ ਨਰਕਾਂ ਨੂੰ ਜਾਊਂ। ਉਹਨੇ ਸਵੀਕਾਰ ਤਾਂ ਕਰਿਆ ਸੀ। ਉਹ ਸਾਧ ਸੰਗੀ ਰਾਮਚੰਦਰ ਜੀ ਤਾਂ ਚਲੇ ਗਏ, ਉਹਦੇ ਮਗਰ ਉਹ ਹੈ ਤਾਂ ਹੈ ਹੀ ਨਹੀਂ ਸੀ। ਉੱਥੇ ਜਾ ਕੇ ਸਾਧ ਸੰਗੀ ਇਹਨੇ ਐਸਾ ਪਖੰਡ ਕੀਤਾ, ਤੇ ਇਹਨੇ ਆ ਕੇ ਸਾਧ ਸੰਗੀ ਰਾਮਚੰਦਰ ਦੀ ਆਵਾਜ਼ ਦੇ ਵਿੱਚ, ਆਵਾਜ਼ ਉੱਚੇ ਉੱਚੇ, ਹੇ ਲక్ష్మణ ਮੇਰੀ ਸਹਾਇਤਾ ਕਰ, ਹੇ ਲక్ష్మణ ਮੇਰੀ ਸਹਾਇਤਾ ਕਰ। ਸੀਤਾ ਕਹਿੰਦੀ ਵੀ ਤੇਰਾ ਭਰਾ ਤਾਂ ਕਿਸੇ ਮਿਫਤਾਂ 'ਚ ਫਸ ਗਿਆ, ਜਾ। ਕਹਿੰਦਾ ਮੈਂ ਤਾਂ ਨਹੀਂ ਜਾਂਦਾ, ਮੈਨੂੰ ਉਹਦਾ ਹੁਕਮ ਹੈ, ਮੈਂ ਨਹੀਂ ਜਾਣਾ ਹੈ। ਮਾਤਾ ਕਹਿੰਦਾ ਸੀ। ਐਸਾ ਸੁਭਾਅ ਬਦਲਿਆ। ਕਹਿੰਦੀ ਅੱਛਾ ਤੂੰ ਇਹ ਚਾਹੁੰਦਾ ਵੀ ਤੇਰਾ ਭਰਾ ਮਰ ਜਾਏ, ਤੂੰ ਮੇਰੇ ਸਰੂਪ ਤੇ ਲਵਾਏਮਾਨ ਹੋ ਗਿਆ, ਇਹਦਾ ਮਤਲਬ। ਉਹਨੂੰ ਖਾ ਗਈ ਬੋਲੀ, ਕਿਉਂਕਿ ਜਤੀ ਸੀ ਉਹ। ਕਹਿੰਦਾ ਮਾਤਾ ਇਹ ਗੱਲ ਨਹੀਂ ਸੀ ਕਹਿਣੀ, ਮੌਤ ਮੇਰੇ ਵਾਸਤੇ ਚੰਗੀ ਹੈ, ਤੂੰ ਮਾਂ ਦੇ ਉੱਤੇ ਵੀ ਕੋਈ ਲਵਾਏਮਾਨ ਹੁੰਦਾ, ਚੰਗਾ ਫਿਰ ਮੈਂ ਹੁਣ ਜਾਊਂ ਤਾਂ ਸਹੀ, ਜੋ ਹੋਊਗਾ ਦੇਖੋ, ਪਰ ਤੂੰ ਮੁਸੀਬਤ ਛੇੜ ਲਈ। ਇੱਕ ਗੱਲ ਕਰੀ, ਮੇਰੇ ਨਾਲ ਸਹਿਮਤ ਨਹੀਂ ਤੀ ਹੋਈ, ਪਹਿਲਾਂ ਤਾਂ ਹਰਨ ਸੋਨੇ ਦਾ ਨਹੀਂ ਹੁੰਦਾ, ਉਹ ਭੇਜਤਾ ਮੇਰਾ ਭਰਾ ਤਾ, ਹੁਣ ਮੇਰੀ ਗੱਲ ਨਹੀਂ ਮੰਨ ਰਹੀ, ਮੈਂ ਇੱਥੋਂ ਜਾਣਾ ਨਹੀਂ ਚਾਹੁੰਦਾ, ਛਲ ਹੋਊਗਾ ਤੇਰੇ ਨਾਲ। ਮੈਂ ਇਹ ਲక్ష్మణ ਰੇਖਾ ਕਹਿੰਦੇ ਨੇ, ਲੀਕ ਕੱਢ ਦਿੱਤੀ, ਲੀਕ ਨਾ ਟੱਪੀ, ਇਹਦੇ ਅੰਦਰ ਕੋਈ ਨਹੀਂ ਆ ਸਕਦਾ। ਇਹ ਲక్ష్మణ ਰੇਖਾ ਹੈ, ਮੇਰੇ ਜਤ ਸਾਦੀ ਮੇਰੀ ਤਪੱਸਿਆ ਦੀ ਇਹਦੇ 'ਚ ਬਲ ਹੋਊਗਾ, ਅੱਗ ਲੱਗ ਜੂ ਜਿਹੜਾ ਕੂਆ। ਉਹ ਚਲਿਆ ਗਿਆ। ਜਦੋਂ ਰਾਮਚੰਦਰ ਨੇ ਦੇਖਿਆ, ਕਹਿੰਦਾ ਓਏ ਮਰ ਗਿਆ ਤੂੰ, ਇਹ ਸਰਾਪ ਲੱਗ ਗਿਆ ਉਹਨੂੰ। ਲక్ష్మణ ਮੂੰਹੋਂ ਸਰਾਪ ਰਾਮਚੰਦਰ ਦਾ ਹੀ ਲੱਗਿਆ, ਤੂੰ ਛੱਡ ਕੇ ਆ ਗਿਆ ਸੀਤਾ ਨੂੰ ਮੁਸੀਬਤ ਛੇੜ ਲਈ। ਕਹਿੰਦਾ ਜੀ ਆਹ ਗੱਲ ਹੋਈ, ਮੈਂ ਕੀ ਕਰਦਾ। ਕਹਿੰਦੇ ਚਲੋ ਜਦੋਂ ਆ ਕੇ ਦੇਖਿਆ ਪਿੱਛੋਂ ਰਾਵਣ ਆ ਗਿਆ, ਬ੍ਰਾਹਮਣ ਦਾ ਭੇਸ ਧਾਰ ਕੇ, ਕਹਿੰਦਾ ਖੈਰ ਦੋ। ਤੇ ਸੀਤਾ ਕਹਿਣ ਲੱਗੀ ਵੀ ਇੱਥੇ ਘਰ ਕੋਈ ਨਹੀਂ ਹੈ, ਮੈਂ ਤਾਂ ਖੈਰ ਦੇ ਨਹੀਂ ਸਕਦੀ। ਕਹਿੰਦਾ ਵੀ ਦੇਖ ਲਓ ਵੀ ਜਿਹੜਾ ਗ੍ਰਸਤੀ ਦੇ ਦਰ ਤੇ ਮੁੜ ਜਵੇ ਆ ਕੇ ਪਾਪ ਲੱਗਦਾ ਹੁੰਦਾ, ਮੈਂ ਬ੍ਰਾਹਮਣ ਆ, ਭੁੱਖਾ 7 ਦਿਨਾਂ ਦਾ। ਉਹ ਕਹਿੰਦੀ ਆ ਜਾ ਫਿਰ ਲੈ ਭਿੱਖਿਆ। ਉਹ ਅੰਦਰ ਆਵੇ ਤਾਂ ਅੱਗ ਲੱਗੇ। ਕਹਿੰਦੇ ਨਹੀਂ, ਕੁਟੀਆ ਤੋਂ ਬਾਹਰ ਆ ਕੇ। ਕਹਿੰਦੀ ਇੱਥੋਂ ਅੰਦਰ ਖੜ ਕੇ, ਕਹਿੰਦੀ ਨਹੀਂ, ਜਦੋਂ ਬਾਹਰ ਰੇਖਾ ਟੱਪੀ, ਜੇਕਰ ਸੀਤਾ ਲੀਕ ਨਾ ਟੱਪਦੀ ਕਿਉਂ ਰਾਵਣ ਲੈ ਜਾਂਦਾ, ਰਸਤੇ ਛੋੜ ਕੇ ਰਸਤੇ ਤੁਰਦਾ, ਸੋਈਓ ਧੱਕੇ ਖਾਂਦਾ। ਸੀਤਾ ਨੇ ਵੀ ਖਾਧੇ, ਹੋਰ ਵੀ ਖਾਣਗੀਆਂ। ਉਹਨੇ ਫੜ ਕੇ ਬਾਂਹ ਤੋਂ, ਤਾਂ ਵਿਸ਼ਵਾਸ ਨਹੀਂ ਜੀ, ਉਹ ਡੌਰੂ ਉਹਦੇ ਕੋਲ ਸੀ ਨਾ, ਡੁਗਡੁਗੀ ਵਜਾ ਕੇ ਮੰਗਦਾ ਹੁੰਦਾ ਸੀ ਉਹ, ਜਿਹਨੇ ਸੀਤਾ ਆਂਦੀ ਡੌਰੂ ਬਾਏ। ਤੇ ਇਉਂ ਸਾਸ ਨਹੀਂ ਲੈ ਕੇ ਉਸ ਵੇਲੇ ਸੀਤਾ ਵਿਛੜ ਗਈ। ਇੱਕ ਤਾਂ ਉਦੋਂ ਰੋਇਆ, ਹਾਏ ਸੀਆ ਕਹਿ ਕੇ 10ਵੇਂ ਗ੍ਰੰਥ 'ਚ ਬੜਾ ਪ੍ਰਸੰਗ ਹੁੰਦਾ। ਉੱਥੇ ਇਸ ਚੱਕਵਾ ਚੱਕਵੀ ਨੇ ਜਿਹੜੇ ਮਿਹਣੇ ਮਾਰਨ ਦੀ ਗੱਲ ਹੁੰਦੀ ਹੈ ਵੀ ਅਵਤਾਰ ਹੈ ਜਿਹੜੇ ਇਸਤਰੀ ਪਿੱਛੇ ਰੋਂਦਾ, ਉਹਨਾਂ ਨੂੰ ਸ਼ਰਾਪ ਦਿੱਤਾ। ਚਾਕੀ ਜਾ ਸਨ ਵਿਛੜੈ, ਆਏ ਮਿਲਿਆ ਪ੍ਰਭਾਤ, ਜੋ ਨਨ ਵਿਛੜੇ ਰਾਮ ਸੂ, ਦਿਨ ਮਿਲੇ ਨਾ ਰਾਤ। ਤੇ ਉਸ ਵੇਲੇ ਦੂਸਰਾ ਸਾਸ ਨਹੀਂ, ਲక్ష్మణ ਨੇ ਮਰਨਾ ਹੀ, ਕਿਉਂਕਿ ਸ਼ਰਾਪ ਰਾਮਚੰਦਰ ਦਾ ਹੀ ਸੀ। ਜਦੋਂ ਉਧਰ ਮੇਘਨਾਥ ਨੇ ਵਰ ਲਿਆ ਹੋਇਆ ਸੀ ਵੀ ਇਹ ਵਰਸ਼ੀ ਆਲੀ ਨਹੀਂ ਜਾ ਸਕਦੀ, ਮਾਰੂਗੀ, ਇਹਦੇ ਨਾਲ ਜੀਵਤ ਨਹੀਂ ਰਹਿ ਸਕਦਾ। ਹੁਣ ਦੋਨੇ ਗੱਲਾਂ ਪੂਰੀਆਂ ਕਰਨੀਆਂ ਸੀ। ਜਦੋਂ ਸਾਸ ਜੀ ਉਹ ਹੁਣ ਵਰਸ਼ੀ ਮਾਰੇ, ਹਨੂਮਾਨ ਖੜਾ ਸਹਾਇਤਾ ਤੇ, ਉਹ ਵਰਸ਼ੀ ਫੜ ਲੈਂਦਾ ਸੀ। ਤੇ ਬਰਮਾ ਨੇ ਕਿਹਾ ਵੀ ਮੇਰਾ ਬਰਜ਼ ਜਿਹੜਾ ਝੂਠਾ ਨਹੀਂ ਹੋਣਾ ਚਾਹੀਦਾ। ਨਾਰਦ ਭੇਜਤਾ ਵੀ ਤੂੰ ਹਨੂਮਾਨ ਨੂੰ ਗੱਲੀ ਲਾ ਲੈ, ਜਿਹੜਾ ਜੰਗ ਵਿੱਚ ਕਿਸੇ ਨੂੰ ਗੱਲੀ ਲਾਵੇ ਮਰਦਾ ਹੁੰਦਾ। ਉਹਨੇ ਗੱਲੀ ਲਾ ਲਿਆ, ਵਰਸ਼ੀ ਲక్ష్మణ ਦੇ ਲੱਗੀ, ਉਹ ਮੂਰਛਿਤ ਹੋ ਗਿਆ। ਵੈਦ ਲਿਆਂਦਾ, ਉਹਨੇ ਕਿਹਾ ਜੀ ਜੇ ਰਾਤੇ ਰਾਤ ਬੂਟੀ ਆਵੇ ਤਾਂ ਹੈ। ਉਸ ਵੇਲੇ ਫਿਰ ਰਾਮਚੰਦਰ ਆਪਣੇ ਭਰਾ ਨੂੰ ਗੋਡੇ ਤੇ ਰੱਖ ਕੇ ਨਾ ਉਹਦਾ ਸਿਰ, ਫਿਰ ਉੱਥੇ ਰੋਇਆ ਬਹੁਤ, ਵੀਰਾ ਕਹਿ ਕੇ ਰੋਇਆ। ਤੇ ਚਲੋ ਉਸ ਵੇਲੇ ਇੱਕ ਗੱਲ ਇਹ ਆਉਂਦੀ ਹੈ ਵੀ ਰਾਮਚੰਦਰ ਕਹਿੰਦਾ ਹੈ ਭਰਾ ਰਾਹ ਚਲਿਆ ਗਿਆ, ਮੈਨੂੰ ਇਹਦਾ ਵੀ ਉਨਾ ਦੁੱਖ ਨਹੀਂ। ਸੀਤਾ ਵਿਛੜ ਗਈ, ਹਾਲੇ ਮਿਲੀ ਨਹੀਂ, ਮੈਨੂੰ ਇਹਦਾ ਵੀ ਉਨਾ ਦੁੱਖ ਨਹੀਂ, ਭਾਵੇਂ ਦੁੱਖ ਹੈ।
ਤੂੰ ਸੰਸਾਰ ਤੋਂ ਚਲਿਆ ਗਿਆ, ਵੀਰ ਗਤੀ ਨੂੰ ਪ੍ਰਾਪਤ ਹੋ ਗਿਆ। ਵੀਰ ਗਤੀ ਨੂੰ ਸੂਰਮੇ ਪ੍ਰਾਪਤ ਹੁੰਦੇ ਨੇ, ਮੈਨੂੰ ਇਹਦਾ ਵੀ ਦੁੱਖ ਨਹੀਂ। ਦੁੱਖ ਮੈਨੂੰ ਇਸ ਗੱਲ ਦਾ ਹੈ, ਮੈਂ ਕਦੇ ਝੂਠ ਗਿਰਾ ਕਬਹੂ ਨਾ ਉਚਾਰੀ। ਮੈਂ ਕਦੇ ਝੂਠ ਨਹੀਂ ਸੀ ਬੋਲਿਆ। ਮੈਂ ਅਯੁੱਧਿਆ ਤੇ ਤੁਰਨ ਲੱਗੇ, ਮਾਤਾ ਕੌਸ਼ਲਿਆ ਨੂੰ ਇੱਕ ਬਚਨ ਦਿੱਤਾ ਸੀ। ਮਾਤਾ ਕੌਸ਼ਲਿਆ ਨੇ ਕਿਹਾ ਸੀ, ਰਾਮ, ਹਾਂ ਮਾਂ। ਕਹਿੰਦੀ ਲਛਮਣ ਗੋਦ ਚ ਲੈ ਕੇ, ਮੇਰੀ ਭੈਣ ਸੁਮਿਤਰਾ ਨੇ ਆਪਣੀ ਕੁੱਖ ਵੰਡਤੀ 2 ਥਾਂ ਤੇ। ਇਹ ਲਛਮਣ ਮੈਨੂੰ ਇਸੇ ਹਾਲਤ 'ਚ ਜਿਉਂਦਾ ਵਾਪਸ ਕਰਨਾ ਪਊਗਾ ਤੈਨੂੰ 14 ਸਾਲ ਬਾਅਦ, ਤਾਂ ਲੈ ਕੇ ਜਾਈ। ਕਹਿੰਦਾ ਮਾਂ, ਤੇ ਮੈਂ ਜਿਉਂਦਾ ਜਿਉਂਦਾ ਫਿਰ ਮੁੱਖ ਨਹੀਂ ਦਿਖਾਊਂਗਾ ਤੈਨੂੰ। ਜੇ ਲਛਮਣ ਨੂੰ ਜਿਉਂਦਾ ਨਾ ਲਿਆ ਸਕਿਆ, ਮੇਰਾ ਬਚਨ ਰਿਹਾ ਲਛਮਣ ਸਹੀ ਸਲਾਮਤ ਆਊ। ਕਹਿੰਦਾ ਮਾਂ ਨੂੰ ਬਚਨ ਦਿੱਤਾ, ਉਹ ਬਚਨ ਝੂਠਾ ਹੋ ਗਿਆ। ਮੈਂ ਬਚਨ ਕੀਤਾ ਸੀ, ਮੇਘਨਾਥ ਨੂੰ ਮਾਰੂਗਾ ਮੇਰਾ ਭਰਾ ਲਛਮਣ, ਮੈਂ ਮਾਰੂੰਗਾ ਰਾਵਣ ਨੂੰ। ਨਾ ਮੈਂ ਰਾਵਣ ਨੂੰ ਮਾਰ ਸਕਿਆ, ਨਾ ਤੂੰ ਮੇਘਨਾਥ ਨੂੰ ਮਾਰ ਸਕਿਆ। ਮੇਰਾ ਬਚਨ ਝੂਠਾ ਹੋ ਗਿਆ, ਮੈਨੂੰ ਇਸ ਗੱਲ ਦਾ ਦੁੱਖ ਹੈ। ਰੋਵੇ ਰਾਮ ਨਿਕਾਲਾ ਪਿਆ, ਸੀਤਾ ਲక్ష్మణ ਵਿਛੜ ਗਿਆ। ਇਹ ਜਦੋਂ ਵਿਛੜ ਗਏ ਦੋਨੇ ਇਸ ਪ੍ਰਕਾਰ, ਤੇ ਇਉਂ ਸਾਧ ਸੰਗ ਜੀ ਫਿਰ, ਤੇ ਉਸ ਵੇਲੇ ਸਾਧ ਸੰਗ ਜੀ ਇਹ ਅੱਗੇ ਜਿਹੜਾ ਪ੍ਰਸੰਗ ਮਹਾਰਾਜ ਸਾਹਿਬ ਨੇ ਇਹ ਸੁਣਾ ਕਰਕੇ ਫਿਰ ਰਾਵਣ ਦੀ ਗੱਲ ਕਰਨਗੇ। ਕਹਿੰਦੇ ਇਉਂ ਰਾਮਚੰਦਰ ਵੀ ਰੋਇਆ, ਤੂੰ ਕਿਹਦਾ ਵਿਚਾਰਾ ਹੈ, ਤੂੰ ਅਵਤਾਰ ਹੈ। ਰੋਵੇ ਰਾਮ ਨਿਕਾਲਾ ਭਇਆ, ਸੀਤਾ ਲక్ష్మణ ਵਿਛੜ ਗਿਆ। ਰਾਮਚੰਦਰ ਵੀ ਲੋਇਆ। ਇਸ ਕਰਕੇ ਭਾਈ ਸਾਰਾ ਸੰਸਾਰ ਨਾਨਕ ਦੁਖੀਆ ਸਭ ਸੰਸਾਰ, ਇਹ ਟੇਕ ਰੱਖੀ ਮਹਾਰਾਜ ਨੇ। ਅੱਗੇ ਦੱਸਦੇ ਹਨ ਜੀ, ਰੋਵੈ ਦਹਿ ਸਿਰ ਲੰਕ ਗਵਾਏ। ਜਦੋਂ ਸਾਧ ਸੰਗ ਜੀ ਅਯੁੱਧਿਆਪੁਰੀ ਤੋਂ ਦੇਸ਼ ਨਿਕਾਲਾ ਹੋਇਆ, ਸੀਤਾ ਲక్ష్మణ ਦਾ ਵਿਛੋੜਾ ਹੋਇਆ। ਸੀਤਾ ਨੂੰ ਰਾਵਣ ਚੁੱਕ ਕੇ ਲੈ ਗਿਆ, ਲక్ష్మణ ਬਰਸ਼ੀ ਨਾਲ ਵੱਜ ਗਿਆ, ਰਾਮਚੰਦਰ ਰੋਇਆ। ਉਸ ਤੋਂ ਅੱਗੇ ਪ੍ਰਸੰਗ ਲੈਂਦੇ, ਰੋਵੈ ਦਹਿ ਸਿਰ ਲੰਕ ਗਵਾਏ। ਤੇ ਸੋਨੇ ਦੀ ਲੰਕਾ ਗਵਾਏ, ਗਵਾ ਕੇ ਦਹਿ ਸਿਰ 10 ਸਿਰਾਂ ਵਾਲਾ ਰਾਵਣ ਬਹੁਤ ਰੋਇਆ ਸੀ ਇਹ ਵੀ। ਤੇ ਉਹ ਰੋਇਆ ਕਿਉਂ? ਸਾਧ ਸੰਗ ਜੀ ਕਾਰਨ ਇਹ ਹੈ ਵੀ ਇਸ ਨੇ ਇਹਨੂੰ ਦਹਿ ਸਿਰ ਕਿਹਾ, ਗੁਰਬਾਣੀ 'ਚ ਵੇਖ ਗੱਲ 10 ਸਿਰਾਂ ਵਾਲਾ ਕਿਹਾ। ਜਿਹੜਾ ਆਰੀਆ ਸਮਾਜੀ ਨੇ ਉਹ ਕਹਿੰਦੇ 10 ਬੰਦਿਆਂ 'ਚ ਨਾ ਦਿਮਾਗ ਸੀ ਇਹਨੂੰ, ਉਹ ਸਿਰ ਇੱਕੋ ਹੀ ਸੀ ਕਹਿੰਦੇ, ਜਿਵੇਂ ਉਹਨਾਂ ਨੇ ਕੋਲ ਖੜ ਕੇ ਦੇਖਿਆ ਹੁੰਦਾ। ਗੱਲ ਇਹ ਨਹੀਂ ਸੀ, ਮਹਾਰਾਜ ਨੇ ਤਾਂ ਖੋਲ ਖੋਲ ਕੇ ਲਿਖਿਆ। ਇਹ ਸ਼ਿਵ ਜੀ ਨੂੰ ਪ੍ਰਸੰਨ ਕਰਕੇ ਆਪਣਾ ਸਿਰ ਵੱਢ ਕੇ ਭੇਟ ਕਰਦਾ ਰਿਹਾ। ਰਾਵਣ ਹੋਣ ਤੇ ਅਧਿਕ ਛਤਰਪਤ ਤੇ ਖਿਨਵੇਂ ਗਏ ਬਲਾਤ। ਇੱਥੇ ਇਹ ਵੀ ਆਉਂਦਾ, ਚੌਬੋਲਿਆਂ 'ਚ ਆਊਗੀ ਗੱਲ। ਉਹ ਉਸ ਵੇਲੇ ਇਹ ਪਿਤਾ ਪੁੱਤਰ ਦੇ ਸੰਬੰਧ ਦੇ ਵਿੱਚ ਉੱਥੇ ਆਇਆ ਸੀ ਵੀ ਦੇਖੀ ਕਿਤੇ ਹੰਕਾਰ ਨਾ ਕਰਨੀ, ਸੰਮਨ ਜਾਓ ਇਸ ਪ੍ਰੇਮ ਕੀ ਦਮ ਹੋ ਕਿਉਂ ਹੋਤੀ ਸਾਟ। ਰਾਵਣ ਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਉਹਦਾ ਕੀ ਕਰੋਗੇ ਫਿਰ ਅਰਥ? ਆਪਣੇ ਗੁਰੂ ਨੂੰ ਪ੍ਰਸੰਨ ਕਰਕੇ ਸਿਰ ਵੱਢਿਆ, ਉਹ ਵਰ ਦੇ ਕੇ ਹੋਰ ਸਿਰ ਪੈਦਾ ਕਰ ਦਿੰਦਾ ਸੀ, ਫੇਰ ਸਿਰ ਵੱਢਿਆ ਹੋਰ ਪੈਦਾ ਕਰਦਾ ਸੀ। ਐਂ 10 ਸਿਰ ਹੋਏ ਸੀ ਇਹਦੇ। ਰੋਵੇ ਦਹਿ ਸਿਰ ਲੰਕ ਗਵਾਏ। ਲੰਕਾ ਦੇ ਰਾਮਚੰਦਰ ਜੀ ਪਹੁੰਚ ਗਏ, ਪਤਾ ਲੱਗ ਗਿਆ ਵੀ ਹੁਣ ਲੰਕਾ ਗਈ ਮੇਰੇ ਹੱਥੋਂ। ਤੇ ਉਸ ਵੇਲੇ ਇਹ ਵੀ ਸਾਧ ਸੰਗ ਜੀ ਰੋਇਆ, ਅੰਤ ਦੇ ਵੇਲੇ ਰੋਇਆ। ਐਸਾ ਜਿਹੜਾ ਪ੍ਰਭਾਵਸ਼ਾਲੀ ਸੀ, ਜਿਹੜਾ ਸੀਤਾ ਆਂਦੀ ਡੌਰੂ ਆਏ। ਜਿਸ ਰਾਵਣ ਨੇ ਜੋਗੀ ਲਿਬਾਸ ਧਾਰਨ ਕੇ ਚੌਲ ਮੰਗਣ ਦੇ ਬਹਾਨੇ ਡਮਰੂ ਵਜਾ ਕੇ ਭਿੱਖਿਆ ਮੰਗੀ ਸੀ, ਸੀਤਾ ਚੁਰਾ ਲੈਂਦੀ ਸੀ। ਉਹ ਸੀਤਾ ਨੂੰ ਆਪਣੀ ਲੰਕਾ ਵਿੱਚ ਲੈ ਆਂਦਾ, ਫਿਰ ਧੌਂਸੇ ਨਗਾਰੇ ਵਜਾਏ। ਉਹ ਮਿਹਰਬਾਨ ਨੇ ਤਾਂ ਆਪਣੀ ਜਿਹੜੀ ਬਿਰਧ ਰਮਾਇਣ ਲਿਖਿਆ ਉਹਦੇ 'ਚ ਇਹ ਲਿਖਿਆ ਵੀ ਅਖੇ ਨਗਾਰਾ ਵਜਾ ਕੇ ਚੱਕ ਕੇ ਲਿਆਇਆ ਸੀ। ਤੇ ਉਹ ਐਸੀ ਗੱਲ ਨਹੀਂ ਹੈ, ਉਹਨੇ ਬਹੁਤ ਸਾਰੀਆਂ ਗੱਲਾਂ ਗਲਤ ਲਿਖੀਆਂ। ਮਿਹਰਬਾਨ ਜਿਹੜਾ ਸੀ ਪ੍ਰਿਥੀ ਦਾ ਪੁੱਤਰ ਸੀ, ਇਹ ਗੁਰੂ ਅਰਜਨ ਦੇਵ ਜੀ ਦੇ ਇਹ ਭਤੀਜਾ ਲੱਗਦਾ ਸੀ ਮਿਹਰਬਾਨ। ਉਹਨੇ ਵੀ ਕਾਫੀ ਕੁਝ ਲਿਖਿਆ ਉਹਦੇ 'ਚ। ਉਹਨੇ ਐਂ ਲਿਖ ਦਿੱਤਾ, ਉੱਥੇ ਨਗਾਰਾ ਕਿਹੜਾ ਸੀ, ਉਹ ਤਾਂ ਭਿੱਖਿਆ ਮੰਗਣ ਤਾਂ ਗਿਆ ਸੀ। ਉਹ ਡੌਰੂ ਭਿੱਖਿਆ ਮੰਗ ਕੇ ਲਿਆਂਦਾ, ਇੱਥੇ ਆ ਕੇ ਨਗਾਰੇ ਵਜਾ ਲਏ ਹੋਣਗੇ। ਉਹ ਵੀ ਰੋਇਆ। ਕਾਰਨ ਕੀ ਹੈ? ਜਦੋਂ ਮਰਨ ਲੱਗਿਆ ਦੇਖਿਆ ਉਹ ਲੰਕਾ ਵੀ ਗਈ, ਮੇਰੇ ਪੁੱਤਰ ਵੀ ਗਏ, ਸਾਰਾ ਕੁਝ ਗਿਆ। ਅੰਤ ਵੇਲੇ ਰੋਇਆ। ਫਿਰ ਇਹ ਰਾਵਣ ਵੀ ਰੋਇਆ ਅੰਤ ਵੇਲੇ, ਜਿਹਨੇ ਸੀਤਾ ਨੂੰ ਡੌਰੂ ਵਜਾ ਕੇ ਭਿੱਖਿਆ ਮੰਗਣ ਦੇ ਬਹਾਨੇ ਲੈ ਆਇਆ ਸੀ। ਤੇ ਹਾਲਤ ਇਹ ਹੋਈ, ਸੋਨੇ ਦੀ ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਕੀ ਲੈ ਗਿਆ? ਜਦੋਂ ਲੰਕਾ ਸਾਧ ਸੰਗ ਜੀ ਸਾਰੇ ਇਹਦਾ ਰਾਜ ਭਵਿੱਖ ਨੂੰ ਦੇ ਦਿੱਤਾ, ਤੇ ਜਿਹੜੀ ਮਦੋਦਰੀ ਸੀ ਇਹ ਜਾ ਕੇ ਰਾਮ ਦੇ ਪੈਰਨ ਫੜ ਕੇ ਕਹਿੰਦੀ ਮੈਂ ਪਤੀ ਦਾ ਸੰਸਕਾਰ ਕਰਨਾ। ਕਹਿੰਦੇ ਮੇਰਾ ਤਾਂ ਕੋਈ ਬੈਰ ਹੀ ਨਹੀਂ, ਤੇਰੇ ਪਤੀ ਨਾਲ ਸੰਸਕਾਰ ਕਰ ਸਕਦੀ ਹੈ। ਕਹਿੰਦੇ ਜੀ ਸਾਡੇ ਰਿਵਾਜ ਹੈ ਵੀ 4 ਰੱਤੀ ਸੋਨਾ ਮੂੰਹ 'ਚ ਪਾਉਣੇ, ਸੋਨਾ ਚਾਹੀਦਾ ਹੈ। ਰਾਮਚੰਦਰ ਜੀ ਕਹਿੰਦੇ ਮੈਂ ਤਾਂ ਲੰਕਾ ਦਾਨ ਕਰ ਦਿੱਤੀ ਬ੍ਰਾਹਮਣ ਨੂੰ,
ਮੇਰਾ ਤਾਂ ਹੱਕ ਹੀ ਨਹੀਂ ਲੰਕਾ ਤੇ, ਮੈਂ ਤਾਂ ਸਾਰੀ ਲੰਕਾ ਦੇ ਦਿੱਤੀ, ਸੋਨਾ ਵਿੱਚੇ ਹੋ ਗਿਆ, ਮੇਰੇ ਕੋਲ ਸੋਨਾ ਕਿੱਥੇ ਹੈ? ਵਿਭੀਸ਼ਣ ਤੋਂ ਮੰਗ ਲੈ। ਮਹਾਂਪੁਰਖ ਕਹਿੰਦੇ ਫਿਰ ਇਹ ਸ਼ਰੀਕ ਜਾਣ ਕੇ ਉਹਦੇ ਕੋਲੋਂ ਮੰਗਿਆ ਨਹੀਂ ਸ਼ਰਮ ਦੇ ਮਾਰਿਆਂ। ਤੇ ਇੱਕ ਥਾਂ ਇਹ ਵੀ ਆ, ਕਹਿੰਦੇ ਉਹਦੇ ਕੋਲੋਂ ਜਾ ਕੇ ਮੰਗਿਆ, ਉਹ ਕਹਿੰਦਾ ਮੇਰੇ ਕੋਲ ਤਾਂ ਹੈ ਹੀ ਨਹੀਂ, ਇਹ ਤਾਂ ਲੰਕਾ ਉਹਨਾਂ ਦੀ ਇਮਾਨਤ ਹੈ, ਮੈਂ ਦੇ ਨਹੀਂ ਸਕਦਾ। ਕਹਿੰਦੇ ਬਿਨਾਂ ਹੀ ਮੂੰਹ ਦੇ ਵਿੱਚ ਸੋਨਾ ਪਾਏ ਤੋਂ ਇਹਨੂੰ ਫੂਕਿਆ ਸੀ। ਇਹ ਵੀ ਰੋਂਦਾ ਗਿਆ। ਸੀਤਾ ਨੂੰ ਐਨੇ ਹੰਕਾਰ ਵਿੱਚ ਇਹਦੇ ਘਰ ਵਾਲੀ ਨੇ ਕਿਹਾ, ਇਹਦੇ ਪੁੱਤਰਾਂ ਨੇ ਕਿਹਾ, ਇਹਦੇ ਨਾਨੇ ਨੇ ਕਿਹਾ, ਛੱਡੀ ਨਹੀਂ ਕਸਰ, ਕੋਈ ਕਿਸੇ ਦੀ ਨਹੀਂ ਮੰਨੀ। ਸ਼ਾਂਤੀ ਦੂਤ ਭੇਜੇ ਗਏ ਅੰਗਦ ਵਰਗੇ, ਨਹੀਂ ਮੰਨੇ। ਫਿਰ ਅਖੀਰ ਨੂੰ ਰੋਂਦਾ ਗਿਆ। ਕਹਿੰਦੇ ਵੀ ਤੂੰ ਕਿਹਦਾ ਵਿਚਾਰਾ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਹੇ ਸੇਠ, ਇਹ ਸਤ ਘਰੇ ਦੇ ਜਿਹੜੀ ਸਾਖੀ ਚੱਲਦੀ ਉਹ ਚੇਤੇ ਰੱਖੋ ਹਰੇਕ ਸਾਖੀ ਤੋਂ ਬਾਅਦ। ਅੱਗੇ ਮਹਾਰਾਜ ਹੋਰ ਪ੍ਰਮਾਣ ਦਿੰਦੇ ਨੇ ਗੁਰੂ ਨਾਨਕ ਸਾਹਿਬ। ਰੋਵਹਿ ਪਾਂਡਵ ਭਏ ਮਜੂਰ। ਪੰਜੇ ਪਾਂਡਵ ਵਿਰਾਟ ਰਾਜੇ ਦੇ ਇਹ ਮਜ਼ਦੂਰ ਪਏ ਹੋ ਰਹੇ। ਪੰਜੇ ਪਾਂਡਵ ਜਿਹੜੇ ਬੜੇ ਉਸ ਵੇਲੇ ਫਿਰ ਸਾਧ ਸੰਗੀ ਰੋਏ ਸੀ, ਇੰਨੇ ਵੱਡੇ ਰਾਜੇ ਹੋ ਕੇ ਮਜ਼ਦੂਰੀ ਕਰ ਰਹੇ ਹਾਂ। ਤੇ ਜਦੋਂ ਸਭਾ ਦੇ ਵਿੱਚ ਕ੍ਰੀਕ ਦ੍ਰੋਪਦੀ ਨੂੰ ਬਾਹੋਂ ਪਕੜ ਕੇ ਨਾ ਉਹਨਾਂ ਦੇ ਸਾਹਮਣੇ ਬੇਇੱਜ਼ਤੀ ਕਰਨ ਲੱਗਿਆ, ਪਾਂਡਵ ਉਸ ਵੇਲੇ ਰੋਏ ਵੀ ਅਸੀਂ ਆਪਣੀ ਪੰਜ ਇਹਦੇ ਪਤੀ ਤੇ ਇਹਦੀ ਇੱਜ਼ਤ ਨਹੀਂ ਬਚਾ ਸਕੇ। ਤੇ ਉਹ ਸਾਧ ਸੰਗੀ ਆਪਣੀ ਦਿਮਾਗ ਦੀ ਸ਼ਕਤੀ ਨਾਲ ਬਚੀ ਸੀ, ਦ੍ਰੋਪਦੀ ਨਹੀਂ ਬਚ ਨਹੀਂ ਸੀ ਸਕਦੀ। ਉਹਨੇ ਉਸੇ ਵੇਲੇ ਦਾ ਖੇਡਿਆ, ਕਹਿੰਦੀ ਤੂੰ ਇਸ ਤਰ੍ਹਾਂ ਬੇਪਤੀ ਨਾ ਕਰਨ, ਵਾਲੀ ਤੇਰੀ ਬਦਨਾਮੀ ਹੋਣ ਵਾਲੀ ਮੇਰੀ, ਤੂੰ ਰਾਤ ਨੂੰ ਮੈਂ ਆਪੇ ਆ ਜਾਊਂਗਾ, ਦੱਸ ਕਿੱਥੇ ਆਵਾਂ। ਉਹਨੇ ਦੱਸਿਆ ਵੀ ਫਲਾਣੇ ਥਾਂ। ਉਹਨੇ ਜਾ ਕੇ ਭੀਮ ਨੂੰ ਦੱਸਿਆ। ਭੀਮ ਕਹਿੰਦਾ ਦੇ ਮੈਨੂੰ ਆਪਣੇ ਵਾਲੇ ਕੱਪੜੇ। ਉਹਦੇ ਵਾਲੇ ਕੱਪੜੇ ਪਾ ਕੇ ਭੀਮ ਗਿਆ ਸੀ। ਫਿਰ ਸਾਧ ਸਿੰਘ ਜੀ ਪਾੜ ਕੇ ਰੱਖ ਦਿੱਤਾ ਸੀ ਉਹਨੂੰ, ਉਹਦਾ ਸਿਰ ਉਹਦੇ ਢਿੱਡ ਦੇ ਵਿੱਚ ਧਸੋ ਦਿੱਤਾ ਸੀ। ਜਿੰਨੇ ਉਹਦੇ ਭਰਾ ਆਏ ਉਹ ਵੀ ਚੱਕ ਕੇ ਚਕਾ ਸਿੱਟ ਕੇ ਫੂਕ ਦਿੱਤੇ ਸੀ ਭੀਮ ਨੇ। ਤੇ ਉਹ ਸਾਧ ਸਿੰਘ ਜੀ ਉਸ ਵੇਲੇ ਫਿਰ ਰੋਏ ਸੀ। ਜਿਨ ਕੇ ਸੁਆਮੀ, ਇਹ ਵੀ ਪੜ੍ਹ ਦੋ ਜੀ। ਜਿਨ ਕੈ ਸੁਆਮੀ ਰਹਿਤ ਹਦੂਰ। ਜਿਨ੍ਹਾਂ ਦੇ ਸੁਆਮੀ ਮਾਲਕ ਭਗਵਾਨ ਕ੍ਰਿਸ਼ਨ ਦੁਆਪਰ ਦੇ ਅਵਤਾਰ, ਉਹ ਨੇੜੇ ਹਰ ਵਕਤ ਉਹਨਾਂ ਦੇ ਕੋਲ ਰਹਿਣ ਵਾਲੇ ਸੀ। ਹਦੂਰ ਮਤਲਬ ਨੇੜੇ ਸੀ, ਕਿਉਂਕਿ ਭੂਆ ਦੇ ਪੁੱਤ ਸੀ। ਤੇ ਇਹ ਰਿਸ਼ਤੇ ਦਾ ਕੁੰਤੀ ਜਿਹੜੀ ਆ ਭੂਆ ਲੱਗਦੀ ਸੀ ਭਗਵਾਨ ਕ੍ਰਿਸ਼ਨ ਦੀ, ਉਹਦੇ ਪੁੱਤ ਸੀ। ਤੇ ਹੁਣ ਭੀਮਸੈਨ ਬਲਬ ਨਾਮ ਰਖਾ ਕੇ ਰਸੋਈਆ ਬਣ ਕੇ ਨੌਕਰੀ ਕਰਦਾ ਰਿਹਾ ਵਿਰਾਟ ਰਾਜ ਦੇ। ਅਰਜਨ ਬਿਹੰਡੜਾ ਬਣ ਕੇ ਉਹਦੀ ਪੁੱਤਰੀ ਨਿਰਤਕਾਰੀ ਸਿਖਾਉਂਦਾ, ਨੱਚਦਾ ਰਿਹਾ। ਨਕਲ ਗ੍ਰੰਥੀਪਾਲ ਹੋ ਕੇ ਘੋੜਿਆਂ ਦੀ ਸੇਵਾ ਕਰਦਾ ਰਿਹਾ। ਸਹਿਦੇਵ ਤੰਤੀਪਾਲ ਹੋ ਕੇ ਗਊਆਂ ਦੀ ਰੱਖਿਆ ਕਰਦਾ ਰਿਹਾ, ਗਊ ਪਾਲਦਾ ਰਿਹਾ। ਤੇ ਦ੍ਰੋਪਦੀ ਸਿੰਦਰੀ ਨਾਮ ਰਖਾ ਕੇ ਰਾਣੀ ਦੀ ਦਾਸੀ ਬਣ ਕੇ, ਨੈਣ ਬਣ ਕੇ ਉਹਦਾ ਸਿਰ ਵਾਹਿਆ ਕਰੇ, ਸਿਰ ਗੁੰਦਿਆ ਕਰੇ। ਇਉਂ ਰੋਏ ਸਾਰੇ। ਇਹ ਸਾਰਾ ਪ੍ਰਸੰਗ ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਆਉਂਦਾ ਹੈ। ਇਸ ਪ੍ਰਕਾਰ ਇਹ ਪਾਂਡਵ ਵੀ ਉਸ ਵੇਲੇ ਰੋਏ, ਬਹੁਤੇ ਰੋਏ ਕਿ ਦੇਖੋ ਸਮੇਂ ਦੀਆਂ ਗੱਲਾਂ, ਜੇ ਅਸੀਂ ਜੂਆ ਖੇਡਿਆ ਤਾਂ ਆਹ ਹਾਲ ਹੋਇਆ। ਪਹਿਲਾਂ ਉੱਥੇ ਬੇਇੱਜ਼ਤੀ ਹੋ ਚੱਲੀ, ਰਸਤੇ 'ਚ ਫੇਰੇ ਹੋਏ ਇੱਕ ਭਾਈ ਇਹੋ ਜਿਹਾ ਟੱਕਰਿਆ ਸੀ, ਉਹ ਰਿਸ਼ਤੇਦਾਰੀ ਦੇ ਵਿੱਚੋਂ ਸੀ, ਉਹ ਸਾਧ ਸਿੰਘ ਜੀ ਉਹਦਾ ਵੀ ਬੇਹਾਲ ਕਰਕੇ ਮਾਰਿਆ। ਇਹਦੇ 'ਚ ਬਜਾਈ ਤੇ ਬਿਫਤਾ ਪੈਂਦੀ ਰਹੀ ਦ੍ਰੋਪਦੀ ਦੇ ਉੱਤੇ, ਫੇਰ ਕ੍ਰੀਕ ਦੀ ਬਿਫਤਾ ਪੈ ਗਈ। ਇਹ ਫਿਰ ਰੋਵੇ ਸੀ ਜਦੋਂ ਅਤ ਦਰਜੇ ਦੇ ਇਹ ਸਾਧ ਸਿੰਘ ਜੀ ਵਿਰਾਟ ਰਾਜੇ ਨੂੰ ਵੀ ਨਹੀਂ ਸੀ ਪਤਾ ਵੀ ਉਹ ਨੇ। ਇਹ ਗੁਪਤ ਜਿਹੜਾ 13ਵਾਂ ਸਾਲ ਕੱਟਣਾ ਸੀ ਉੱਥੇ ਵਿਰਾਟ ਰਾਜੇ ਦੇ ਕੱਟਿਆ ਸੀ। ਇਉਂ ਰੋਂਦੇ ਰਹੇ ਇਹ ਵੀ। ਰੋਵੇ ਜਨੇਜਾ ਖੋਏ ਗਿਆ। ਤੇ ਉਸ ਵੇਲੇ ਸਾਧ ਸਿੰਘ ਜੀ ਫਿਰ ਕਹਿੰਦੇ ਜਿਹੜਾ ਜਨਮੇਜਾ ਸੀ, ਤੇ ਇਹ ਵੀ ਰੋਇਆ। ਕਿਵੇਂ ਰੋਇਆ ਜਨਮੇਜਾ? ਹੁਣ ਜੇ ਜਿੰਨੀ ਦੇਰ ਤੱਕ ਇਹਨੂੰ ਪੜਾਂਗੇ ਇਹਨੇ ਵੀ ਜਨਮੇਜਾ ਰੋਇਆ ਕਿਵੇਂ ਹੈ। ਰੋਇਆ ਜਨਮੇਜਾ ਖੋਏ ਗਿਆ। ਖੱਖੇ ਨੂੰ ਅੰਕੜ ਪਾਈ, ਖੱਖੇ ਦਾ ਹੋੜਾ ਨਾਲ ਖੋਏ ਗਿਆ, ਨਹੀਂ ਕਹਿਣਾ ਖੋਏ ਗਿਆ। ਜਦੋਂ ਵਿਆਸ ਰਿਸ਼ੀ ਨੇ ਬਚਨਾਂ ਨੂੰ ਭੁਲਾ ਦਿੱਤਾ ਸੀ ਇਸਨੇ, ਰਾਜਾ ਜਨਮੇਜਾ ਜੀ ਬਹੁਤ ਰੋਇਆ ਸੀ। ਉਹਦਾ ਕਾਰਨ ਇਹ ਸੀ, ਏਕੀ ਕਾਰਨ ਪਾਪੀ ਭਇਆ। ਇੱਕ ਇਸਤਰੀ ਦੇ ਕਾਰਨ ਪਾਪੀ ਹੋ ਗਿਆ। ਇੱਕ ਵਿਆਸ ਦਾ ਕਿਹਾ ਹੋਇਆ ਬਚਨ ਕਿ ਪਰਮੇਸ਼ਰ ਦਾ ਭਾਣਾ ਵਰਤ ਕੇ ਰਹਿੰਦਾ ਹੈ, ਉਹਨੂੰ ਨਾ ਮੰਨਣ ਕਰਕੇ ਇੱਕ ਕਾਰਨ ਕਰਕੇ ਪਾਪੀ ਹੋ ਗਿਆ। ਇਹ ਗੱਲ ਨਾ ਮੰਨਣ ਕਰਕੇ ਪਾਪੀ ਹੋ ਗਿਆ, ਭਾਵ ਕੋੜ੍ਹ ਦਾ ਰੋਗ ਹਟਿਆ ਨਹੀਂ ਉਹਦੇ ਵਿੱਚ ਹੀ। ਉਹਨੇ ਕਿਉਂਕਿ ਸ਼ੰਕਾ ਕਰ ਦਿੱਤੀ ਸੀ ਇਤਿਹਾਸ ਦੇ ਉੱਤੇ ਵੀ ਹਾਥੀ ਕਿਵੇਂ ਅਸਮਾਨ ਨੂੰ ਚੜ੍ਹਾਏ ਜਾ ਸਕਦੇ ਨੇ। ਉਹ ਕਾਰਨ ਇਹ ਐਸਾ ਸੀ, ਦੁਆਪਰ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਤੇ ਜੋ ਵਿਸ਼ਨੂੰ ਦਾ ਅਵਤਾਰ ਨੇ, ਉਹਨਾਂ ਦੇ ਭੂਆ ਦੇ ਪੁੱਤਰ ਸੀ ਇਹ ਸਾਰੇ। ਤੇ ਉਹ 5 ਭਰਾ ਹੋਏ। ਅਰਜਨ ਦਾ ਅੱਗੇ ਪੁੱਤਰ ਸੀ ਅਭਿਮਨੂ। ਅਭਿਮਨੂ ਜਿੱਥੇ ਅਰਜਨ ਦਾ ਪੁੱਤਰ ਸੀ ਤੇ ਭਗਵਾਨ ਕ੍ਰਿਸ਼ਨ ਦਾ ਸਖਾ ਭਾਣਜਾ ਹੈ, ਕਿਉਂਕਿ ਕ੍ਰਿਸ਼ਨ ਦੀ ਭੈਣ ਜਿਹੜੀ ਸੁਭਦਰਾ ਹੈ ਉਹ ਅਰਜਨ ਨੂੰ ਵਿਆਹੀ ਹੋਈ ਸੀ। ਅਭਿਮਨੂ ਦਾ ਅੱਗੇ ਪੁੱਤਰ ਜਿਹੜਾ ਹੋਇਆ ਰਾਜਾ ਪ੍ਰੀਸ਼ਤ, ਇਹ ਬੜਾ ਧਰਮੀ ਰਾਜਾ ਸੀ। ਉਹਦੇ ਅੱਗੇ ਜਿਹੜਾ ਪੁੱਤਰ ਉਹ ਹੋਇਆ ਜਨਮੇਜਾ, ਜਿਹਦਾ ਇੱਥੇ ਨਾਂ ਲੈਂਦੇ ਨੇ ਮਹਾਰਾਜ। ਇਹ ਸਾਰਾ ਪ੍ਰਸੰਗ ਸ੍ਰੀ ਦਸਮ ਗ੍ਰੰਥ ਕਲਗੀਧਰ ਪਿਤਾ ਮਹਾਰਾਜ ਨੇ ਲਿਖਿਆ ਹੈ।
ਉਹਦੇ ਚ ਕਹਿੰਦੇ ਰਾਜ ਕੋ ਗ੍ਰਹਿ ਪਾਏ ਕੇ ਜਨਮੇਜ ਰਾਜ ਮਹਾਨ ਸੂਰਬੀਰ ਹਠੀ ਤਪੀ 10-4 ਨਿਧਾਨ। ਇਹ ਗੁਰੂ ਗੋਬਿੰਦ ਸਿੰਘ ਦੇ ਬੋਲ ਨੇ। ਇਹ ਜਨਮੇਜਾ ਰਾਜਾ ਜਪੀ ਤਪੀ ਹਠੀ ਸੀ, 14 ਵਿਦਿਆ ਪੜ੍ਹਿਆ ਹੋਇਆ ਸੀ, ਬੜਾ ਵਿਦਵਾਨ ਸੀ। ਰਾਜਗੱਦੀ ਪਾ ਕੇ ਧਰਮ ਦੇ ਕੰਮ ਕਰਦਾ, ਜਗ ਕਰਦਾ। ਆਪਣੇ ਗੁਰਦੇਵ ਬਿਆਸ ਨੂੰ ਬੁਲਾ ਕੇ ਕਥਾ ਸੁਣਨ ਲੱਗੇ ਦਾ ਫੁਰਨਾ ਕਰਿਆ। ਉਹ ਜਦੋਂ ਪ੍ਰਸੰਗ ਆਇਆ ਬਿਆਸ ਜੀ ਨੇ ਸੁਣਿਆ, ਇਹਨੂੰ ਸੁਣਾਇਆ ਸਾਰਾ ਵੀ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਬਰਾੜ ਰਾਜ ਦੇ ਜਾ ਕੇ ਨੌਕਰ ਬਣ ਕੇ ਰਹਿਣਾ ਪਿਆ। ਉਹ ਕਹਿੰਦਾ ਗੁਰਦੇਵ ਮੈਨੂੰ ਇੱਕ ਗੱਲ ਦੱਸੋ ਬਈ ਮੈਂ ਪੁੱਛਣਾ ਚਾਹੁੰਦਾ ਵੀ ਐਡੇ ਵੱਡੇ ਸਿਆਣੇ ਹੋ ਕੇ ਪਹਿਲੀ ਤਾਂ ਗੱਲ ਹੈ ਸਾਡੇ ਬਜ਼ੁਰਗਾਂ ਨੂੰ ਜੂਆ ਹੀ ਨਹੀਂ ਸਿਖੜਨਾ ਚਾਹੀਦਾ। ਜੂਏ 'ਚ ਦ੍ਰੋਪਦੀ ਨੂੰ ਹਾਰ ਗਏ, ਵੱਡਾ ਕਲੇਸ਼ ਛੁੜਿਆ, ਮਹਾਭਾਰਤ ਦਾ ਜੰਗ ਹੋਇਆ, ਉਹਦੇ 'ਚ ਕਿੰਨੀਆਂ ਖੂਣੀਆਂ, 7 ਉਹਨਾਂ ਦੀਆਂ, 11 ਉਹਨਾਂ ਦੀਆਂ, 18 ਖੂਣੀਆਂ ਖਤਮ ਹੋਈਆਂ। ਵੀ ਇਹ ਕਾਰਨ ਕੀ ਵਰਤਿਆ? ਵੀ ਉਹਨਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਸੀ। ਭਗਵਾਨ ਕ੍ਰਿਸ਼ਨ ਕੋਲ ਸੀ, ਉਹਨਾਂ ਨੇ ਕਿਉਂ ਨਾ ਰੋਕਿਆ? ਸਕੇ ਭੂਆ ਦੇ ਪੁੱਤ ਸੀ, ਉਹ ਸਮਝਾ ਲੈਂਦੇ। ਤੇ ਐਸਾ ਕਿਉਂ ਹੋਇਆ? ਤਾਂ ਉਸ ਵੇਲੇ ਸਾਧ ਸੰਗਤ ਜੀ ਮਹਾਰਿਸ਼ੀ ਵਿਆਸ ਜੀ ਕਹਿਣ ਲੱਗੇ ਪੁੱਤਰ ਇਹ ਹੋਣਹਾਰ ਟਲਿਆ ਨਹੀਂ ਕਰਦੇ। ਮਹਾਰਾਜ ਨੇ ਲਿਖਿਆ ਸਾਹਾ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੈ ਬਲਰਾਮ ਜੀਓ। ਉਹ ਹੋ ਕੇ ਰਹਿੰਦਾ। ਇਹ ਗੱਲ ਜਨਮੇਜਾ ਰਾਜਾ ਕਹਿਣ ਲੱਗਿਆ ਨਹੀਂ ਗੁਰਦੇਵ, ਜੇ ਅੱਗੇ ਖੂਹ ਹੋਵੇ, ਟੋਆ ਹੋਵੇ ਤੇ ਜਾਣ ਬੁੱਝ ਕੇ ਕੋਈ ਖੂਹ 'ਚ ਥੋੜੀ ਡਿੱਗਦਾ ਹੁੰਦਾ ਹੈ। ਬਿਆਸ ਜੀ ਨੇ ਕਿਹਾ ਵੀ ਭਾਵੀ ਤੋਂ ਨਹੀਂ ਕੋਈ ਬਚ ਸਕਦਾ, ਹੋਣਹਾਰ ਸੋ ਹੋਏ ਹੈ। ਕਹਿੰਦਾ ਜੀ ਨਹੀਂ ਮੈਂ ਸਹਿਮਤ ਨਹੀਂ। ਕਹਿੰਦੇ ਫਿਰ ਤੈਨੂੰ ਦੱਸ ਦਿੰਦੇ ਆ ਵੀ ਤੇਰੇ ਨਾਲ ਹੋਣਹਾਰ ਵਰਤੂਗੀ, ਤੂੰ ਹੀ ਬਚ ਕੇ ਦੇਖ ਲਈ। ਕਹਿੰਦਾ ਜੀ ਦੱਸੋ, ਮੈਨੂੰ ਪਤਾ ਹੋਊਗਾ ਮੈਂ ਬਚੂੰਗਾ। ਤੇ ਵਿਆਸ ਜੀ ਕਹਿਣ ਲੱਗੇ ਵੀ ਗੱਲ ਇਸ ਤਰ੍ਹਾਂ ਹੈ ਵੀ ਕਾਂਸੀ ਦੇ ਰਾਜੇ ਦੀ ਪੁੱਤਰੀ ਨਾਲ ਤੇਰੀ ਹੋਊਗੀ ਸ਼ਾਦੀ, ਦਾਜ ਦੇ ਵਿੱਚ ਇੱਕ ਸੁੰਦਰ ਆਊਗੀ ਦਾਸੀ ਤੇਰੀ ਰਾਣੀ ਦੇ ਨਾਲ, ਉਹਦੇ ਰੂਪ ਤੇ ਲਭਾਇਮਾਨ ਤੂੰ ਹੋਏਗਾ, ਉਹਨੂੰ ਬਣਾਏਗਾ ਪਟਰਾਣੀ। ਫਿਰ ਇੱਕ ਘੋੜੀ ਤੇ ਚੜ੍ਹ ਕੇ ਸ਼ਿਕਾਰ ਕਰਨ ਲਈ ਆਏਗਾ, ਦਰਿਆ ਦੇ ਕਿਨਾਰੇ ਘੋੜਾ ਉਹਦੇ ਨਾਲ ਸੰਬੰਧ ਕਰੂਗਾ ਤੇ ਉਹਦੇ ਪੇਟੋਂ ਇੱਕ ਘੋੜਾ ਬਸ਼ੇਰਾ ਜੰਮੂਗਾ, ਕਾਲੇ ਕੰਨਾਂ ਵਾਲਾ, ਚਿੱਟਾ ਦੁੱਧ ਵਰਗਾ। ਤੇ ਫਿਰ ਉਹਨੂੰ ਛੱਡ ਕੇ ਤੂੰ ਇੱਕ ਜੱਗ ਕਰੇਗਾ, ਸਾਰਿਆਂ ਨੂੰ ਜਿੱਤੇਗਾ, ਕੋਈ ਤੇਰੇ ਅੱਗੇ ਨਹੀਂ ਅੜੂਗਾ। ਫਿਰ 18 ਗੋਤਰਾਂ ਦੇ ਬ੍ਰਾਹਮਣ ਆਉਣਗੇ ਭੋਜਨ ਛਕਣ, ਤੇਰੀ ਦਾਸੀ ਤੋਂ ਬਣੀ ਹੋਈ ਰਾਣੀ ਜਿਹੜੀ ਹੈ ਤੇ ਉਹਨੂੰ ਦੇਖ ਕੇ ਬ੍ਰਾਹਮਣ ਇੱਕ ਦੂਜੇ ਨੂੰ ਇਸ਼ਾਰਾ ਕਰਨਗੇ ਵੀ ਇਹ ਖਾਣਾ ਦੇਣ ਵਾਲੀ ਇੱਕੋ ਹੀ ਔਰਤ ਤੱਕ ਬਦਲ ਕੇ ਆਉਂਦੀ ਹੈ, ਕਿਉਂਕਿ ਹਰੇਕ ਵਾਰੀ ਕੱਪੜੇ ਬਦਲਦੀ, ਸ਼ਕੀਨਣ ਬਣੀ ਸੀ। ਉਹ ਸ਼ਕੀਨਣ ਹੋਏਗੀ, ਕੱਪੜੇ ਬਦਲ ਕੇ ਆਏਗੀ। ਤੇ ਉਹ ਫਿਰ ਖਾਣਾ ਵਰਤਾਉਣ ਵੇਲੇ ਸਾੜੀ ਦਾ ਪੱਲਾ ਉੱਡ ਜਾਏਗਾ। ਗੁਰੂ ਗੋਬਿੰਦ ਸਿੰਘ ਨੇ ਤਾਂ ਇਹ ਲਿਖਿਆ ਵੀ ਸਾੜੀ ਦਾ ਪੱਲਾ ਉੱਡਿਆ, ਪਰ ਸਾਖੀਆਂ ਵਾਲਿਆਂ ਨੇ ਲਿਖਿਆ ਵੀ ਉਹ ਖੀਰ ਦਾ ਛਿੱਟਾ ਮਾਰਿਆ ਸੀ ਉਹਦੇ ਗਿੱਟੇ ਦੇ ਉੱਤੇ, ਨਿਸ਼ਾਨੀ ਲਾਈ ਸੀ। ਜਦੋਂ ਮੁੜ ਕੇ ਆਈ ਦੇਖ ਕੇ ਹੱਸ ਪਏ। ਪਰ ਕਲਗੀਧਰ ਮਹਾਰਾਜ ਕਹਿੰਦੇ ਨੇ ਵੀ ਨਹੀਂ, ਉਹ ਸਾੜੀ ਕਿਤੇ ਹਵਾ ਨਾਲ ਉੱਡੀ, ਥੋੜੀ ਜਿਹੀ ਬੇਪਤ ਹੋ ਗਈ, ਉਹ ਹੱਸ ਪਏ। ਮੁੰਡੇ ਖੁੰਡੇ ਸੀ ਸਾਰੇ ਬ੍ਰਾਹਮਣਾਂ ਦੇ। ਕਹਿੰਦੇ ਉਸ ਵੇਲੇ ਤੈਨੂੰ ਫਿਰ ਰਾਣੀ ਕਹਿ ਕੇ ਉਹਨਾਂ ਨੂੰ ਮਰਵਾਊਗੀ। 18 ਗੋਤਰਾਂ ਦੇ ਬ੍ਰਾਹਮਣ ਮਰਿਆਂ ਤੇ ਤੇਰੇ ਕੋੜ ਹੋਊਗਾ, ਤੂੰ ਬਚ ਕੇ ਦਿਖਾ ਦੇ। ਕਹਿੰਦਾ ਜੀ ਮੈਨੂੰ ਹੁਣ ਪਤਾ ਲੱਗ ਗਿਆ। ਕਹਿੰਦੇ ਕੋੜ 'ਚ ਮਰੇਗਾ ਤੂੰ? ਕਹਿੰਦਾ ਜੀ ਮੈਂ ਕੋਈ ਗੱਲ ਨਹੀਂ, ਮੈਂ ਸਾਵਧਾਨ, ਹੁਣ ਐਸਾ ਨਹੀਂ ਹੋਊਗਾ। ਸਾਧ ਸਿੰਘ ਜੀ ਐਸਾ ਹੀ ਹੋਇਆ। ਵਿਆਹ ਹੋਇਆ ਕੰਸੀ ਦੀ ਤੇ ਉਸ ਰਾਜੇ ਦੀ ਧੀ ਦੇ ਨਾਲ ਦਾਸੀ ਆਈ, ਬੜੀ ਸੁੰਦਰ ਸੀ ਤੇ ਰੋਜ਼ ਦੇਖਦਾ ਰਿਹਾ। ਰੂਪੇ ਕਾਮੇ ਦੋਸਤ ਦੀ। ਇੱਕ ਦਿਨ ਲਭਾਇਮਾਨ ਹੋ ਗਿਆ, ਕਹਿੰਦਾ ਚਲੋ ਕੋਈ ਨਹੀਂ ਬਈ ਸ਼ਾਦੀ ਕਰਾ ਲੈਣੇ। ਕੀ ਹੋਣ ਲੱਗਦਾ, ਗਾਹਾਂ ਵਾਲੀਆਂ ਗੱਲਾਂ ਨਾ ਕਰਾਂਗੇ। ਸ਼ਾਦੀ ਕਰਾ ਲਈ, ਉਹਦੇ ਨਾਲ ਵਿਆਹ ਕਰਾ ਲਿਆ, ਪਟਰਾਣੀ ਬਣਾ ਲਈ। ਪਹਿਲਾਂ ਤਾਂ ਇਹ ਸੀ ਵੀ ਪਟਰਾਣੀ ਨਾ ਬਣਾਂਗੇ, ਪਟਰਾਣੀ ਬਣਾ ਲਈ। ਉਦੋਂ ਬਾਅਦ ਸਾਧ ਸਿੰਘ ਜੀ ਫਿਰ ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਚਲੋ ਆਪਾਂ ਘੋੜੀ ਨਹੀਂ ਖਰੀਦਣੀ, ਕੋਈ ਘੋੜਾ ਹੀ ਨਹੀਂ ਖਰੀਦਣਾ ਕੋਈ। ਤੇ ਘੋੜੇ ਮਰਦੇ ਘੱਟ ਹੋ ਗਏ, ਕੁਝ ਬਿਮਾਰ ਹੋ ਗਏ। ਤੇ ਵਜ਼ੀਰ ਕਹਿਣ ਲੱਗੇ ਜੀ ਇਦੋਂ ਤਾਂ ਫਿਰ ਰਾਜ ਕੋਈ ਹੋਰ ਦੱਬ ਲੂਗਾ, ਤੁਹਾਨੂੰ ਘੋੜੀ ਕਿਹਾ, ਘੋੜੀ ਨਾ ਖਰੀਦੋ, ਘੋੜੇ ਦਾ ਖਰੀਦੋ। ਕਹਿੰਦਾ ਠੀਕ ਹੈ। ਆਗਿਆ ਦੇਤੀ, ਘੋੜੇ ਖਰੀਦਣ ਵਾਲਾ ਆ ਗਿਆ, ਨਾਲ ਇੱਕ ਸੁੰਦਰ ਘੋੜੀ ਉਹਦੇ ਬਛੇਰੀ। ਉਹ ਕਹਿੰਦਾ ਰਾਜਨ ਘੋੜੀ ਤਾਂ ਲੈ ਲੈ, ਪਰ ਇਸ ਬਛੇਰੀ ਵਰਗੀ ਘੋੜੀ ਕੋਈ ਦੁਨੀਆ ਦੇ ਵਿੱਚ ਨਹੀਂ ਹੈ ਕੋਈ। ਉਹ ਕਹਿੰਦਾ ਚਲੋ ਵਜ਼ੀਰ ਖਰੀਦ ਲੈਂਦੇ ਆ, ਇਹਦੇ ਤੇ ਨਾ ਸਵਾਰੀ ਕਰਾਂਗੇ। ਬੰਨ ਲਈ ਘੋੜੀ ਖੜੀ ਹੈ। ਘੋੜੇ ਤਬੇਲਿਆਂ ਵਾਲਾ ਇੱਕ ਦਿਨ ਉਹ ਕਹਿੰਦਾ ਦੇਖੋ ਜੀ ਕਿੰਨੀ ਸੋਹਣੀ ਕੜੀ ਆ, ਉਹ ਤੁਹਾਡੇ ਚੜ੍ਹਨ ਵਾਲੀ ਸੀ ਘੋੜੀ। ਉਹ ਕਹਿੰਦਾ ਵੀ ਚਲੋ ਆਪਾਂ ਚੜ੍ਹਦੇ ਆਂ। ਉਹਨੇ ਕਿਹਾ ਸੀ ਦਰਿਆ ਵਾਲੇ ਪੱਛਮ ਵਾਲੇ ਪਾਸੇ ਦਰਿਆ, ਉੱਥੇ ਨਾ ਜਾਈ, ਮੈਂ 3 ਦਿਸ਼ਾ 'ਚ ਘੁੰਮ ਲੂਗਾ। ਉਹ ਸਾਧ ਸਿੰਘ ਜੀ ਸ਼ਿਕਾਰ ਕਰਨ ਗਿਆ, ਚੌਥੀ ਦਿਸ਼ਾ ਨੂੰ ਘੋੜੀ ਆਪ ਹੀ ਖਿੱਚ ਕੇ ਲੈ ਗਈ। ਦਰਿਆ ਦੇ ਕਿਨਾਰੇ
ਉੱਥੇ ਬੰਨ ਕੇ ਸੌਂ ਗਿਆ। ਆਲਸ ਪੈ ਗਈ, ਦਰਿਆਈ ਘੋੜਾ ਆਇਆ, ਸੰਬੰਧ ਹੋਇਆ, ਉਹਨੂੰ ਪਤਾ ਵੀ ਨਹੀਂ ਲੱਗਿਆ। ਜਦੋਂ ਘੋੜੀ ਸੂਈ ਉਦੋਂ ਹੀ ਪਤਾ ਲੱਗਿਆ। ਉਹ ਬਸ਼ੇਰਾ ਉਹਦੇ ਕਾਲੇ ਕੰਨ ਤੇ ਚਿੱਟਾ ਦੁੱਧ ਵਰਗਾ, ਉਹ ਦੇਖ ਕੇ ਸਾਸ ਜੀ ਰਾਜ ਸੂ ਜੱਗ ਕੀਤਾ, ਰਾਜੇ ਸਾਰੇ ਜਿੱਤ ਲਏ। ਤੇ ਫਿਰ ਕਹਿੰਦਾ ਵੀ ਚਲੋ ਆਪਾਂ ਰਾਜ ਜਿੱਤ ਲੈਨੇ ਆ ਤੇ ਬ੍ਰਾਹਮਣ ਨਾ ਸੱਦਾਂਗੇ। ਅਖੀਰ ਨੂੰ ਕਹਿੰਦੇ ਐਡਾ ਵੱਡਾ ਰਾਜ ਤੂੰ ਬ੍ਰਾਹਮਣ ਸੱਦ, ਰਾਣੀ ਦੀ ਨਾ ਗੱਲ, ਬ੍ਰਾਹਮਣ ਸੱਦ ਲਏ 18 ਗੋਤਰਾਂ ਦੇ। ਤੇ ਜਿਸ ਵੇਲੇ ਉਹ ਰਾਣੀ ਆਈ, ਪੱਲਾ ਜਿਹੜੀ ਪਿੱਛੇ ਸਾਨੂੰ ਸਾਖੀ ਪੱਲਾ ਉੱਡਿਆ ਦੇਖਿਆ, ਬ੍ਰਾਹਮਣ ਹੱਸ ਪਏ। ਉਹ ਰਾਣੀ ਜਾ ਕੇ ਕਹਿੰਦੀ ਇਹ ਮਸਟੰਡੇ ਕਿੱਥੋਂ ਇਕੱਠੇ ਕਰੇ, ਇਹ ਬਾਹਮਣ ਨੇ ਹੈ, ਮੇਰੀ ਬੇਇੱਜ਼ਤੀ ਕਰ ਦਿੱਤੀ, ਮੈਂ ਪਟਰਾਣੀ ਆ, ਤੇ ਹੁਕਮ ਦੇ ਇਹਨਾਂ ਨੂੰ ਮਰਵਾ। ਉਹ ਮਰਵਾ ਦਿੱਤਾ, ਕੋੜ ਹੋ ਗਿਆ। ਕੋੜ ਜਦੋਂ ਹੋ ਗਿਆ ਸਾਸੀ, ਫਿਰ ਇਹ ਰੋਵੇ ਜਨਮੇਜਾ। ਜਨਮੇਜਾ ਫਿਰ ਉਸ ਵੇਲੇ ਰੋਇਆ। ਪੜ੍ਹ ਦੋ ਪੰਕਤੀ ਦੁਆਰੇ। ਫਿਰ ਰੋਵੇ ਜਨਮੇਜਾ ਖੋਏ ਗਿਆ, ਉਹ ਫਿਰ ਸਮਾਂ ਖੋ ਲਿਆ ਕੋਲੋਂ। ਰੋਵੇ ਜਨਮੇਜਾ, ਸਮਾਂ ਤਾਂ ਹੱਥੋਂ ਖੋ ਲਿਆ। ਤੇ ਇੱਕੋ ਹੀ ਕਾਰਨ ਹੋਇਆ ਹੈ ਕਿ ਬੋਲ ਦੋ, ਇੱਕ ਹੀ ਕਾਰਨ ਪਾਪੀ ਭਇਆ। ਇੱਕੋ ਹੀ ਕਾਰਨ ਕਰਕੇ ਵੀ ਗੁਰੂ ਦਾ ਬਚਨ ਨਾ ਮੰਨਿਆ, ਪਾਪੀ ਹੋ ਗਿਆ। ਤੇ ਬਿਆਸ ਜੀ ਨੂੰ ਫਿਰ ਜਾ ਕੇ ਕਹਿੰਦਾ, ਗੁਰਦੇਵ ਵੀ ਤੁਹਾਡਾ ਬਚਨ ਤਾਂ ਸੱਚਾ ਹੋ ਗਿਆ, ਵੀ ਹੁਣ ਤੁਸੀਂ ਐਂ ਦੱਸੋ ਵੀ ਕੋੜ ਦੀ ਨਿਵਰਤੀ ਕਰ ਸਕਦੇ ਹੋ? ਕਹਿੰਦੇ ਹੋ ਤਾਂ ਸਕਦੀ ਹੈ, ਵੀ ਬਚਨ ਤਾਂ ਪਹਿਲਾਂ ਵੀ ਨਹੀਂ ਮੰਨਿਆ, ਜੇ ਹੁਣ ਮੰਨਿਆ ਫੇਰ ਤਾਂ ਬਈ ਤੇਰੀ ਮੌਤ ਹੀ ਹੋਊਗੀ। ਤੇ ਕਿਉਂਕਿ ਭਾਵੀ ਵਰਤ ਰਹੀ ਹੈ, ਜਿਹੜੀ ਭਾਵੀ ਨੇ ਇੰਨਾ ਕੁਝ ਕਰਾਤਾ, ਬਾਕੀ ਤਾਂ ਵੀ ਹੋ ਜਾਊਗਾ। ਕਹਿੰਦਾ ਨਹੀਂ ਜੀ, ਵੀ ਹੁਣ ਮੈਂ ਪੱਕਾ ਰਹੂੰ। ਕਹਿੰਦੇ ਚੰਗਾ ਐਂ ਕਰ, ਕਥਾ ਸੁਣ, ਮੈਂ ਤੈਨੂੰ ਕਥਾ ਸੁਣਾਉਣਾ। ਮਹਾਭਾਰਤ ਦੀ ਕਥਾ ਸੁਣਾਈ। ਜਦੋਂ ਆਏ ਭੀਮ ਸਾਂਗ ਦੇ ਬੜੇ ਬੜੇ ਪ੍ਰਸੰਗ, ਕਹਿੰਦਾ ਜੀ ਇਹ ਥੋੜੀ ਹੋ ਸਕਦਾ ਵੀ ਹਾਥੀ ਆਕਾਸ਼ ਨੂੰ ਚੜ੍ਹਤੇ। ਉਹਨੇ ਵੀ ਕਰੰਗ ਸਿੱਟ ਕੇ ਦਿਖਾਤੇ ਵੀ ਆਹ ਦੇਖ ਸ਼ਕਤੀ ਦੇ ਨਾਲ, ਉਹ ਸ਼ਕਤੀਸ਼ਾਲੀ ਸੀ। ਤੇ ਉਹ ਜਿਹੜਾ ਨੱਕ ਚੜਾ ਕੇ ਕਿਹਾ ਸੀ ਨਾ, ਐ ਨਹੀਂ ਹੋ ਸਕਦਾ, ਨੱਕ ਦੇ ਉੱਤੇ ਕੋੜ ਰਹਿ ਗਿਆ, ਬਾਕੀ ਸਾਰਾ ਸਮਾਪਤ ਹੋ ਗਿਆ। ਉਸ ਕੋੜ ਦੇ ਕਾਰਨ ਹੀ ਜਨਮੇਜਾ ਮਰਿਆ ਸੀ। ਰੋਵੇ ਜਨਮੇਜਾ ਖੋਏ ਗਿਆ। ਰਾਜਾ ਜਨਮੇਜਾ ਦੇ ਮੱਤੀ ਬਰਜ ਵਿਆਸ ਪੜਾਇਆ, ਤਿੰਨ ਕਰ ਜਗ 18 ਕਾਏ, ਕਿਰਤ ਨਾ ਚੱਲੇ ਚਲਾਇਆ। ਐਵੇਂ ਨਹੀਂ ਕਿਹਾ ਮਹਾਰਾਜ, ਇਹ ਹੋ ਕੇ ਰਹਿੰਦਾ ਹੈ। ਇਸ ਕਰਕੇ ਜਨਮੇਜਾ ਵੀ ਇਸ ਪ੍ਰਕਾਰ ਇਉਂ ਸਾਧ ਸਿੰਘ ਜੀ ਰੋਇਆ, ਕੋੜ ਦੇ ਰੋਗ ਕਰਕੇ ਇਹਦੀ ਮੌਤ ਹੋਈ ਸੀ। ਮਹਾਰਾਜ ਕਹਿੰਦੇ, ਹੇ ਸੇਠ, ਐਡੇ ਐਡੇ ਸੰਸਾਰ ਤੋਂ ਚਲੇ ਗਏ। ਰੋਵਹਿ ਸੇਖ ਮਸਾਇਕ ਪੀਰ। ਕਹਿੰਦੇ ਹੋਰ ਤਾਂ ਛੱਡੋ, ਸੇਖ ਬਿਰਧ ਜਾਤੀ ਵਾਲੇ ਲੋਕ, ਮਸਾਇਕ ਮਿਹਨਤਾਂ ਕਰਨ ਵਾਲੇ ਸਾਧਕ ਲੋਕ ਰੋਬ ਹੈ, ਇਹ ਵੀ ਰੋਂਦੇ ਨੇ। ਪੀਰ ਇਹਨਾਂ ਦੇ ਬੜੇ ਬੜੇ ਗੁਰੂ ਸਾਰੇ ਰੋਂਦੇ ਹਨ। ਅੰਤ ਕਾਲ ਮਤ ਲਾਗੈ ਭੀੜ। ਅਖੀਰ ਨੂੰ ਮਰਨ ਦੇ ਸਮੇਂ ਇਹਨਾਂ ਨੂੰ ਮਤ ਵੀ ਮਤਾਂ ਸਾਨੂੰ ਕੋਈ ਕਾਲ ਦੀ ਭੀੜ ਬਿਪਤਾ ਲੱਗ ਜਾਵੇ। ਬੜੇ ਬੜੇ ਰਿਸ਼ੀਆਂ ਦੇ ਪ੍ਰਸੰਗ ਆਉਂਦੇ ਨੇ ਤੇ ਉਹ ਫਿਰ ਸਾਖੀਆਂ ਲੰਮੀਆਂ ਹੁੰਦੀਆਂ ਨੇ। ਤੇ ਕਰੰਗਾ ਜੀ ਵਰ ਕੇ ਛਿਪਣ ਦਾ ਸਾਹਸ ਜੀ, ਐਸੇ ਰਹਿਬਰਾਂ ਦੀਆਂ ਗੱਲਾਂ ਆਉਂਦੀਆਂ, ਰੋਹ ਵਿਚਾਰ ਅੱਗੇ ਦੱਸਦੇ ਹਨ। ਰੋਹਿ ਰਾਜੇ ਕੰਨ ਪੜਾਏ। ਕੰਨ ਪੜਵਾ ਕੇ, ਜੋਗੀ ਬਣ ਕੇ, ਮੁੰਦਰਾਂ ਪਾ ਕੇ, ਭਰਥਰੀ ਵਰਗੇ, ਗੋਪੀ ਚੰਦ ਵਰਗੇ ਰਾਜੇ ਵੀ ਰੋਏ। ਇੱਕ ਦਿਨ ਭਰਥਰੀ ਰੋਇਆ। ਉਹ ਕੀ ਹੋਇਆ, ਰਾਤ ਨੂੰ ਅਨਿਸਤਰ ਨਾ ਰਹਿ ਗਿਆ, ਸੁਪਨੇ ਦੇ ਪਤਤ ਹੋ ਗਿਆ। ਰੋਇਆ, ਕਹਿੰਦਾ ਓਹੋ, ਰਾਜ ਕਾਹਨੂੰ ਛੱਡਣਾ ਸੀ ਜੇ ਸੁਪਨੇ 'ਚ ਅਪਵਿੱਤਰ ਹੋਣਾ ਸੀ। ਗੋਰਖਨਾਥ ਨੇ ਕਿਹਾ ਨਹੀਂ, ਭਰਿਆ ਹੋਇਆ ਘੜਾ ਉਛਲ ਜਾਂਦਾ ਹੁੰਦਾ, ਬੇਟਾ ਤੂੰ ਇਹ ਨਾ ਕਰ। ਉਹ ਵੀ ਰੋਇਆ ਸੀ। ਗੋਪੀ ਚੰਦ ਵਰਗੇ ਵੀ ਰੋਵੇ ਰਾਜੇ ਕੰਨ ਪੜਾਏ। ਕਿਉਂ? ਜਦੋਂ ਘਰ 'ਚ ਆ ਕੇ ਭਿੱਖਿਆ ਮੰਗਦੇ ਸ਼ਰਮ ਆਉਂਦੀ ਸੀ। ਕਹਿੰਦੇ ਓਹੋ, ਅੱਜ ਅਸੀਂ ਲੋਕਾਂ ਨੂੰ ਦਾਨ ਦਿੰਦੇ ਹੋਏ ਅੱਜ ਅਸੀਂ ਖੁਦ ਹੀ ਭਿਖਾਰੀ ਬਣ ਗਏ ਹਾਂ। ਇਸ ਕਰਕੇ ਹੱਥ ਠੂਠਾ ਫੜ ਕੇ ਮੰਗਦੇ, ਭਿੱਖਿਆ ਮੰਗਦੇ ਹੋਏ। ਤੇ ਇਸ ਪ੍ਰਕਾਰ ਸਾਧ ਸਿੰਘ ਜੀ ਇਹ ਤਾਂ ਇਹ ਵੀ ਰੋਏ ਹਨ। ਘਰ ਘਰ ਮੰਗੇ, ਦੁਬਾਰੇ ਬੋਲ ਦੋ। ਘਰ ਘਰ ਮੰਗੈ ਭੀਖਿਆ ਜਾਏ। ਘਰਾਂ ਘਰਾਂ 'ਚ ਭਿਕਸ਼ਾ ਮੰਗਦੇ ਆਪਣੇ ਪੇਟ ਨੂੰ ਪਾਲਣ ਵਾਸਤੇ। ਘਰਾਂ ਘਰਾਂ 'ਚ ਬਸਤੀਆਂ ਬਸਤੀਆਂ ਫਿਰਦੇ, ਭਿਖਿਆ ਮੰਗਦੇ ਫਿਰਦੇ, ਉਹ ਵੀ ਰੋਏ ਹਨ। ਰੋਵਹਿ ਕਿਰਪਨ ਸੰਚਹਿ ਧਨ ਜਾਏ। ਤੇ ਜਿਹੜੇ ਕਿਰਪਨ ਭਾਈ ਸੋਮ, ਉਹਨਾਂ ਦਾ ਧਨ ਚਲਿਆ ਜਾਵੇ, ਉਹ ਵੀ ਬੜੇ ਰੋਂਦੇ ਹਨ। ਪੰਡਿਤ ਰੋਵਹਿ ਗਿਆਨ ਗਵਾਏ। ਜਿਹੜੇ ਕਿਤਾਬੀ ਗਿਆਨ ਪੜ੍ਹੇ ਹੋਏ ਨੇ ਉਹ ਗਵਾ ਕੇ ਪੰਡਿਤ ਵਿਦਵਾਨ ਵੀ ਬਹੁਤ ਰੋਏ ਹੈ। ਇਹਦੇ ਉੱਤੇ ਸਾਧ ਸਿੰਘ ਜੀ ਇੱਕ ਰਾਜਾ ਭੋਜ ਹੋਇਆ ਹੈ। ਉਹਦੀ ਨਗਰੀ ਇੱਕ ਪੰਡਿਤ ਆ ਗਿਆ ਦਿਗਵਿਜੇ ਕਰਦਾ ਹੋਇਆ। ਕਹਿੰਦਾ ਵੀ ਲਿਆਓ ਜਿਹੜਾ ਕੋਈ ਵਿਦਵਾਨ ਹੈ। ਤੂੰ ਰਾਜਾ ਭੋਜ, ਉਹਦੇ ਕੋਲੇ ਬੜੇ ਬੜੇ ਵਿਦਵਾਨ ਰਹਿੰਦੇ ਸੀ। ਪੰਡਿਤ ਚਰਚਾ ਕਰਨ ਮੇਰੇ ਨਾਲ। ਸਾਰੇ ਭੈ ਭੀਤ ਹੋ ਗਏ। ਕਹਿੰਦਾ ਨਹੀਂ, ਮੈਂ ਸਾਰੇ ਗ੍ਰੰਥ ਖੋਲ੍ਹਣੇ ਇਹਨਾਂ ਦੇ ਕੋਲੋਂ, ਆਪਣੇ ਆਪ ਹੀ ਗ੍ਰੰਥ ਲੈ ਦੇ, ਨਹੀਂ ਚਰਚਾ ਕਰਨ। ਪੰਡਤਾਂ ਨੇ ਇਕੱਠੇ ਹੋ ਕੇ ਸੋਚਿਆ ਵੀ ਕੀ ਕਰੀਏ, ਹੁਣ ਮੁਸੀਬਤ ਪੈ ਗਈ। ਕਹਿੰਦੇ ਵੀ ਐਂ ਕਰਦੇ ਆਂ, ਇਕੱਠੇ ਹੋ ਕੇ ਨਾ, ਇੱਕ ਤੇਲੀ ਸੀ, ਗੰਗਾ ਤੇਲੀ, ਕਾਣਾ ਸੀ ਅੱਖੋਂ,
ਉਹਨੂੰ ਜਾ ਕੇ ਕਹਿੰਦੇ ਵੀ ਤੂੰ ਐਂ ਕਰ, ਚੱਲ ਕੇ ਬਹਿਸ ਕਰ। ਉਹ ਗੱਲ ਕਰਨ ਨੂੰ ਚੁਸਤ ਸੀ ਤੇਲੀ ਬਹੁਤ, ਉਹ ਪੰਡਤ ਨਾਲ ਚਰਚਾ ਕਰਾਉਣੀ ਆ ਤੇਰੀ। ਉਹਨਾਂ ਨੇ ਸੋਚਿਆ ਜੇ ਤਾਂ ਜਿੱਤ ਗਿਆ ਤਾਂ ਅਸੀਂ ਕਹਾਂਗੇ ਸਾਡੀ ਜਿੱਤ ਹੋ ਗਈ, ਜੇ ਹਾਰ ਗਿਆ ਕਹਾਂਗੇ ਤੇਲੀ ਨੂੰ ਇਹ ਹਰਾਇਆ, ਸਾਡੇ ਨਾਲ ਤਾਂ ਨਹੀਂ ਚਰਚਾ ਹੋਈ। ਐਂ ਦਾ ਖੇਡਿਆ ਇਹਨਾਂ ਨੇ। ਪੰਡਤ ਆਸ ਵਿਚਾਰ ਕਰਕੇ ਗਾਂਗੇ ਤੇਲੀ ਕੋਲ ਆਏ, ਬੇਨਤੀ ਕੀਤੀ। ਉਹ ਰਾਜ ਸਭਾ ਦੇ ਸੋਹਣੇ ਜਿਹੇ ਬਸਤਰ ਪਵਾ ਕੇ ਨਵੀਂ ਜੁੱਤੀ ਲੈ ਕੇ ਦਿੱਤੀ ਉਹਨੂੰ, ਬਿਆਨ ਬਣ ਠਰ ਕੇ ਚੱਲਿਆ ਜੀ। ਉਹ ਚਰਚਾ ਕਰਨੀ ਆ। ਗਾਂਗਾ ਤੇਲੀ ਕਹਿਣ ਲੱਗਾ ਵੀ ਠੀਕ ਹੈ, ਚਰਚਾ ਮੈਂ ਕਰੂੰਗਾ, ਫਿਰ ਨਾ ਕਰੋ। ਬਸਤਰ ਚੰਗੀ ਜੁੱਤੀ ਪਾ ਕੇ ਤੁਰ ਪਏ। ਜਦੋਂ ਸਭਾ ਦੇ ਵਿੱਚ ਆਏ, ਪੰਡਤ ਦੇ ਪਾਸ ਪਹੁੰਚਿਆ ਤਾਂ ਉਹ ਕਰਮਕਾਂਡੀ ਪੰਡਤ ਦੇਖ ਕੇ ਬੋਲਿਆ ਸੰਸਕ੍ਰਿਤ ਦੀ ਸੁਰਤੀ, ਕਹਿੰਦਾ ਕਿੰਗ ਪੁਸਤਕ ਬਗਲੰ, ਤੇਰੀ ਕੱਛ ਵਿੱਚ ਕਿਹੜੀ ਪੁਸਤਕ ਹੈ? ਵੀ ਚਰਚਾ ਹੋਣੀ ਆ ਨਾ। ਤੇ ਉਹ ਗੰਗਾ ਤੇਲੀ ਹੁਣ ਉਹ ਕਿਹੜਾ ਪੜਿਆ ਹੋਇਆ ਸੀ ਅੱਗੋਂ, ਉਹ ਵੀ ਉਹਨੇ ਕਿਹਾ ਵੀ ਇਹ ਤਾਂ ਸੌਖੀ ਹੋਈ ਹੈ, ਇਹ ਕਿਹੜੀ ਭਾਸ਼ਾ ਔਖੀ ਹੈ, ਮੈਂ ਐਕਣੇ ਮੈਂ ਬੋਲ ਦਿੰਦਾ। ਕਹਿੰਦਾ ਕੰਟਕ ਚੂਰ ਪੁਰਾਨੰ, ਕੰਟਕ ਨਾਮ ਹੈ ਕੰਡਿਆਂ ਦਾ ਚੂਰ ਕਰਨ ਵਾਲੀ ਹੁੰਦੀ ਹੈ ਜੁੱਤੀ। ਇਹ ਪੁਰਾਣ ਹੈ, ਮੇਰੇ ਕੋਲ ਹੈ। ਜੁੱਤੀ ਲਪੇਟ ਕੇ ਨਾ ਜਦੋਂ ਨੇੜੇ ਆਇਆ ਸੀ, ਉਹ ਜੁੱਤੀ ਲਪੇਟ ਕੇ ਕੱਛ 'ਚ ਦੇ ਲਈ। ਉਹਨੇ ਕਿਹਾ ਵੀ ਆਹ ਗ੍ਰੰਥ ਕਿਹੜਾ ਹੈ? ਉਹਨੇ ਤਾਂ ਇਹ ਪੁੱਛਿਆ ਵੀ ਕੀ ਗ੍ਰੰਥ ਹੈ ਤੇਰੇ ਕੋਲ? ਕਹਿੰਦਾ ਕੰਟਕ ਚੂਰਨ ਪੁਰਾਣੰ, ਕੰਡਿਆਂ ਨੂੰ ਚੂਰ ਕਰਨ ਵਾਲਾ। ਉਹਨੇ ਕਿਹਾ ਵੀ ਮਾਰੇ ਗਏ ਤਾਂ ਨਵਾਂ ਹੀ ਆ ਗਿਆ ਕੋਈ ਇਸ ਤਰ੍ਹਾਂ, ਇਹ ਤਾਂ ਪੁਰਾਣ ਮੈਂ ਸੁਣਿਆ ਨਹੀਂ, ਇਹ ਤਾਂ ਮੈਨੂੰ ਹਰਾ ਦੂਗਾ। ਕਹਿੰਦਾ ਬੋਲੀ, ਕਹਿੰਦਾ ਵੀ ਦੱਸ, ਰਾਜਾ ਬੈਠਾ ਇਹਨੇ ਨਿਆਂ ਕਰਨਾ ਵੀ ਤੂੰ ਆਇਆ ਚਰਚਾ ਕਰਨ। ਬ੍ਰਾਹਮਣ ਉਹਦੇ ਪਿੱਛੇ ਬੈਠੇ ਸਾਰੇ। ਕਹਿੰਦਾ ਵੀ ਦੱਸ ਚਰਚਾ ਕਿਵੇਂ ਕਰਨੀ ਹੈ? ਕਹਿੰਦਾ ਜਿਵੇਂ ਤੇਰੀ ਮਰਜ਼ੀ ਹੈ। ਤੇਲੀ ਵੀ ਪੂਰਾ ਮਸਾਂ ਤਾਂ ਉਹਨੂੰ ਮੌਕਾ ਮਿਲਿਆ ਰਾਜੇ ਦੀ ਸਭਾ 'ਚ ਬੈਠਣ ਦਾ, ਉਹਦਾ ਵਿਚਾਰਾ ਤੇਲ ਹੀ ਕੱਢਦਾ ਰਿਹਾ ਸਾਰੀ ਉਮਰ। ਉਹ ਕਹਿੰਦਾ ਵੀ ਮੇਰਾ ਖਿਆਲ ਹੈ ਵੀ ਉਹਨੇ ਕਿਹਾ ਵੀ ਇਹ ਗ੍ਰੰਥ ਦੇ ਵਿੱਚੋਂ ਸ਼ਲੋਕ ਬੋਲਿਆ, ਉਹ ਤਾਂ ਮੈਂ ਹਾਰ ਜੂੰਗਾ। ਉਹਨੂੰ ਕਹਿੰਦਾ ਵੀ ਜੇ ਇਸ਼ਾਰਿਆਂ ਦੇ ਨਾਲ ਹੀ ਆਪਾਂ ਜਿੱਤ ਹਾਰ ਹੋ ਜਵੇ, ਕਹਿੰਦਾ ਹਾਂ ਜਿਆਦਾ ਵਧੀਆ। ਕਹਿੰਦਾ ਠੀਕ ਹੈ। ਉਹਨੇ ਇੱਕ ਉਂਗਲੀ ਖੜੀ ਕਰਤੀ, ਉਹਨੇ ਦੋ ਕਰਤੀਆਂ। ਉਹਨੇ ਕਿਹਾ ਓਹੋ, ਇਹ ਤਾਂ ਵੀ ਬੜਾ ਚਾਹਤਾ। ਜਵਾਬ ਦੇ ਦਿੱਤਾ ਉਹਨੂੰ, ਇਹ ਅੱਗੇ ਚੱਲ ਕੇ ਖੁੱਲੂਗੀ ਗੱਲ ਕੀ ਹੈ। ਉਹਨੇ ਐ ਹੱਥ ਖੜਾ ਕਰਤਾ, ਉਹਨੇ ਐ ਮੁੱਠੀ ਵੱਟ ਲਈ। ਉਹਨੇ ਕਿਹਾ ਵੀ ਇਹਦਾ ਵੀ ਜਵਾਬ ਦੇ ਦਿੱਤਾ ਇਹਨੇ ਵੀ ਇਹ ਤਾਂ ਬੜਾ ਪੜ੍ਹਿਆ ਲਿਖਿਆ ਮਤਲਬ ਹੈ। ਉਸ ਵੇਲੇ ਦੀ ਉਹ ਹਾਰ ਗਿਆ। ਪੰਡਤ ਨੇ ਹਾਰ ਮਾਲੀ, ਤਾੜੀ ਵੱਜ ਗਈ। ਗੰਗਾ ਤੇਲੀ ਜਿੱਤ ਗਿਆ। ਬ੍ਰਾਹਮਣ ਕਹਿੰਦੇ ਅਸੀਂ ਜਿੱਤ ਗਏ, ਅਸੀਂ ਜਿੱਤ ਗਏ। ਰਾਜਾ ਭੋਜ ਪੁੱਛਦਾ ਹੈ, ਕਹਿੰਦਾ ਵੀ ਦੇਖੋ ਤੂੰ ਹਾਰ ਤਾਂ ਗਿਆ ਹੈ, ਵੀ ਮੈਂ ਤੈਨੂੰ ਪੁੱਛਣਾ ਚਾਹੁੰਦਾ ਇੱਕ, ਇਹ ਕੀ? ਕਹਿੰਦਾ ਵੀ ਐਂ ਦੱਸ ਵੀ ਇਸ਼ਾਰਿਆਂ ਵੀ ਸਾਨੂੰ ਤਾਂ ਸਮਝ ਨਹੀਂ ਆਈ ਕੀ ਆ, ਖੋਲ ਕੇ ਦੱਸੋ ਦੋਨੇ ਜਣੇ। ਕਹਿੰਦਾ ਪਹਿਲਾਂ ਤੂੰ ਦੱਸ। ਕਹਿੰਦਾ ਜੀ ਮੈਂ ਇੱਕ ਉਂਗਲੀ ਖੜੀ ਕਰੀ, ਮੈਂ ਇਹਨੂੰ ਇਸ਼ਾਰਾ ਕੀਤਾ ਵੀ ਪਰਮਾਤਮਾ ਇੱਕ ਹੈ, ਬ੍ਰਹਮ ਨਿਰਗੁਣ ਇੱਕ ਹੈ। ਕਹਿੰਦਾ ਇਹਨੇ ਦੋ ਉਂਗਲੀਆਂ ਖੜੀਆਂ ਕਰਤੀਆਂ, ਦੂਜੀ ਮਾਇਆ ਵੀ ਤਾਂ ਹੈਗੀ, ਮਾਇਆ ਤੋਂ ਬਿਨਾਂ ਸੰਸਾਰ ਹੀ ਨਹੀਂ ਬਣ ਸਕਦਾ। ਇਸ ਕਰਕੇ ਮੇਰੇ ਸਵਾਲ ਦਾ ਉੱਤਰ ਦੇ ਦਿੱਤਾ ਇਹਨੇ। ਮੈਂ ਤੀਸਰਾ ਸਵਾਲ ਕੀਤਾ, ਪੰਜੇ ਉਂਗਲਾਂ ਦਿਖਾਈਆਂ ਵੀ ਪੰਜ ਤੱਤ ਜਿਹੜੇ ਨੇ ਉਹ ਵੀ ਤਾਂ ਹੈਗੇ, ਕੱਲੀ ਮਾਇਆ ਹੀ ਨਹੀਂ ਹੈ। ਕਹਿੰਦਾ ਇਹਨੇ ਮੁੱਠੀ ਵੱਟ ਲਈ ਵੀ ਪੰਜੇ ਤੱਤ ਇਕੱਠੇ ਕਰਕੇ ਸ੍ਰਿਸ਼ਟੀ ਬਣਾਈ ਹੈ। ਕਹਿੰਦਾ ਜੀ ਮੈਂ ਹਾਰ ਗਿਆ। ਤੇ ਭਾਈ ਗੁਰਦਾਸ ਸਾਹਿਬ ਜੀ ਇਹਨੇ ਬੜਾ ਸੁੰਦਰ ਲਿਖਿਆ, ਕਹਿੰਦੇ ਗੋਸ਼ਟ ਗਾਂਗੇ ਤੇ ਲੀਐ ਪੰਡਤ ਨਾਲ ਹੋਵੇ ਜਗ ਦੇਖੈ, ਖੜੀ ਕਰੈ ਇੱਕ ਉਂਗਲੀ ਗਾਂਗਾ ਦੋਏ ਵਿਖਾਲੈ ਰੇਖੈ, ਫੇਰ ਉਚਾਏ ਪਚ ਉਂਗਲਾਂ ਗਾਂਗਾ ਮੁੱਠ ਹਿਲਾਏ ਅਲੇਖੈ, ਪੈਰੀ ਪੈ ਉੱਠ ਚੱਲਿਆ ਪੰਡਤ ਹਾਰ ਭੁਲਾਵੈ ਭੇਖੈ। ਉਹ ਹਾਰ ਗਿਆ। ਹੁਣ ਫਿਰ ਗਾਂਗੇ ਨੂੰ ਪੁੱਛਦਾ ਰਾਜਾ, ਇਹ ਉਹ ਕਹਿੰਦਾ ਵੀ ਤੂੰ ਦੱਸ ਵੀ ਜਦੋਂ ਉਂਗਲ ਖੜੀ ਕੀਤੀ ਸੀ ਤੇਰੇ ਕੀ ਸਮਝ ਆਈ? ਕਹਿੰਦਾ ਜੀ ਸਿੱਧੀ ਤਾਂ ਗੱਲ ਹੈ, ਇਹ ਮੇਰੇ ਇੱਕ ਅੱਖ ਤਾਂ ਪਹਿਲੀ ਨਹੀਂ, ਇਹ ਕਹਿੰਦਾ ਤੇਰੀ ਦੂਜੀ ਵੀ ਭੰਨੂਗਾ ਉਂਗਲੀ ਮਾਰ ਕੇ। ਕਹਿੰਦਾ ਮੈਂ ਇਹਨੂੰ ਕਹਿ ਦਿੱਤਾ ਵੀ ਤੂੰ ਜਿਹੜੀ ਇਹ ਕਹਿ ਰਿਹਾ, ਕਹਿੰਦਾ ਤੇਰੀਆਂ ਦੋਏ ਭੰਨੂ, ਤੂੰ ਇੱਕ ਭੰਨੇਗਾ, ਤੇਰੀਆਂ ਦੋ ਭੰਨੂ ਹੈ। ਪੰਡਤ ਕਹਿੰਦਾ ਓਹੋ ਮੈਂ ਤਾਂ ਉਹੀ ਹਾਰ ਗਿਆ, ਇਹ ਤਾਂ ਮੂਰਖ ਬੰਦਾ ਸੀ। ਕਹਿੰਦਾ ਫਿਰ ਦੂਸਰਾ, ਕਹਿੰਦਾ ਇਹਨੇ ਫਿਰ ਚਪੇੜ ਦਿਖਾਈ ਮੈਨੂੰ। ਕਹਿੰਦਾ ਮੈਂ ਘਸੁੰਨ ਦਿਖਾਇਆ ਵੀ ਦੰਦ ਸਾਰੇ ਕੱਢ ਦੂੰ ਘਸੁੰਨ ਮਾਰ ਕੇ। ਪੰਡਤ ਫਿਰ ਉਸ ਵੇਲੇ ਰੋਇਆ। ਨਿਰਗੁਣ ਸਰਗੁਣ ਅੰਗ ਦੋਏ ਪਰਮੇਸ਼ਰ, ਪੰਜ ਮਿਲਨ ਸਿਰੇਖੈ, ਅੱਖੀ ਦੋਵੇਂ ਭਨਸਾਂ ਮੁਕੀ ਲਾਏ ਹਲਾਏ ਨਿਮੇਖੈ, ਮੂਰਖ ਪੰਡਤ ਸੁਰਤ ਵਿਸੇਖੈ। ਉਹ ਮੂਰਖ ਤੋਂ ਹੀ ਹਾਰ ਗਿਆ। ਪੰਡਤ ਰੋਵੇ, ਗਿਆਨ ਗਵਾਏ, ਗਿਆਨ ਵਾ ਕੇ ਪੰਡਤ ਰੋਇਆ ਤਾਂ ਮਾਰ ਕੇ। ਮਾਰੇ ਕਹਿੰਦੇ ਇੱਥੇ ਬੜੀ ਦੁਨੀਆ ਰੋਂਦੀ ਹੈ, ਉਹ ਮੂਰਖ ਨੇ ਹਰਾ ਦਿੱਤਾ ਸੀ। ਇਸ ਕਰਕੇ ਭਾਈ ਤੂੰ ਸੁਣ ਅੱਗੇ ਪ੍ਰਸੰਗ ਹੋਰ। ਬਾਲੀ ਰੋਵੈ ਨਾਹੇ ਪਤਾਰ, ਪਤਾਰ ਨਾਮ ਹੈ ਪਤੀ ਦਾ।
ਨਾ ਹੀ ਨਾ ਸਾਧ ਸੰਗਤ ਜੀ ਪਤੀ ਦੇ ਨਾਂ ਮਿਲਣੇ ਕਰਕੇ ਪਤੀਵਰਤਾ ਧਰਮ ਤੋਂ, ਸਾਧ ਸੰਗਤ ਜੀ ਪਤੀਵਰਤਾ ਧਰਮ ਤੋਂ ਹੀਣੀ ਬਾਲੀ ਇਸਤਰੀ ਸੀ ਇੱਕ, ਉਹ ਰੋਂਦੀ ਰਹੀ ਸੀ, ਮੰਦ ਕਰਮਾਂ ਵਾਲੀ ਸੀ, ਪੁੰਨਾਂ ਤੋਂ ਹੀਣੀ ਇਸਤਰੀ ਪਤੀ ਦੇ ਨਾਂ ਮਿਲਣ ਕਰਕੇ ਰੋਵੇ, ਰੋਵੇ ਬਾਲੀ ਨਾਹੀਂ ਪਤਾਰ, ਪਤੀ ਨਾ ਮਿਲਿਆ। ਅਥਵਾ ਜਦੋਂ ਸੁਗਰੀਵ ਭਰਾਤਾ ਬਲੀ ਨੂੰ ਰਾਮਚੰਦਰ ਦੇ ਬਾਣਾਂ ਦੇ ਕੋਲੋਂ ਮਰਵਾ ਦਿੱਤਾ ਤਾਂ ਉਹਦੀ ਪਤਨੀ ਜਿਹੜੀ ਤਾਰਾਂ ਸੀ ਉਹ ਸਾਧ ਸੰਗਤ ਜੀ ਰੋਈ, ਬਹੁਤ ਰੋਦਨ ਕੀਤਾ। ਤੇ ਇਹਦੇ 'ਚ ਇਹ ਵੀ ਪ੍ਰਸੰਗ ਆਉਂਦਾ ਵੀ ਦੂਲੋ ਦੇਈ ਹੋਈ ਹੈ ਇੱਕ ਸਤਯੁਗ ਦੇ ਵਿੱਚ, ਸਤਸੰਧ ਰਾਜਾ ਹੋਇਆ। ਇਹ 405ਵਾਂ ਚਰਿੱਤਰ ਹੈ ਜਿਹੜਾ, ਉਹਦੇ 'ਚ ਕਥਾ ਆਉਂਦੀ ਹੈ ਸਾਰੀ 10ਵੇਂ ਗ੍ਰੰਥ। ਤੇ ਉਹ ਸਤਸੰਧ ਰਾਜਾ ਇਹ ਦੇਵਤਿਆਂ ਦਾ ਪੱਖੀ ਸੀ। ਉਹਦੇ ਜਗਸ਼ਾਲਾ ਦੇ ਵਿੱਚੋਂ ਇੱਕ ਸ਼ਕਤੀ ਪ੍ਰਗਟ ਹੋਈ ਪਰਮਾਤਮਾ ਦੀ, ਉਹਦਾ ਨਾਂ ਰੱਖਿਆ ਦੂਲੋ ਦੇਈ। ਬੜੀ ਭਾਰੀ ਤਪੱਸਿਆ ਕੀਤੀ ਉਹਨੇ, ਮਹਾਂਕਾਲ ਨੂੰ ਵਰਨ ਦਾ ਸੰਕਲਪ ਲੈ ਲਿਆ ਵੀ ਉਹਦੇ ਨਾਲ ਸ਼ਾਦੀ ਕਰਵਾਉਣੀ। ਮਹਾਂਕਾਲ ਨੇ ਕਿਹਾ ਜਿੰਨੀ ਦੇਰ ਤੱਕ ਸਵਾਸ ਵੀਰ ਜਿਹਨੂੰ ਨਹੀਂ ਜਿੱਤ ਲੈਂਦੀ ਮੈਂ ਨਹੀਂ ਤੇਰੇ ਨਾਲ ਸ਼ਾਦੀ ਕਰਾਉਂਦਾ। ਉਹ ਸਵਾਸ ਵੀਰ ਨੂੰ ਜਿੱਤਣਾ ਸਕੀ ਦੂਲੋ ਦੇਈ, ਤੇ ਇਸ ਕਰਕੇ ਫਿਰ ਯੁੱਧ ਦੇ ਵਿੱਚ ਉਹ ਮਾਰ ਨਾ ਸਕੀ। ਮਹਾਂਕਾਲ ਨੇ ਕਿਹਾ ਵੀ ਨਹੀਂ ਮੈਂ ਤੈਨੂੰ ਵਰਦਾ ਨਹੀਂ। ਤੇ ਕਹਿੰਦੀ ਜੀ ਮੈਂ ਇਹ ਭਰਨ ਕਰ ਲਿਆ, ਥੋਤੋਂ ਬਿਨਾਂ ਵਰਨਾ ਨਹੀਂ ਹੋਰ। ਕਹਿੰਦੇ ਫਿਰ ਕਲਯੁਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਰੂਪ ਧਾਰਨ ਕਰੂੰਗਾ ਮੈਂ, ਅਕਾਲ ਪੁਰਖ ਨੇ ਕਿਹਾ ਵੀ ਉਸ ਵੇਲੇ ਤੂੰ ਆ ਜੀ, ਤੇਰਾ ਡੋਰਾ ਤਾਂ ਰੱਖਾਂਗੇ ਕੁਆਰਾ ਹੀ। ਉਹ ਰੋਹਤਾਸ ਕਿਲੇ ਦੀ ਮਾਤਾ ਸਾਹਿਬ ਕੌਰ ਬਣ ਕੇ ਸਾਧ ਸੰਗਤ ਜੀ ਆਏ। ਇਹ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਨੇ ਕਥਾ ਦੇ ਵਿੱਚ ਸੁਣਾਇਆ। ਤੇ ਇਸ ਪ੍ਰਕਾਰ ਫਿਰ ਉਹ ਸਾਧ ਸੰਗਤ ਜੀ ਕੁਆਰਾ ਡੋਲਾ ਤਾਂ ਰੱਖਿਆ ਸੀ। ਮਾਤਾ ਕੋਈ ਮਾਮੂਲੀ ਨਹੀਂ ਸੀ ਮਾਤਾ ਸਾਹਿਬ ਕੌਰ, ਔਰ ਪਰਮਾਤਮਾ ਦੀ ਉਹ ਸ਼ਕਤੀ ਸੀ, ਕੋਈ ਦੇਵੀ ਥੋੜੀ ਸੀ ਉਹ। ਪਰਮਾਤਮਾ ਦੀ ਇਹ ਦੂਸਰੀ ਸ਼ਕਤੀ ਹੈ। ਪਤੀ ਪਤਨੀ ਦੇ ਰੂਪ ਦੇ ਵਿੱਚ ਦੋ ਸ਼ਕਤੀਆਂ ਇਕੱਠੀਆਂ ਹੋ ਕੇ ਖਾਲਸਾ ਪੈਦਾ ਕੀਤਾ ਹੈ। ਇਸ ਕਰਕੇ ਮਾਤਾ ਸਾਹਿਬ ਕੌਰ ਦੇ ਝੋਲੀ ਖਾਲਸਾ ਪਾਇਆ, ਗੁਰੂ ਗੋਬਿੰਦ ਸਿੰਘ ਪਿਤਾ ਬਣੇ। ਖਾਲਸੇ ਦੇ ਮਾਤਾ ਪਿਤਾ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ। ਉਹ ਵੀ ਸਾਧ ਸੰਗਤ ਜੀ ਉਸ ਵੇਲੇ ਬਾਲੀ ਇਹ ਔਰਤ ਦਾ ਨਾਮ ਰੋਵੇ ਰੋਈ ਸੀ ਕਿ ਮੈਨੂੰ ਮਹਾਂਕਾਲ ਨੇ ਬਰੇ ਨਾ, ਫੇਰ ਆ ਕੇ ਬਰਿਆ ਸੀ ਕਲਯੁਗ ਦੇ ਵਿੱਚ। ਇੱਕ ਹੋਰ ਪ੍ਰਸੰਗ ਆਉਂਦਾ ਹੈ। ਇੱਕ ਦਿਵਿਓਦਾਸ ਨਾਮ ਦਾ ਬ੍ਰਾਹਮਣ ਹੋਇਆ, ਬੜਾ ਵਿਦਵਾਨ ਸੀ, ਚੰਗੇ ਆਚਰਣ ਵਾਲਾ ਸੀ, ਖਟਕਰਮੀ ਸੀ। ਉਹ ਬ੍ਰਾਹਮਣ ਦੇ ਪ੍ਰਭਾਵ ਨੂੰ ਲੋਕੀ ਕਬੂਲਦੇ ਸੀ। ਪਰਿਵਾਰ ਵਿੱਚ ਇਸ ਦੇ ਜੀਵਨ ਦਾ ਬੜਾ ਭੈ ਸੀ। ਇਹਦੇ ਕਾਰਨ ਪੁੱਤਰ ਹੋਇਆ ਨਾ ਪੁੱਤਰੀ ਹੋਈ। ਸਮਾਂ ਲੰਘਦਾ ਗਿਆ। ਉਹ ਹੁਣ ਆਪਣੇ ਜਿਹੜੇ ਪੈਦਾ ਹੋਣ ਵਾਲੇ ਦੇ ਕੁਝ ਆਪਣੇ ਸੰਸਕਾਰ ਹੁੰਦੇ ਨੇ। ਇਹ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਸੰਸਾਰ ਹੁੰਦੇ ਜਨਮਾਂ ਜਨਮਾਤਰਾਂ ਦੇ, ਜਿਨ੍ਹਾਂ ਦਾ ਰੂਪ ਕੱਚਾ ਮੰਨਿਆ, ਜੇ ਉਹ ਪੱਕ ਜਾਣ ਫੇਰ ਨਹੀਂ ਬਦਲਦੇ। ਤੇ ਜੀਵ ਦਾ ਜਨਮਾਂ ਜਨਮਾਤਰਾਂ ਦਾ ਸੰਸਕਾਰਾਂ ਦਾ ਧਨ ਇਕੱਠਾ ਹੋਇਆ ਵਾ। ਦ੍ਰਿੜ ਸੰਕਲਪ ਪਿਛਲੇ ਜਨਮਾਂ ਦੇ ਭਾਵੇਂ ਚੰਗੇ ਹੋਣ ਮੰਦੇ ਹੋਣ ਬਦਲਦੇ ਨਹੀਂ। ਜਿਵੇਂ ਚੀਜ਼ ਪੈਦਾ ਹੋਵੇ ਉਹ ਵੱਖਰਾ ਵੱਖਰਾ ਨਿਭਿਆ, ਉਹਦੇ ਅਧੀਨ ਹੀ ਇੱਕ ਚੀਜ਼ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਸੰਸਕਾਰ ਵੀ ਪੈਦਾ ਹੁੰਦੇ ਨੇ। ਤੇ ਜਿਹੜੇ ਕਰਮ ਨੂੰ ਬਾਰ-ਬਾਰ ਕਰੀਏ ਸੁਭਾਅ ਬਣਦਾ ਹੈ, ਸੰਸਕਾਰ ਬਣਦਾ ਹੈ। ਪਹਿਲਾਂ ਸੁਭਾਅ ਕੱਚਾ ਹੁੰਦਾ ਫਿਰ ਪੱਕ ਜਾਂਦਾ। ਕੱਚਾ ਬਦਲਣਾ ਸੌਖਾ ਹੈ, ਪੱਕਾ ਬਦਲਦਾ ਨਹੀਂ। ਉਹ ਸੁਭਾਅ ਪੱਕ ਗਿਆ, ਸੰਸਕਾਰ ਦ੍ਰਿੜ ਹੋਏ ਵੇ ਸੀ ਜਨਮ ਜਨਮਾਤਰਾਂ ਦੇ। ਗਿਆਨ ਦੀ ਸੂਖਮ ਅੰਸ਼ ਦਾ ਨਾਮ ਸੰਸਕਾਰ ਹੈ। ਇਹ ਇੱਕ ਜਨਮ ਤੋਂ ਦੂਸਰੇ ਜਨਮ ਚਲੇ ਜਾਂਦੇ ਨੇ। ਜਨਮ ਜਨਮਾਤਰਾਂ ਦੇ ਸੰਸਕਾਰ ਸਾਡੇ ਅੰਦਰ ਪਏ ਹੋਏ ਨੇ। ਉਹਨਾਂ ਕਰਕੇ ਸਾਡੇ ਕੋਲੋਂ ਚੰਗੇ ਜਾਂ ਮੰਦੇ ਕਰਮ ਹੁੰਦੇ ਆ। ਉਹਨਾਂ ਕਰਕੇ ਅਸੀਂ ਮਾਤਾ ਪਿਤਾ ਦੇ ਪੇਟ ਦੇ ਵਿੱਚ, ਕੁਝ ਮਾਤਾ ਤੋਂ ਵੀ, ਕੁਝ ਪਿਤਾ ਦੇ ਆਂਗਨ ਵਿਹੜੇ ਚੋਂ, ਕੁਝ ਅਧਿਆਪਕਾਂ ਦੇ ਕੋਲੋਂ ਚੰਗੇ ਸੰਸਕਾਰ ਮਿਲਦੇ ਆ। ਬ੍ਰਾਹਮਣ ਨੇ ਯਤਨ ਕੀਤਾ ਆਪਣੀ ਲੜਕੀ ਨੂੰ ਧਾਰਮਿਕ ਸੰਸਕਾਰ ਦੇਣ ਦਾ। ਜਿਉਂ-ਜਿਉਂ ਬੇਟੀ ਬੜੀ ਵਿਦਵਾਨ ਬਣਾ ਦਿੱਤੀ, ਪਰ ਉਹਦੇ ਮਾੜੇ ਸੰਸਕਾਰ ਪਿਛਲੇ ਜਨਮਾਂ ਦੇ। ਤੇ ਉਹ ਸਾਧ ਸੰਗਤ ਜੀ ਜਦੋਂ ਉਹ ਹਰਕਤਾਂ ਉਸ ਤਰ੍ਹਾਂ ਦੀਆਂ ਕਰਨ ਲੱਗੀ ਤਾਂ ਬ੍ਰਾਹਮਣ ਨੇ ਕਿਹਾ ਵੀ ਧੀ ਮੇਰੀ ਕਿਤੇ ਨਾ ਮੇਰੀ ਬਦਨਾਮੀ ਨਾ ਕਰਾ ਦੇਵੇ, ਮੇਰੀ ਪੱਗ ਨੂੰ ਦਾਗ ਨਾ ਲਾ ਦੇਵੇ। ਉਹਦਾ ਇੱਕ ਵਿਦਿਆਰਥੀ ਜੀ ਚੰਗੇ ਘਰਾਣੇ ਦਾ ਲੜਕਾ ਬ੍ਰਾਹਮਣ ਨਾਲ ਵਿਆਹ ਦਿੱਤੀ। ਤਾਂ ਉਹ ਸੰਸਕਾਰ ਬ੍ਰਾਹਮਣ ਤਾਂ ਵਿਚਾਰਾ ਮਰ ਗਿਆ ਸਮਾਂ ਪਾ ਕੇ। ਉਹ ਜਦੋਂ ਸਾਧ ਸੰਗਤ ਜੀ ਉਹਦੇ ਸੰਸਕਾਰ ਐਸੇ, ਇਹ ਵਿਭਚਾਰ ਕਰਨ ਲੱਗ ਗਈ। ਉਹਨੇ ਬੜਾ ਸਮਝਾਇਆ ਵੀ ਦੇਖ ਐਡੇ ਵੱਡੇ ਵਿਦਵਾਨ ਦੀ ਕੁੜੀ ਹੋ ਕੇ ਤੂੰ ਐਂ ਕਰਦੀ ਐ, ਨਾ ਮੰਨੀ। ਉਹਨੇ ਕਈ ਵਾਰ ਉੱਤੇ ਫੜਿਆ, ਨਾ ਮੰਨੀ। ਅਖੀਰ ਨੂੰ ਛੱਡ ਕੇ ਚਲਿਆ ਗਿਆ। ਬਹੁਤ ਸਮਾਂ ਲੰਘ ਗਿਆ। ਇਹ ਜਦੋਂ ਵੱਡੀ ਉਮਰ ਦੀ ਸਾਧ ਸੰਗਤ ਹੋ ਗਈ, ਇਹਨਾਂ ਨੇ ਕਈਆਂ ਦੇ ਘਰ ਉਜਾੜੇ, ਕਿੰਨਿਆਂ ਨਾਲ ਸੰਬੰਧ ਬਣਾ ਲਏ। ਇੱਕ ਨਾਲ ਨਹੀਂ, ਇੱਕ ਨੂੰ ਛੱਡੇ, ਦੋ ਨਾਲ, ਦੂਜੇ ਤੀਜੇ ਨਾਲ, 21 ਬੰਦਿਆਂ ਦੇ ਨਾਲ ਸਾਧ ਸੰਗਤ ਸੰਬੰਧ ਇਹਦੇ ਬਣੇ। ਐਸਾ ਲਿਖਿਆ। ਉਹ ਬ੍ਰਾਹਮਣ ਨੇ ਕਿਹਾ ਵੀ ਉਹ ਹੋ ਵੀ ਫਿਰ ਵੀ ਮੈਨੂੰ ਵਿਆਹੀ, ਮੈਨੂੰ ਆਪਣੇ ਉਸਤਾਦ ਦੀ ਜਿਹਨੇ ਮੈਨੂੰ ਪੁੱਤ ਬਣਾ ਕੇ ਪੜ੍ਹਾਇਆ ਸੀ ਉਹਦੇ ਵੀ ਹੁਣ ਤਾਂ ਸਮਝਾ ਕੇ ਦੇਖ ਲਾਂ। ਤੇ ਉਹ ਵਾਪਸ ਆ ਗਿਆ, ਕਹਿੰਦਾ ਦੇਖ ਵੀ ਮੈਂ ਤੈਨੂੰ ਸਮਝਾਉਣ ਵਾਸਤੇ ਆਇਆ ਵੀ ਮੈਨੂੰ ਤੇਰੇ ਤੇ ਤਰਸ ਆਇਆ। ਕਹਿੰਦੀ ਚੰਗਾ ਜੀ ਮੈਂ ਹੁਣ ਕੋਈ ਗਲਤ ਕੰਮ ਨਹੀਂ ਕਰੂੰਗੀ। ਉਹਨੇ ਕਿਹਾ ਵੀ ਮੁੜ ਕੇ ਤੰਗ ਕਰੀ ਜਾਂਦਾ। ਉਹ ਥੋੜੇ ਜਿਹੇ ਦਿਨ ਪਿਆਰ ਨਾਲ ਰਹੀ, ਮੁੜ ਕੇ ਜ਼ਹਿਰ ਦੇ ਕੇ ਮਾਰਤਾ। ਉਹ ਪਤੀ ਮਾਰਤਾ ਜ਼ਹਿਰ ਦੇ ਕੇ।
ਤਾਂ ਉਸ ਵੇਲੇ ਜਦੋਂ ਧਰਮਰਾਜ ਦੇ ਗਈ, ਧਰਮਰਾਜ ਨੇ ਫੈਸਲਾ ਕਰਤਾ ਆਉਂਦੇ ਜਨਮ 'ਚ ਤੈਨੂੰ ਪਤੀ ਨਹੀਂ ਮਿਲੇਗਾ, ਤੈਂ ਪਤੀ ਵਿਆਹ ਦੇ ਕੇ ਮਾਰਿਆ। ਉਹ ਪਤੀ ਦੇ ਮਾਰਨ ਕਰਕੇ ਅਗਲੇ ਜਨਮ ਦੇ ਸਾਧ ਸੰਗਤ ਜੀ ਉਸ ਨੂੰ ਫਿਰ ਇਹ ਬ੍ਰਾਹਮਣ ਦੇ ਘਰ ਜਨਮ ਮਿਲਿਆ ਤੇ ਉਹ ਜਨਮ ਤੋਂ ਫਿਰ ਇਹ ਅਗਲਾ ਜਿਹੜਾ ਜਨਮ ਇਹਦਾ ਹੋਇਆ। ਤੇ ਜਦੋਂ ਵੱਡੀ ਹੋਈ, ਜਦੋਂ ਵਿਆਹਣ ਲੱਗਣ ਫੇਰਿਆਂ ਤੇ ਪਤੀ ਮਰ ਜਾਏ, ਇੱਕ ਮਰਿਆ, ਦੋ ਮਰੇ, 21 ਮਰ ਗਏ। ਹਾਹਾਕਾਰ ਮਚ ਗਈ। ਕਹਿੰਦੇ ਜੋਤਸ਼ੀ ਇਕੱਠੇ ਹੋਏ, ਕਹਿੰਦੇ ਜੀ ਬਹੁਤ ਇਹ ਕਰੂਪ ਲੜਕੇ 21 ਮਰ ਗਏ, ਇਹ ਸਾਰਿਆਂ ਨੂੰ ਨਸ਼ਟ ਕਰ ਦੂਗੀ, ਇਹਨੂੰ ਜੰਗਲ ਛੱਡੋ। ਜੰਗਲ ਛੱਡਿਆਂ ਦੀ ਇਸ ਪ੍ਰਕਾਰ ਜਿਹੜਾ ਹੈ ਉਹਨੂੰ ਕਿਹਾ ਵੀ ਇਹਨੂੰ ਜੰਗਲ ਛੱਡਿਓ। ਉਹ ਜਦ ਜੰਗਲ ਛੱਡੀ ਉੱਥੇ ਫਿਰ ਰੱਬ ਨੂੰ ਗਾਲਾਂ ਕੱਢਿਆ ਕਰੇ, ਮੈਂ ਰੱਬ ਦਾ ਕੀ ਵਿਗਾੜਤਾ, ਮੈਨੂੰ ਐਂ ਕਰਿਆ ਆ ਕਰਿਆ। ਇਹਨੇ ਨੂੰ ਸਾਸ ਜੀ ਪਰਮੇਸ਼ਰ ਬੜਾ ਬੇਅੰਤ ਹੈ। ਜਿਵੇਂ ਸਾਧਨੇ ਦਾ ਬੱਕਰਾ ਬੋਲ ਪਿਆ ਸੀ, ਧੰਨੇ ਦੇ ਪੱਥਰ ਚੋਂ ਆਵਾਜ਼ ਰੱਬ ਨੇ ਦੇਣੀ ਹੁੰਦੀ ਆਵਾਜ਼। ਇੱਕ ਤੋਤਾ ਤੋਤੀ ਸੀ, ਉਹਦੇ ਵਿੱਚ ਨੂੰ ਹੋ ਕੇ ਰੱਬ ਬੋਲਣ ਲੱਗ ਗਿਆ ਤੇ ਉਹ ਸਮਝੇ ਵੀ ਤੋਤਾ ਬੋਲਦਾ। ਕਹਿੰਦੇ ਭਾਈ ਤੇਰੇ ਕਰਮਾਂ ਦੇ ਅਨੁਸਾਰ ਤੈਨੂੰ ਫਲ ਮਿਲਿਆ, ਰੋ ਨਾ। ਆਖੇ ਮੇਰੇ ਕਰਮਾਂ ਦੇ ਵੀ ਕੀ ਆ? ਕਹਿੰਦੇ ਅਸੀਂ ਵੀ ਕਰਮਾਂ ਦੇ ਮਾਰੇ ਤੋਤਾ ਤੋਤੀ ਬਣੇ ਹੋਏ ਆ, ਸਾਡਾ ਵੀ ਕਰਮ ਹੀ ਆ ਇਹ। ਉਹ ਰੱਬ ਨੇ ਕਹਾਣੀ ਸੁਣਾਉਣੀ ਸ਼ੁਰੂ ਕਰਤੀ, ਤੂੰ ਪਿਛਲੇ ਜਨਮ ਦੇ ਵਿੱਚ ਆਹ ਕਰਤੂਤ ਕੀਤੀ ਸੀ, ਧਰਮਰਾਜ ਨੇ ਫੈਸਲਾ ਕੀਤਾ ਤੈਨੂੰ ਤਾਂ ਪਤੀ ਮਿਲਣਾ ਨਹੀਂ। ਹੁਣ ਜਿਹੜੇ ਤੇਰੇ 21 ਪਤੇ ਫੇਰਿਆਂ ਤੇ ਮਰੇ ਨੇ, ਇਹ ਉਹ ਜਿਹੜੇ 21 ਨਾਲ ਵੀ ਵਿਚਾਰ ਕੀਤਾ ਸੀ ਤਾਂ ਪਿੱਛੇ, ਇਸ ਕਰਕੇ ਵੀ ਹੁਣ ਤੈਨੂੰ ਪਤੀ ਤਾਂ ਮਿਲਣਾ, ਤੂੰ ਰੱਬ ਦਾ ਨਾਂ ਲੈ, ਮਾੜਾ ਕਰਮ ਨਾ ਬਣਾ। ਹੁਣ ਤੂੰ ਉਸ ਵੇਲੇ ਮਹਾਰਾਜ ਕਹਿੰਦੇ ਬਾਲੀ ਰੋਵੈ। ਹੁਣ ਬੋਲ ਪੜ੍ਹ ਦੋ ਜੀ, ਬਾਲੀ ਰੋਵੈ ਨਾਹੇ ਪਤਾਰ। ਉਹ ਬਾਲੀ ਇਸਤਰੀ ਸਾਧ ਸੰਗੀ ਰੋਈ ਵੀ ਉਹਨੂੰ ਪਤਾਰ ਪਤੀ ਨਾ ਮਿਲਿਆ। ਮਹਾਰਾਜ ਕਹਿੰਦੇ ਭਾਈ ਇਉਂ ਸਾਰਾ ਸੰਸਾਰ ਹੈ ਸੇਠ ਜੀ ਦੁਖੀ ਹੈ, ਨਾਨਕ ਦੁਖੀਆ ਸਭ ਸੰਸਾਰ। ਮਹਾਰਾਜ ਕਹਿੰਦੇ ਸਾਰਾ ਸੰਸਾਰ ਜਗਤ ਦੁਖੀ ਹੈ ਸੇਠ ਜੀ, ਤੂੰ ਆਪਣੇ ਮਨ ਨੂੰ। ਤੇ ਉਹ ਕਹਿੰਦਾ ਮਹਾਰਾਜ ਮੈਨੂੰ ਧੀਰਜ ਆ ਗਈ, ਹੋਰ ਕਿਰਪਾ ਕਰੋ। ਫਿਰ ਮਹਾਰਾਜ ਸ਼ਬਦ ਦੀ ਸਮਾਪਤੀ ਵੇਲੇ ਉਹਨੂੰ ਹੋਰ ਉਪਦੇਸ਼ ਦਿੰਦੇ ਨੇ, ਮੰਨੇ ਨਾਉ ਸੋਈ ਜਿਨ ਜਾਏ। ਇਹ ਦੁੱਖ ਦੇ ਵਿੱਚ ਤਾਂ ਸਾਰੇ ਸੰਸਾਰ ਹਾਰ ਗਿਆ ਹੈ। ਕਹਿੰਦੇ ਮਹਾਰਾਜ ਕੋਈ ਜਿੱਤ ਕੇ ਵੀ ਜਾਊ? ਕਹਿੰਦੇ ਹਾਂ, ਜਿਹੜਾ ਪਰਮੇਸ਼ਰ ਦੇ ਨਾਂ ਨੂੰ ਮੰਨਣ ਕਰਦਾ ਹੈ ਉਹ ਸੰਸਾਰ ਵਿੱਚੋਂ ਮਨੁੱਖਾਬਾਜ਼ੀ ਨੂੰ ਜਿੱਤ ਕੇ ਜਾਂਦਾ ਹੈ ਤੇ ਉਹ ਨਹੀਂ ਹਾਰਦਾ ਹੈ। ਤੇ ਜਿਹੜੇ ਹੋਰ ਹਨ, ਔਰੀ ਕਰਮ ਨਾ ਲਿਖੈ ਲਾਏ। ਵਾਹਿਗੁਰੂ ਨਾਮ ਤੋਂ ਬਗੈਰ ਹੋਰ ਕਰਮ ਦਰਗਾਹ ਜੀ ਕਿਸੇ ਲੇਖੇ 'ਚ ਨਹੀਂ ਪੈਂਦੇ ਹੈ। ਉਹ ਲਾਏ ਲਏ ਨਹੀਂ ਜਾਂਦੇ, ਭਾਵ ਉਸ ਕੋਈ ਕਰਮ ਲੇਖੇ ਨਹੀਂ ਜਾਂਦਾ, ਉਹ ਫਿਰ ਲਾਇਆ ਨਹੀਂ ਜਾ ਸਕਦਾ, ਕੋਈ ਕਰਮ ਨਹੀਂ ਲੇਖੇ ਵਿੱਚ ਪੈਂਦਾ ਹੈ। ਜਿਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸ਼ਾਹੂਕਾਰ ਨੂੰ ਇਹ ਉਪਦੇਸ਼ ਸਾਰਾ ਸੁਣਾ ਦਿੱਤਾ ਹੈ, ਤਾਂ ਉਸ ਵੇਲੇ ਉਪਦੇਸ਼ ਸੁਣ ਕੇ ਉਹਦਾ ਹਿਰਦਾ ਸ਼ਾਂਤ ਹੋ ਗਿਆ। ਕਹਿੰਦੇ ਜੀ ਸ਼ਾਂਤੀ ਆ ਗਈ, ਮੈਨੂੰ ਪਤਾ ਲੱਗ ਗਿਆ ਵੀ ਮੇਰੇ ਕਰਮ ਦਾ ਹੀ ਕੋਈ ਇਹ ਦੋਸ਼ ਹੈ, ਸਾਰਾ ਸੰਸਾਰ ਇਹ ਦੁਖੀ ਹੈ। ਚਰਨਾਂ ਤੇ ਸਿਰ ਰੱਖਦਾ, ਚਰਨਾਮਤ ਲੈ ਰਿਹਾ, ਸਿੱਖ ਬਣ ਗਿਆ। ਕਹਿੰਦਾ ਮਹਾਰਾਜ ਹੁਣ ਮੈਂ ਤੁਹਾਡਾ ਸਿੱਖ ਹਾਂ, ਮੇਰੇ ਮਹਿਲਾਂ 'ਚ ਚਰਨ ਪਾਓ। ਮਹਾਰਾਜ ਨੂੰ ਬੇਨਤੀ ਕੀਤੀ, ਉਹਦੇ ਮਹਾਰਾਜ ਘਰ ਚਲੇ ਗਏ। ਭਾਈ ਮਰਦਾਨਾ ਵੀ ਕਹਿੰਦਾ ਮਹਾਰਾਜ ਜਾਣਾ ਚਾਹੀਦਾ, ਦੇਖੋ ਹੁਣ ਤਾਂ ਸ਼ਰਧਾਲੂ ਹੈ ਤੁਹਾਡਾ, ਚਰਨਾਮਤ ਲੈ ਲਿਆ। ਤੇ ਮਹਾਰਾਜ ਸਾਹਿਬ ਜੀ ਉਹਦੇ ਘਰ ਚਲੇ ਗਏ। ਜਦੋਂ ਸ਼ਾਹੂਕਾਰ ਦੇ ਘਰ ਗਏ, ਉਹਦਾ ਪ੍ਰੇਮ ਦੇਖ ਕੇ ਸੁੰਦਰ ਪਲੰਘੇ ਤੇ ਬੈਠ ਗਏ। ਫਿਰ ਉਹਦੇ ਘਰ ਵਾਲੀ ਸਾਸ ਜੀ, ਉਹਨੂੰ ਵੀ ਸ਼ਰਮੋ ਸ਼ਰਮੀ ਉਹ ਵੀ ਆ ਗਈ ਮਹਾਰਾਜ ਦੇ ਕੋਲ। ਜਦੋਂ ਸ਼ਰਮ ਜੀ ਉਹਨੇ ਵੀ ਆ ਕੇ ਮੱਥਾ ਟੇਕਿਆ, ਮਹਾਰਾਜ ਸਾਹਿਬ ਨੇ ਫਿਰ ਉਹਨੂੰ ਉਪਦੇਸ਼ ਦਿੱਤਾ। ਕਹਿੰਦੇ ਦੇਖ ਬੀਬੀ, ਪਤੀ ਵਰਤਾ ਧਰਮ 'ਚ ਕਾਇਮ ਰਹਿਣਾ ਚਾਹੀਦਾ ਹੈ। ਜਿਉਂਦੇ ਜਾਂ ਮਰੇ ਹੋਏ, ਰੋਗੀ ਜਾਂ ਤੰਦਰੁਸਤ ਪਤੀ ਦੀ ਸੇਵਾ ਕਰਨੀ ਚਾਹੀਦੀ ਹੈ, ਸੀਲ ਸੰਤੋਖ ਰੱਖਣਾ ਚਾਹੀਦਾ ਹੈ, ਉਹ ਸਦਗਤੀ ਨੂੰ ਪ੍ਰਾਪਤ ਹੁੰਦੀ ਹੈ। ਉੱਥੇ ਨਾਨਕ ਪ੍ਰਕਾਸ਼ ਦੇ ਪ੍ਰਸੰਗ ਆਉਂਦਾ ਹੈ ਕਿ ਪਤੀ ਜਿਹੋ ਜਿਹਾ ਮਰਜ਼ੀ ਹੋਵੇ। ਭਾਈ ਗੁਰਦਾਸ ਨੇ ਵੀ ਲਿਖਿਆ ਹੈ, ਕਹਿੰਦੇ ਪਿਰ ਵਾਹੁ ਕਰ ਹੰਡਣਾ ਸਤ ਰੱਖੇ ਨਾਰੇ। ਜੇ ਪਿਰ ਵਾਹੁ ਕਰ ਹੰਡਣਾ ਸਤ ਰੱਖੇ, ਪਤੀ ਜੇ ਮਾੜਾ ਵੀ ਹੋਵੇ ਉਹਦੀ ਰੀਸ ਨਾ ਕਰੇ, ਇਹ ਮਸਾਲਾ ਨਾ ਦੇਵੇ ਤੂੰ ਇਹੋ ਜਿਹਾ ਮੇਰੇ ਕੋਲ ਹੋ ਗਿਆ ਤਾਂ ਕੀ ਹੋ ਗਿਆ। ਮਹਾਰਾਜ ਬੋਲੇ ਅਵਾਲ ਪਿੰਗ, ਮਤਲਬ ਬਲ ਤੋਂ ਰਹਿਤ ਹੋਵੇ, ਪਿੰਗ ਪਿੰਗਲਾ ਹੋਵੇ, ਕੋੜੀ ਹੋਵੇ। ਅਵਾਲ ਪਿੰਗ ਕੋਰੀ ਪਤ ਹੋਈ, ਪ੍ਰਭੂ ਸਮਾਨ ਲਖੇ ਤੀਆ ਜੋਈ। ਉਹਨੂੰ ਪਰਮਾਤਮਾ ਦਾ ਰੂਪ ਸਮਝੇ। ਸਰਬ ਭਾਂਤ ਕੀ ਸੇਵਾ ਕਰਹੀ, ਪਰ ਪੁਰਖਨ ਰਤ ਉਰ ਨਹਿ ਧਰਹੀ। ਪਤ ਕੇ ਹਿਤ ਹੋਏ ਤਿਆਗੈ ਪ੍ਰਾਨਾ, ਰੰਚ ਸਮਾਨ ਨਾ ਤਨ ਪਹਿਚਾਨਾ। ਜਾਏ ਸੁਰਗ ਸੁਖ ਪਾਏ ਬਡੇਰੇ, ਦੰਪਤ ਬਿਲਸੈ ਵਰਖ ਕਨੇਰੇ। ਇਸ ਤੋਂ ਉਲਟ ਅਰ ਨਾਰੀ ਜੇ ਨਿਜ ਪਤ ਤਿਆਗੀ, ਪਰ ਪੁਰਖਨ ਪਿਖ ਕੈ ਅਨਰਾਗੀ। ਹੋਇ ਕੈ ਨਿਜਰ ਤਜੀ ਜਗ ਬਰੀਡਾ,
ਸਾਧ ਹੇਤ ਕਰ ਹੀ ਮਿਲ ਕਰੀੜਾ। ਦੂਸਰੇ ਪੁਰਸ਼ਾਂ ਨਾਲ ਸੰਬੰਧ ਕਰਨ ਵਾਲੀ ਦਾ ਕੀ ਹਾਲ ਹੋਊਗਾ? ਤੇ ਜਮਦੂਤ ਗਹਿ ਜਬ ਆਈ, ਜਾਹੇ ਕਸੀਟਤ ਦੇਹ ਸਜਾਈ, ਲੋਹੇ ਥੰਮ ਕੋ ਲਾਲ ਤਪਾਈ। ਲੋਹ ਦਾ ਇੱਕ ਪੂਰਾ ਤਪਾ ਕੇ ਥੰਮ ਐਂਚ ਤਾਹੇ ਕੇ ਸੰਗ ਲਗਾਈ। ਉਸ ਇਸਤਰੀ ਨੂੰ ਉਹਦੇ ਨਾਲ ਲਗਾਇਆ ਜਾਂਦਾ ਹੈ, ਚਾਹੇ ਪੁਰਸ਼ ਹੋਵੇ ਉਹਨੂੰ ਵੀ ਲਗਾਇਆ ਜਾਂਦਾ ਹੈ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਨੇ ਫਿਰ ਉਹ ਬੀਬੀ ਨੇ ਵੀ ਰੋ ਰੋ ਕੇ ਕਿਹਾ ਮਹਾਰਾਜ ਗਲਤੀ ਹੋ ਗਈ, ਵੀ ਮੈਨੂੰ ਵੀ ਬਖਸ਼ ਦਿਓ। ਐਸਾ ਸਬਰ ਦਿੱਤਾ, ਉਹ ਵਿਵਿਚਾਰ ਤੋਂ ਹਟ ਗਈ, ਉਹਨਾਂ ਦਾ ਘਰ ਵਸ ਗਿਆ। ਮੁੜ ਕੇ ਭਗਤੀ ਕਰਕੇ ਮੁਕਤ ਹੋਏ ਫਿਰ ਦੋਨੇ। ਉਹਨਾਂ ਦੇ ਪ੍ਰਥਾਏ ਮਹਾਰਾਜ ਸਾਹਿਬ ਜੀ ਨੇ ਅਖੀਰ ਦੇ ਵਿੱਚ ਤਾਂ ਕਿਹਾ ਨਾਨਕ ਦੁਖੀਆ ਸਭ ਸੰਸਾਰ। ਪਰ ਇਹਦੇ ਚ ਤੇ ਜਿਹੜਾ ਇੰਦਰ ਤੋਂ ਸ਼ੁਰੂ ਕੀਤੀ ਗੱਲ, ਸਹਸਰਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੇ ਕਰ ਆਇਆ, ਅਖੀਰ ਦੇ ਕਹੇ ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ। ਇਉਂ ਮਹਾਰਾਜ ਸਾਹਿਬ ਨੇ ਫਿਰ ਉਹਨਾਂ ਦਾ ਭਲਾ ਕੀਤਾ। ਅੱਗੇ ਹੁਣ ਸਿੱਖਾਂ ਨੇ ਗੁਰੂ ਅੰਗਦ ਸਾਹਿਬ ਜੀ ਤੋਂ ਪੁੱਛਿਆ ਸੀ, ਮਹਾਰਾਜ ਲੇਖੇ ਵਿੱਚ ਕਰਮ ਕਿਹੜੇ ਪੈਂਦੇ ਨੇ? ਅੱਗੇ ਮਹੱਲਾ ਹੈ ਜੀ, ਸੁਣੋ। ਮਹੱਲਾ ਦੂਜਾ। ਦੂਸਰੇ ਪਾਤਸ਼ਾਹ ਦਾ ਮਹੱਲਾ ਹੈ ਜੀ। ਜਪ ਤਪ ਸਭ ਕਿਛ ਮੰਨਿਐ। ਗੁਰਾਂ ਦੇ ਉਪਦੇਸ਼ ਜਾਂ ਪਰਮੇਸ਼ਰ ਦੇ ਨਾਮ ਦੇ ਮੰਨਣ ਕਰਨ ਨਾਲ ਜਪ ਤਪ ਆਦਿ ਸਭ ਸਾਰਾ ਕੁਝ ਇਹ ਸਾਰਾ ਕੁਝ ਹੀ ਸਫਲਾ ਹੁੰਦਾ ਹੈ। ਜਪ ਤਪ ਸਭ ਕੁਝ ਮੰਨਿਆ। ਅੱਗੇ ਦੱਸਦੇ ਨੇ ਅਵਰ ਕਾਰਾ ਸਭ ਵਾਦ। ਗੁਰਾਂ ਦੇ ਉਪਦੇਸ਼ ਪਰਮੇਸ਼ਰ ਦਾ ਮੰਨਣ ਕਰਨ ਤੋਂ ਬਗੈਰ ਅਵਰ ਹੋਰ ਸਭ ਕਾਰਾਂ ਜਿਹੜੀਆਂ ਨੇ ਉਹ ਵਿਅਰਥ ਹੀ ਹਨ। ਨਾਨਕ ਮੰਨਿਆ ਮੰਨੀਐ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੇ ਵਾਹਿਗੁਰੂ ਦਾ ਨਾਮ ਦਾ ਮੰਨਿਆ ਮੰਨਣ ਕੀਤਾ ਹੈ, ਉਹ ਫਿਰ ਦਰਗਾਹ ਦੇ ਅੰਦਰ ਕਹਿੰਦੇ ਦਰਗਾਹ 'ਚ ਮੰਨਿਆ ਜਾਂਦਾ ਹੈ, ਉਹਦਾ ਸਤਿਕਾਰ ਹੁੰਦਾ ਹੈ। ਬੁੱਧੀਐ ਗੁਰ ਪ੍ਰਸਾਦ। ਗੁਰ ਪ੍ਰਸਾਦ, ਪਰ ਗੁਰਾਂ ਦੀ ਕਿਰਪਾ ਦੁਆਰਾ ਹੀ ਮੰਨਣ ਕਰਨਾ ਬੁੱਝੀਐ। ਬੁੱਝੀਦਾ ਇਹਨੂੰ ਬੁੱਝੀਆ ਬੋਲਣਾ ਪਏ, ਬੁੱਝੀਆ ਨਾ ਹੋ ਜਾਵੇ ਪਾਠ, ਇਉਂ ਸਮਝੀਦਾ ਹੈ। ਪੌੜੀ। ਅੱਗੇ ਪੌੜੀ ਕਥਨ ਕਰਦੇ ਹਨ। ਗੁਰੂ ਅਮਰਦਾਸ ਮਹਾਰਾਜ ਦੀ ਪੌੜੀ ਹੈ ਜੀ। ਕਾਇਆ ਹੰਸ ਤੁਰ ਮੇਲ। ਮਨੁੱਖ ਕਾਇਆ ਦੇਹੀ ਹੰਸ ਜੀਵ ਆਤਮਾ ਆਪਸ ਵਿੱਚ ਮੇਲ ਮਿਲਾਪ ਤੁਰ ਆਦੋਂ ਹੈ। ਇਹ ਦੱਸਦੇ ਹਨ ਵੀ ਪਰਮੇਸ਼ਰ ਨੇ ਕਰਤੈ ਲਿਖ ਪਾਇਆ। ਕਰਤੇ ਪਰਮੇਸ਼ਰ ਨੇ ਕਰਮਾਂ ਅਨੁਸਾਰ ਕਰਮੀ ਆਵੇ ਕੱਪੜਾ ਸਭ ਦੇ ਮੱਥੇ ਤੇ ਲੇਖ ਲਿਖ ਕੇ ਪਾਇਆ। ਜੈਸੀ ਕਲਮ ਪੂੜੀ ਹੈ ਮਸਤਕ ਤੈਸੀ ਜੀੜੇ ਪਾਸ ਪਾ ਦਿੱਤਾ ਹੈ। ਸਭ ਮਹਿ ਗੁਪਤ ਵਰਤਦਾ। ਉਹ ਪਰਮੇਸ਼ਰ ਸਾਰਿਆਂ 'ਚ ਗੁਪਤ ਰੂਪ ਹੋ ਕੇ ਛੁਪਿਆ ਹੋਇਆ ਹੋ ਕੇ ਵਰਤ ਰਿਹਾ ਹੈ, ਪ੍ਰਤੱਖ ਚੇਤਨ ਹੋ ਕੇ। ਗੁਰਮੁਖ ਪ੍ਰਗਟਾਇਆ। ਗੁਰਮੁਖਾਂ ਨੂੰ ਉਹ ਗੁਰਾਂ ਦੁਆਰਾ ਪ੍ਰਤੱਖ ਹੋ ਜਾਂਦਾ ਹੈ, ਪ੍ਰਗਟ ਹੋ ਆਇਆ ਹੈ। ਗੁਣ ਗਾਵੇ ਗੁਣ ਉਚਰੈ। ਗੁਰਮੁਖ ਜਨ ਪਰਮੇਸ਼ਰ ਦੇ ਗੁਣਾਂ ਨੂੰ ਕੀਰਤਨ ਵਿੱਚ ਗਾਵੇ ਗਾਉਂਦੇ ਨੇ। ਸੁਤੇ ਸਿੱਧ ਵਿਚਾਰ ਕਰਨ ਰੂਪੀ ਕਥਾ ਰੂਪ ਦੇ ਗੁਣਾਂ ਨੂੰ ਉਚਰੇ ਉਚਾਰਨ ਕਰਦੇ ਰਹਿੰਦੇ ਨੇ। ਗੁਣਾਂ ਨੂੰ ਬਾਣੀ ਕਰਕੇ ਉਚਾਰਦੇ ਰਹਿੰਦੇ ਨੇ। ਉਹਨਾਂ ਦਾ ਮਨ ਫੇ ਪਰਮੇਸ਼ਰ ਦੇ ਗੁਣਾਂ ਦੇ ਮਾਹੇ। ਅੱਗੇ ਦੱਸਦੇ ਨੇ ਗੁਣ ਮਾਹੇ ਸਮਾਇਆ। ਉਹਨਾਂ ਦਾ ਮਨ ਪਰਮੇਸ਼ਰ ਦੇ ਗੁਣਾਂ ਦੇ ਵਿੱਚ ਹਰ ਵਕਤ ਸਮਾਇਆ ਮਿਲਿਆ ਰਹਿੰਦਾ ਹੈ। ਉਹ ਗੁਣੀ ਪਰਮੇਸ਼ਰ ਵੀ ਸਮਾ ਜਾਂਦੇ ਨੇ। ਉਹਨਾਂ ਦਾ ਪਰਮੇਸ਼ਰ ਦੇ ਗੁਣ ਗਿਆਨ ਜਾਂ ਪ੍ਰੇਮ ਰੂਪੀ ਗੁਣਾ ਵੀ ਸਮਾ ਜਾਂਦਾ ਹੈ। ਸੱਚੀ ਬਾਣੀ ਸੱਚ ਹੈ। ਸਤਿਗੁਰਾਂ ਦੀ ਬਾਣੀ ਸੱਚੀ ਹੈ, ਗੁਰਾਂ ਦਾ ਉਪਦੇਸ਼ ਵੀ ਸੱਚਾ ਹੈ। ਇਸ ਕਰਕੇ ਸੱਚ ਮੇਲ ਮਿਲਾਇਆ। ਸੱਚੇ ਪਰਮੇਸ਼ਰ ਦੇ ਮੇਲ ਵਿੱਚ ਮਿਲਾਉਣ ਵਾਲਾ ਹੈ ਜਾਂ ਸੱਚ ਨਿਸ਼ਚੈ ਕਰਕੇ ਗੁਰਾਂ ਦੀ ਸੱਚੀ ਬਾਣੀ ਹੈ। ਜਿਨ੍ਹਾਂ ਨੇ ਸਰਵਣ ਮੰਨਣ ਕੀਤੀ ਹੈ ਉਹਨਾਂ ਨੂੰ ਸੱਚ ਸੱਚੇ ਸਰੂਪ ਦੇ ਮੇਲ ਵਿੱਚ ਮਿਲਾ ਦਿੱਤਾ ਹੈ। ਸਭ ਕਿਛ ਆਪੇ ਆਪ ਹੈ। ਫਿਰ ਉਹਨਾਂ ਦੀ ਦ੍ਰਿਸ਼ਟੀ ਐਸੀ ਹੋ ਜਾਂਦੀ ਹੈ ਵੀ ਸਭ ਸਾਰਾ ਕੁਝ ਪਰਮੇਸ਼ਰ ਆਪੇ ਆਪ ਹੀ ਹੈ। ਕਿਸ ਨੂੰ ਕਹੀਏ ਨਾਨਕਾ ਸਭ ਕੁਝ ਆਪੇ ਆਪ ਹੀ ਜੀਵ ਰੂਪ ਹੈ, ਆਪ ਹੀ ਈਸ਼ਵਰ ਰੂਪ ਹੈ, ਤੇ ਆਪਣਾ ਆਪ ਸੁੱਧ ਸਰੂਪ ਹੈ, ਤੇ ਆਪ ਹੀ ਆਪੇ ਬ੍ਰਹਮ ਵਿਦਿਆ ਰੂਪ ਅੱਗੇ ਦੱਸਦੇ ਨੇ। ਆਪੇ ਦੇ ਵਡਿਆਈ। ਆਪ ਹੀ ਬ੍ਰਹਮ ਵਿਦਿਆ ਦੀ ਵਡਿਆਈ ਦੇਣ ਵਾਲਾ ਹੈ। ਕਿਸੇ ਨੂੰ ਬ੍ਰਹਮ ਵਿਦਿਆ ਦਿੰਦਾ ਹੈ, ਕਿਸੇ ਨੂੰ ਭਗਤੀ ਦੇ ਕੇ ਭਗਤੀ ਦੁਆਰਾ ਵਡਿਆਈ ਕਰਾ ਦਿੰਦਾ ਹੈ। ਆਪ ਹੀ ਦੇਣ ਵਾਲਾ ਹੈ। ਵਾਹ ਵਾਹ ਸੱਚੇ ਪਾਤਸ਼ਾਹ। ਹੇ ਸੱਚੇ ਪਾਤਸ਼ਾਹ ਤੂੰ ਬਹੁ ਸਿਰਜ ਹੈ, ਤੂੰ ਬਹੁ ਬਿਸਮਾਦ ਰੂਪ ਹੈ, ਅਤੇ ਤੂੰ ਸੱਚੀ ਨਾਈ। ਤੂੰ ਹੀ ਸੱਚੀ ਨਾਈ ਮਹਿਮਾ ਆਵਾਜ਼ ਰੂਪ ਹੈ, ਸੱਚੀ ਵਡਿਆਈ ਸੋਭਾ ਦਾ ਮਾਲਕ ਹੈ। ਆਓ ਸਾਧ ਸੰਗਤ ਜੀ ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ। ਸਭ ਕਿਛ ਆਪੇ ਆਪ ਹੈ, ਆਪੇ ਦੇ ਵਡਿਆਈ। ਵਾਹ ਵਾਹ ਸੱਚੇ ਪਾਤਸ਼ਾਹ
ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।